इन्हीं के को कंध अंदर रोटी नहीं पाते, ठीक है। 20 25 30 30 साल उम्र है, बल्कि इस तो भी ज़्यादा दे लोग मौजूद ने। तो जिस मिशन दसे तुसी, मैं तो कहना अपनी ज़ात मार लो, हर शह मार लो, खत्म नबूवत ते जड़ा मुतहिद हो जाओ। लेकिन की आखे बंदा, समझो बारे काम नहीं वो असल दे मर्जी विच तो चल रही है ने। जी जी जेड़ा जेड़ा भाईया वादा करके आया है ना, वो वादा ये करके आया है कि या अल्लाह मैं इनके आगे से आऊंगा, मैं इनके पीछे से आऊंगा, मैं इनके दाएं से आऊंगा, मैं इनके बाएं से आऊंगा, मैं इनको सिराते मुस्तकीम पर चलने नहीं दूंगा। वो भी तो वादा करके आया है ना। नहीं, सानू कोशिश तो करनी चाहिए, उन्होंने नहीं जितन दईए, की कहते हो, या उनका साथ देना चाहिए। गल तो ठीक है, पर ਉਹ ਤਗੜਾ ਹੈ ਨਾ, ਕਈਆਂ ਤੋਂ ਤਗੜਾ ਹੈ, ਸਾਡੇ ਤੋਂ ਵੀ ਤਗੜਾ ਹੈ, ਸਾਡੇ ਨਾਲ ਵੀ ਕਿਸੇ ਵੇਲੇ ਉਹ ਧੱਕਾ ਕਰ ਜਾਂਦਾ ਹੈ, ਤਗੜਾ ਹੈ ਨਾ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜ਼ੋਰਾਵਰ ਤੇ ਹੈ ਨਾ। बिल्कुल। लेकिन अल्लाह तआला ने फरमाया अली सिरात अल मुस्तकीम, जेड़ा सिरात मुस्तकीम तो होणगे, वो भावें तू जिन्ना मर्जी घगरा पा के डांस कर, वो तेरे पीछे नहीं लगन लगे। ਜਿਹੜੇ ਸਿਰਾਤ ਮੁਸਤਕੀਮ ਤੇ ਚੱਲਣਗੇ ਉਹ ਕਦੀ ਵੀ ਨਹੀਂ ਚੱਲ ਸਕਦੇ। ਤੇ ਇੱਥੇ ਤੇ ਕੀ ਕਹਿੰਦਾ ਹੈ, ਉਹ ਐਸੀ ਸਵੇਰੇ ਹਮੈਂਟੀ ਵੀ ਨਾਲ ਥੱਲੇ ਬਲੋਚੀ, ਮੈਂ ਕਿਹਾ ਦਫਾ ਕਰੋ ਨਾ। ਮੈਂ ਕਿਹਾ ਜਦੋਂ ਹੈ ਹੀ ਨਹੀਂ ਇੱਥੇ, ਇਹ ਥੋੜੀ ਹੋ ਸਕਦਾ ਕਿ ਬਈ ਸਾਲ ਨਹੀਂ ਹੈ ਤੇ ਕੀ ਕਹਿੰਦਾ ਹੈ। ਹੁਣ ਉਹ ਦੂਸਰੇ ਨੂੰ ਚੁੱਕ ਕੇ ਜਿਹੜਾ ਆ ਗਿਆ, ਉਸ ਵੇਲੇ ਮੈਂ ਨਾਲ ਹੀ ਤੁਹਾਡੇ ਕੋਲੋਂ ਆਇਆ ਸੀ, ਕੀ ਨਾਮ ਉਹਦਾ, ਉਹ ਨਹੀਂ ਸੀ ਆਇਆ, ਕੀ ਨਾਮ ਉਹਦਾ, ਸੀਡੀ ਪੁਲਿਸ, ਸੀਸੀਡੀ ਪੁਲਿਸ, ਸੀਸੀਡੀ। ਆਹੋ, ਉਹ ਤੁਹਾਨੂੰ ਕੀ ਜੀ ਕਹਿੰਦਾ ਤੁਸੀਂ ਸੀ? ਸ਼ਾਤਮੀਅਤ ਕਰਾ, ਹਾਂ, ਸ਼ਾਤਮੀਅਤ ਕਰਾ ਰਹੇ ਹੋ ਤੁਸੀਂ ਚੁੱਕ ਕੇ, ਕਿਹੜੀ ਸ਼ਾਤਮੀਅਤ ਹੋ ਰਹੀ ਸਮਝ ਨਹੀਂ ਆਈ। ਸਾਡੇ ਕਹਿੰਦਾ ਨਬੀ ਵੇਖੋ ਜੀ, ਨਾਲ, ਅੱਜ ਕਿਨੇ- ਸਾਡੇ ਨਬੀ ਨਾਲ ਤੇ ਸਾਡੇ ਨਬੀ ਦੀ ਜ਼ੌਜਾ ਨਾਲ ਮਿਰਜ਼ਾਈ ਜਿਹੜੀ ਤਸ਼ਬੀਹ ਪੇ ਦਿੰਦੇ ਨੇ, ਉਹ ਉਹਨੂੰ ਸ਼ਾਤਮੀਅਤ ਨਜ਼ਰ ਨਹੀਂ ਆਉਂਦੀ। ਉਹਨੇ ਜੋਗਾ ਹੁੰਦਾ ਤੇ ਉਹ ਗੱਲ ਕਰਦਾ। ਡਬਲ 122 ਨੇ ਬਕਵਾਸ ਕੀਤੀ ਹੈ ਸਾਡੇ ਬਾਹਰ ਮੇ ਇਮਾਮ ਤੇ ਮੈਂ ਤਾਂ ਰਾਤੀ ਨੀਂਦਰ ਸੁੱਤਾ ਹੀ ਨਹੀਂ। ਕਿਹਦੀ ਬਰਾੜ ਤੇ? ਹੁਸੈਨੀ ਸਾਹਿਬ ਦੀ ਬਰਾੜ ਤੇ ਬਿਲਾ ਵਜ੍ਹਾ ਹੀ। ਬਾਰਵੇਂ ਮਾਮਲਾ ਕੀ ਨਾਮ ਹੈ ਵੈਂਟੀ? ਸ਼ਾਬਾਸ਼ ਹੈ ਭਾਈ ਤੇਰੇ ਤੇ, ਤੈਨੂੰ ਇਹ ਨਾਂ ਦਾ ਹੀ ਨਹੀਂ ਪਤਾ। ਨਾਸਰ ਭੱਟ ਨੇ ਤੇਰਾ ਦਿਮਾਗ ਖਰਾਬ ਕਰ ਛੱਡਿਆ। ਓਏ ਓਏ ਹੋਏ, ਇਮਾਮ ਮਹਿੰਦੀ ਦੇ ਬਾਰੇ ਕੁਝ ਕਿਹਾ ਨੇ? ਨੇ ਮਹਿੰਦੀ ਮੇਰਾ ਜਾਂ ਦੇ ਬਾਰੇ ਕਿਹਾ ਨਾਂ ਨਹੀਂ ਨਾ ਉਹਨੇ ਲਿਆ। ਉਹਨੇ ਆਖਿਆ ਮੈਂ ਉਹ ਲਫ਼ਜ਼ ਨਹੀਂ ਆ ਸਕਦਾ ਜਿਕਣ। ਕਿਹੜੀ ਲੋੜ ਲਿਆਂਦੀ? ਸ਼ਾਤਮੀਅਤ ਤਾਂ ਹਰ ਜਗ੍ਹਾ ਤੇ ਕਰਦੇ ਨੇ ਪਏ। ਸਾਡੇ तमाम ਇਸਲਾਮੀ ਮੁਕੱਦਸਾਤ ਦੀ ਸ਼ਾਤਮੀਅਤ ਮਿਰਜ਼ਾਈ ਪੇ ਕਰਦੇ ਨੇ, ਹੱਤਾ ਕਿ ਨਬੀ ਅਲੈਹਿਸਸਲਾਤੁ ਵਸਲਾਮ ਨੂੰ ਵੀ ਮਾਫ ਨਹੀਂ ਪੇ ਕਰਦੇ। ਤੇ ਉਹ ਜਿਹੜਾ ਵਜ੍ਹਾ ਕੀ ਬਣੀ ਕਿ 2 ਸਾਲ ਦੇ ਅੰਦਰ ਜਿਹੜੀ ਹੈ ਇੰਨੀ ਜ਼ਿਆਦਾ ਸ਼ਾਤਮੀਅਤ ਨਹੀਂ। ਤੁਸੀਂ ਮੁਕੰਮਲ ਕਰ ਲਓ ਗੱਲ, ਮੈਂ ਸਵਾਲ ਰੱਖਣਾ। ਮੈਂ ਕਿਹਾ ਵੀ ਸਵੇਰੇ ਮਸਲਾ ਨਾ ਉਧਰ ਬਣਿਆ ਹੁੰਦਾ ਤੇ ਮੈਂ ਇੱਧਰ ਹੀ ਆਣਾ ਸੀ, ਤੇ ਮੈਂ ਉਹਦੀ ਮੰਜੀ ਠੋਕਣੀ ਸੀ ਸੀਸੀਡੀ ਪੁਲਿਸ ਵਾਲੇ ਦੀ, ਭਈ ਜਿਹੜੀ ਸ਼ਾਤਮੀਅਤ ਤੁਸੀਂ ਨਬੀ ਪਾਕ ਦੀ ਪੇ ਕਰਦੇ ਹੋ, ਉਹਨਾਂ ਜੈਸਾ ਤੇ ਹੈ ਹੀ ਕੋਈ ਨਹੀਂ। ਜਿਹਨੂੰ ਤੁਸੀਂ ਨਬੀ ਬਣਾ ਕੇ ਬੈਠੇ ਹੋ, ਆਂਦੀ ਇਹਦੀ ਸ਼ਾਤਮੀਅਤ ਹੋ ਗਈ, ਇਹ ਤੇ ਜੁੱਤੀਆਂ ਦੇ ਕਾਬਲ ਅਸੀਂ ਇਹਨੂੰ ਸਮਝਦੇ ਹਾਂ। ਇਹ ਤੇ ਝੂਠਾ ਦਜਾਲ ਹੈ। ਤੁਸੀਂ ਇਹਦੀ ਵਜ੍ਹਾ ਤੋਂ ਸਾਡੇ ਨਬੀ ਦੀ ਤੋਹੀਨ ਕਰੋਗੇ ਟਿਕਟਾਕ ਦੇ ਉੱਤੇ, ਤੇ ਆ ਕੇ ਰੋਣਾ ਰਵੋਗੇ ਤੁਹਾਡੇ ਇਹਦੇ ਬਨੌਟੀ ਨਬੀ ਦੀ ਤੋਹੀਨ ਹੋ ਗਈ ਹੈ। ਨਹੀਂ ਤਾਂ ਤੋਹੀਨ ਕੀ ਹੋਈ ਉਹ ਵੀ ਨਹੀਂ ਦੱਸਣ ਲੱਗਾ। ਕਹਿੰਦਾ ਮੈਂ ਜ਼ੁਬਾਨ ਤੇ ਨਹੀਂ ਲੈ ਕੇ ਆਇਆ ਜਿੱਦਾਂ ਮੈਂ ਕਿਹਾ ਤੇ ਕਿਸੇ ਨੇ ਮਿਰਜ਼ਾ ਸਾਹਿਬ ਨੂੰ ਮਾਂ ਭੈਣ ਦੀ ਗੱਲ ਦਿੱਤੀ ਹੋਏ, ਠੀਕ ਹੈ ਨਾ। ਮੈਂ ਤੇ ਅਗਲੇ ਦਿਨ ਹਰਫ ਬ ਹਰਫ ਉਹ ਪੜਿਆ ਹੈ ਜਿਹੜਾ ਸੀਰਤ ਮਹਿਦੀ ਦੇ ਅੰਦਰ ਲਿਖਿਆ ਹੈ ਕਿ ਮਿਰਜ਼ਾ ਜਨਾਨੀ ਬੀਵੀ ਦੀ ਗੱਲ ਬੜੀ ਮੰਨਦਾ ਹੈ, ਠੀਕ ਹੈ ਨਾ। ਉਹ ਉਹਨਾਂ ਨੇ ਫਲਾਨੀ ਢਿੰਗਣੀ ਦੇ ਛੜੀ ਹੈ। ਉਹਨੇ ਕਿਹਾ ਤੂੰ ਸੀਗਾ ਵਾਹਿਦ ਕਿਉਂ ਜਮਾ? ਮੈਂ ਕਿਹਾ ਯਾਰ ਤੇ ਲਿਖੀ ਹੈ। ਉਸਤਾਦ ਮੁਹਤਰਮ ਨੂੰ ਵੱਡੀ ਸਕਰੀਨ ਤੇ ਕਰੋ ਵਾਲਾ ਲਾਣ ਨਾਲ। ਰਹਿੰਦੇ ਮੈਂ ਇੱਕ ਮਿੰਟ ਬਿਜ਼ੀ ਹਾਂ, ਮੈਂ ਗੱਲ ਸੁਣਨਾ ਮੈਂ ਕਰ ਲੈਂਦਾ ਗੱਲ। ਸਮਝੋ ਬਾਰੇ ਤੇ ਉਹ ਕੀ ਕਹਿੰਦਾ ਹੈ, ਝੂਠਾਂ ਦੀ ਪੰਡ ਨੇ, ਠੀਕ ਹੈ। ਜਿਹੜੀ ਸੀਰਤ ਇਹਨਾਂ ਦੀ ਲਿਖੀ ਹੈ ਅਸੀਂ ਉਸੇ ਸੀਰਤ ਦੇ ਤਹਿਤ ਹੀ, ਅਗਰ ਮਿਰਜ਼ਾ ਸਾਹਿਬ ਨੂੰ ਮਿਰਜ਼ਾ ਕਹਿ ਕੇ ਨਹੀਂ ਮਿਰਜ਼ਾ ਕਹਿ ਕੇ ਮੁਖਾਤਿਬ ਕਰੀਏ ਤਾਂ ਉਹ ਗਾਲਾਂ ਦੇਣ ਲੱਗ ਪੈਂਦੇ ਨੇ। ਅਗਰ ਇਹ ਸੀਰਤ ਇਸ ਕਾਬਿਲ ਨਹੀਂ ਕਿ ਲੋਕੀ ਸੁਣਨ ਤੇ ਲੋਕੀ ਪੜ੍ਹਨ, ਤੇ ਤੁਸੀਂ ਕਿਉਂ ਆਪਣੀ ਸੀਰਤ ਮਿਰਜ਼ਾ ਸਾਹਿਬ ਦੀ ਆਪਣੀ ਕਿਤਾਬ ਦੇ ਅੰਦਰ ਲਿਖੀ ਹੈ ਔਰ ਇਹੀ ਤਹਿਰੀਰ ਸ਼ਾਮਿਲ ਕੀਤੀ ਹੈ। ਅਗਰ ਤੇ ਤਹਿਰੀਰ ਲਿਖਣ ਵਾਲਾ ਜਿਹੜਾ ਹੈ ਉਹ ਗੁਸਤਾਖ ਨਹੀਂ ਹੈ, ਗੁਸਤਾਖ ਮਿਰਜ਼ਾ ਸਾਹਿਬ ਨਹੀਂ ਹੈ, ਤੇ ਮੈਂ ਪੜ੍ਹਨ ਵਾਲਾ ਕਿਉਂ ਗੁਸਤਾਖ ਹਾਂ? ਮੈਨੂੰ ਇਹ ਨਹੀਂ ਸਮਝ ਆਉਂਦੀ। ਇਹਨਾਂ ਵਾਸਤੇ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਉਹ ਤੋਹੀਨ ਦਾ ਬਾਇਸ ਨੇ। ਤੇ ਜਿਹੜੇ ਇਮਾਮੁਲ ਅੰਬੀਆ ਨੇ, ਜਿਹੜੇ ਸਾਰੇ ਨਬੀਆਂ ਦੇ ਇਮਾਮ ਨੇ, ਉਹਨਾਂ ਦੇ ਬਾਰੇ ਜੋ ਮੂੰਹ ਚਾਵੇ ਬੱਕੀ ਜਾਣ, ਉਹ ਇਹਨਾਂ ਵਾਸਤੇ ਤੋਹੀਨ ਨਹੀਂ ਹੈ। ਮੈਂ ਵੀ ਉਹਨੂੰ ਮੁਬਸ਼ਰ ਰਜ਼ਾ ਜਿਹੜਾ ਆਰਾਮਜ਼ਾਦਾ ਕਹਿ ਰਿਹਾ ਮੇਰੇ ਦਿਲ ਕਲੇਜੇ ਨੂੰ ਪੈ ਰਿਹਾ। ਇਹਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹੜੇ ਅਲਫਾਜ਼ ਕਹੇ ਨੇ? ਨੰਗੀਆਂ ਗੱਲਾਂ ਕੀ ਕਹਿੰਦਾ? ਹਾਂ, ਨੰਗੀਆਂ ਗਾਲਾਂ ਕੱਢੀਆਂ ਨੇ। ਜਿਹੜੇ ਅਲਫਾਜ਼ ਕੀ ਕਹਿੰਦਾ ਉਹ ਮਲਕਵਾਨ ਨਹੀਂ, ਕੀ ਨਾ ਉਹਦਾ ਸ਼ਹਿਨਸ਼ਾਹ ਜਿਹਦੀ ਆਈਡੀ ਅਵਾਨ ਨੇ ਜਿਹੜੇ ਲਫ਼ਜ਼
मिर्जा साहब से आके ने वही लफ्ज पढ़ के नबी करीम सल्लल्लाहु अलैहि वसल्लम तक आके ने ਹਾਂਜੀ ਹਾਂਜੀ ऐसे बेशरम इंसान मतलब कैसा है ते केड़े मुंह नाल दावा करदे ने कि नबी नु मनन वाले ने यार इन्नी भी कोई हरामजादगी होंदी है और तौबा इस्तगफार कह रहे ने मैं इबारत पढ़ी है सीरत महदी दी कि मिर्जा जनानी दी गल बड़ी मंदा सी ते उन्हां ने तौबा इस्तगफार नबी ते बकवास कीती है कि भाई नबी करीम सल्लल्लाहु अलैहि वसल्लम भी जड़ा कदी कोई सीरत दी किताब अहले सुन्नत हो गई अहले तशय्युह हो गई नबी नु किसी वाहिद अंदर कह के बुलाया ਹਰ ਗੱਲ ਨੂੰ ਉਠਾ ਕੇ ਉਧਰ ਸੁੱਟਦੇ ਨੇ ਜੋ ਵੀ ਤੁਸੀਂ ਗਾਲੀ ਦਵੋ ਜੋ ਵੀ ਤੁਸੀਂ ਟਾਂਟ ਕਰੋ ਜੋ ਵੀ ਤੁਸੀਂ ਉਹਨੂੰ ਸਾਬਤ ਕਰੋ ਮਿਰਜ਼ੇ ਨੂੰ ਇਹ ਉਸ ਗੱਲ ਨੂੰ ਨਬੀ ਪਾਕ ਵੱਲ ਸੁੱਟਦੇ ਨੇ ਤੇ ਕਿਹੜੇ ਮੂੰਹ ਨਾਲ ਆ ਕੇ ਕਹਿੰਦਾ ਸੀ रज़ी अल्लाह तआला अन्हु ते की बकवास कर की कीती ਉਹਨੇ ਹਰਾਮਜ਼ਾਦੇ ਨੇ ਕਿ ਯਾਨੀ ਕਿ ਮਿਰਜ਼ਾ ਸਾਹਿਬ ਦੇ ਉੱਤੇ ਜਦੋਂ ਬਲੈਕਮੇਲਿੰਗ ਦਾ ਕੀ ਕਹਿੰਦਾ ਮੁਕੱਦਮਾ ਹੁੰਦਾ ਤੇ ਉਹ ਕਿੱਥੇ ਬਕਵਾਸ ਕਰਨ ਲੱਗੇ ਨੇ ਜੀ ਅਸੀਂ ਹੁਣ ਬਲੈਕਮੇਲਿੰਗ ਉਹਦੀ ਪੇਸ਼ ਕੀਤੀ ਹੈ ਤੇ ਉਹਦੇ ਕਿਤਾਬਾਂ 'ਚ ਪੇਸ਼ ਕੀਤੀ ਹੈ ਨਾ ਕੋਈ ਐ ਤੇ ਨਹੀਂ ਕਿ ਅਸੀਂ ਕੋਈ ਆਸ਼ਿਆ ਰਾਈ ਕੀਤੀ ਹੈ ਕੋਈ ਕੋਲੋਂ ਗੱਲ ਘੜੀ ਹੈ ਕਿਆ ਇਹਨੂੰ ਬਲੈਕਮੇਲਿੰਗ ਨਹੀਂ ਕਿਹਾ ਜਾਂਦਾ ਅਗਰ ਇੱਕ ਬੰਦਾ ਆਵੇ ਤੁਹਾਡੇ ਕੋਲ ਮਜਬੂਰ ਜ਼ਮੀਨ ਦੇ ਕਾਗਜ਼ਾਤ ਉੱਤੇ ਦਸਖਤ ਕਰਵਾਉਣ ਤੇ ਤੁਸੀਂ ਉਹਨੂੰ ਕਹੋ ਕਿ ਦਸਖਤ ਐਸ ਸ਼ਰਤ ਉੱਤੇ ਕਰਾਂਗਾ ਤੂੰ ਬੇਟੀ ਦਾ ਰਿਸ਼ਤਾ ਦੇ ਮੈਨੂੰ ਇਹਨੂੰ ਬਲੈਕਮੇਲਿੰਗ ਨਹੀਂ ਕਹਿੰਦੇ ਅਗਰ ਇਹ ਬਲੈਕਮੇਲਿੰਗ ਨਹੀਂ ਤੇ ਫਿਰ ਦੁਨੀਆ 'ਚ ਬਲੈਕਮੇਲਿੰਗ ਹੈ ਹੀ ਕੋਈ ਨਹੀਂ ਤੁਸੀਂ ਮੈਨੂੰ ਇਹ ਦੱਸੋ ਕਿਸ ਮੌਕੇ ਦੇ ਉੱਤੇ ਮਿਰਜ਼ਾ ਕਾਦੀਆਨੀ ਨੇ ਧੀ ਫਰੋਸ਼ੀ ਨਾ ਕੀਤੀ ਹੋਈ ਜਾਂ ਕੁੜੀਆਂ ਵਿੱਚ ਨਾ ਪਾਈਆਂ ਹੋਣ ਦਸਖਤ ਕਰਾਣਾ ਇਹਨੇ ਉਹਨੇ ਫਿਰ ਕੁੜੀ ਪਾ ਦੇਗੀ ਕਿ ਧੀ ਦਾ ਰਿਸ਼ਤਾ ਅਗਰ ਧੀ ਵੇਚਣੀ ਸੀ ਠੀਕ ਹੈ ਧੀ ਦਾ ਕੰਮ ਆਇਆ ਜੀ ਤੇ ਪਹਿਲੇ ਨਾ ਕੀਤੀ ਜੀ ਇਹਦੀ ਤਬੀਅਤ ਖਰਾਬ ਰਹਿੰਦੀ ਹੈ ਇੱਕ ਮਿੰਟ ਰਿਕੁਐਸਟ ਚੁੱਕ ਲਾਂ ਇਹਦੀ ਤਬੀਅਤ ਖਰਾਬ ਰਹਿੰਦੀ ਹੈ ਤੇ ਉਹਦੇ ਬਾਅਦ ਜਦੋਂ ਪਤਾ ਚੱਲਿਆ ਬਈ ਇਹ ਤੇ 2 ਸਾਲ ਦੀ ਆਮਦਨ ਤੇ ਮੰਨ ਗਿਆ ਤੇ ਫਿਰ ਇਲਹਾਮ ਹੋਣਾ ਸ਼ੁਰੂ ਹੋ ਗਏ ਨੇ ਜੀ ਕਿ ਮੈਨੂੰ ਰਾਨ ਨਜ਼ਰ ਆਈ ਤੇ ਬੱਕਰਾ ਟੰਗਿਆ ਨਜ਼ਰ ਆਇਆ ਤੇ ਉਹ ਤੇ ਬੱਕਰਾ ਨਜ਼ਰ ਆਉਣਾ ਹੀ ਸੀ ਜਦੋਂ ਤੋਂ 2.5 ਸਾਲ ਦੀ ਆਮਦਨ ਲੱਭਣੀ ਹੈ 50,000 ਰੁਪਏ ਉਹਦਾ ਰੇਟ ਲੱਗਣਾ ਹੈ ਤੇ ਫਿਰ ਤੇ ਜਿਹੜਾ ਉਹ ਮੈਂ ਕਹਿੰਦਾ ਉਹ ਬੱਕਰਾ ਕੀ ਬੱਕਰੇ ਵੀ ਨਜ਼ਰ ਆ ਸਕਦੇ ਸਨ ਦੁੰਬੇ ਵੀ ਨਜ਼ਰ ਆ ਸਕਦੇ ਸਨ ਕਿਹੜੀ ਜਗ੍ਹਾ ਗਈ ਹੈ ਜਿੱਥੇ ਇਹਨੇ ਵਿੱਚ ਔਰਤ ਨਹੀਂ ਪਾਈ ਕੋਈ ਕੰਮ ਕਰਨ ਲੱਗੇ ਨੇ ਮਰਜ਼ਈ ਵੀ ਤੇ ਤੁਹਾਡੀ ਮਾਂ ਨੂੰ ਤੇ ਤੁਹਾਡੀ ਭੈਣ ਨੂੰ ਉਹ ਸਾਬਿਤ ਕਰ ਰਹੇ ਨੇ ਕਿ ਉਹ ਜਿਸ ਬੰਦੇ ਨੂੰ ਮੰਨਦੇ ਨੇ ਠੀਕ ਹੈ ਨਾ ਉਹ ਜਿਸ ਗੰਦੀ ਜ਼ੁਰੀਅਤ ਦੇ ਅੰਦਰ ਆਏ ਨੇ ਉਹਨਾਂ ਦੇ ਮੂੰਹ ਦੇ ਉੱਤੇ ਵੀ ਸਾਰੇ ਦਿਨਾਂ ਲੋਕਾਂ ਦੀ ਮਾਂ ਭੈਣੀ ਹੁੰਦੀ ਅਬੇ ਸਭ ਉੱਤੇ ਆ ਜਾਓ ਅਸੀਂ ਇਹਨਾਂ ਦੇ ਕਦੇ ਮਿਰਜ਼ਾ ਸਾਹਿਬ ਨੂੰ ਨੰਗਾ ਕਹਿ ਕੇ ਪੁਕਾਰਿਆ ਜਿਹੜਾ ਬਕਵਾਸ ਕਰਦੇ ਨੇ अच्छा अस्सलाम वालेकुम आमर भाई मौजूद ਵਾਲੇਕੁਮ ਅੱਛਾ, ਅਸਲਾਮ ਮੈਂ- ਮੌਲਵੀ ਸਾਹਿਬ ਵੀ ਆ ਗਏ ਨੇ ਆਮਰ ਭਾਈ ਉਹ ਜਿਹੜੀ ਵੀਡੀਓ ਤੁਹਾਂ ਚਲਾਈ ਉਹ ਮੈਂ YouTube ਤੇ ਵਿਚਾੜੀ ਉਹ ਚੈਨਲ ਤੇ ਉਹਦੇ ਵਿੱਚ ਇੱਕ ਕਾਸ਼ਫ ਮੁਰੱਬੀ ਸਾਹਿਬ ਇੱਕ ਕਹਿ ਰਹੇ ਨੇ ਕਿ ਅਹਿਮਦ ਬੇਗ ਤੇ ਸੁਲਤਾਨ ਬੇਗ ਦਾ ਜਿਹੜਾ ਖਾਨਦਾਨ ਸੀ ਨਾ ਉਹ ਇੱਕ ਤੇ ਕੁਰਾਨ ਦੀ ਤੋਹੀਨ ਕਰਦੇ ਹਨ ਤੇ ਅੱਲਾ ਦੇ ਸੱਚੇ ਨਬੀਆਂ ਨੂੰ ਗਾਲਾਂ ਕੱਢਦੇ ਐ ਕਿਤੇ ਕੋਈ ਪ੍ਰੂਫ ਦੇ ਸਕਦਾ ਕੋਈ ਮਰਜ਼ਈ ਕਿ ਉਹਨਾਂ ਨੇ ਇਹ ਕੰਮ ਕੀਤਾ ਹੈ जी दे सकते हैं अस्सलाम अस्सलाम वालेकुम रहमतुल्लाहि व बरकातहू। वालेकुम सलाम। अगर जाहिद साहब ਇਹ ਪ੍ਰੂਫ ਦੇਣਗੇ ਨਾ ਤੇ ਇਸ ਤੋਂ ਅਗਲਾ ਹਥਿਆਰ ਵੀ ਸਾਡੇ ਕੋਲ ਮੌਜੂਦ ਹੈ ਤੇ ਫਿਰ ਮੁਰੱਬੀ ਸਾਹਿਬ ਨੂੰ ਇਹ ਸੋਚਣਾ ਪੈਣਾ ਕਿ ਮੈਂ ਗੱਲ ਕੀ ਕੀਤੀ ਹੈ ਠੀਕ ਹੈ ਇਸ ਤੋਂ ਅਗਲਾ ਹਥਿਆਰ ਇਹ ਵੇ ਕਿ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ खुद अपनी किताब लिखता है 1 मिनट मैं ਤੁਹਾਨੂੰ ਰੈਫਰੈਂਸ ਦੇ ਨਾਲ ਵੀ ਨਾਲ ਹੋ ਜਾਏ हाँ खत लिखता है कि आपको क्या हो गया है कि आप मेरी संजीदा बात को लफ्ज़ समझते हैं और मेरे खरे को खोटा ख्याल करते हैं बाखुदा मेरा ये इरादा नहीं कि मैं आपको तकलीफ़ दूँ इंशाल्लाह आप मुझे एहसान करने वालों में पाएंगे और मैं ये ऐड उस्तवार के साथ लिख रहा हूँ कि अगर आपने मान लिया तो ज़मीन और बाग में आपको हिस्सा दूंगा इख्तलाफात रफ़ा हो जाएंगे खुदा मेरे कुंबे और ख़ानदान के क़ुलूब की इस्लाह करेगा खुदा मेरे कुंबे और ख़ानदान के क़ुलूब की इस्लाह करेगा अगर आपने मेरा कौल और बयान मान लिया तो मुझ पर एहसान और मेरे साथ नेकी होगी उम्र दराजी की दुआ करूँगा आपकी लड़की को अपनी ज़मीन और ममलूकात का 1/3 हिस्सा दूँगा ये काम अल्लाह ताला ने मुझसे अपने इल्हाम से कहलवाया है तो फिर अगर वो
इस्लाम की, कुरान की वो शातमियत कर रहे थे, तो ये मिर्ज़ा साहब उनके तरले क्यों कर रहे हैं, उनसे ऐत कर रहे हैं, उनको हिस्से दे रहे हैं? क्या किसी शातम जो कुरान पाक की शातमियत करता हो उसके साथ रिश्ते किए जाते हैं, उसको ज़मीनों में से हिस्से दिए जाते हैं? फिर खुदा मेरे कुंबा और ख़ानदान के कुलूब की इस्लाह करेगा, तो क्या फिर मिर्ज़ा साहब का कुंबा जो है वो भी वही शातमियत करता था जो वो अहमद बेग लोग करते थे? और इख्तलाफात रफ़ा हो जाएंगे, वो कौन से, क्या वो इख्तलाफात मजहबी थे या ख़ानदानी थे? अगर ख़ानदानी थे तो फिर तो ये जो शातमियत वाला इल्ज़ाम इन्होंने उनके ऊपर लगवाया है, तो ये तो फिर गलत साबित हो गया। अगर वो मजहबी थे तो जो मजहबी बंदा हो, जो इसके साथ मजहबी इख्तलाफात हो, हमारे इनके साथ मजहबी इख्तलाफात हैं, हम इनके साथ इनको ज़मीनें देते हैं, हम इनको कहेंगे हमें अपनी बच्चियों का रिश्ता दे दो, या हम इनकी उम्र की दराजी के लिए दुआ करेंगे? क्या करेंगे जमील साहब, बताइए ज़रा। ये तो आपकी बिल्कुल बात सही है, वो तो क्लियर हो गया ना, मगर ये झूठ बोलते हैं ना। असल बात करने का मकसद ये है कि झूठा जो इंसान होता है वो कुछ भी कह सकता है, किसी पे कोई भी इल्ज़ाम लगा सकता है। जैसे पहले ज़िया भाई ने वो तहरीर पढ़ के सुनाई है, आमिर भाई ने इतनी लंबी बात की है, सबसे यही ज़ाहिर होता है कि सब फ्रॉड है, झूठ है, सिर्फ धोखा दिया हुआ है इन मरसइयों को चंदा खाने के लिए। नहीं, ये भी हवाला देखिए ना कि खुदा की तरफ से हुक्म हुआ कि अहमद बेग को खबर कर दे कि बड़ी लड़की का रिश्ता मंजूर करे। आपको एक दीनदार और ईमानदार बुजुर्ग समझता हूँ, ये कौन कह रहा है? मिर्ज़ा गुलाम अहमद कादियानी कह रहा है। किसको कह रहा है? अहमद बेग को कह रहा है। अगर वो शातमियत है तो वो दीनदार और ईमानदार बुजुर्ग कैसे हो सकता है? हाँ जी, माशाल्लाह, ये चीज़ है। अभी ये मुरब्बी साहब को मिर्ज़ा साहब पे लानत डाल देनी चाहिए, मिर्ज़ा कादियानी पे, क्योंकि ये उनके उल्ट बात कर रहा है अपने ही नबी के। हाँ, और आगे भी सुन लीजिएगा। मैं अजीज मोहम्मद बेग को पुलिस में भर्ती करवाने की सिफारिश और कोशिश करता हूँ, और उसका रिश्ता एक बहुत अमीर आदमी जो मेरे अकीदतमंदों में शामिल है तकरीबन तय कर दिया है। ये पहली तो बात है कि जो शातिम हो उसके बेटे को पुलिस में भर्ती करवाने की सिफारिश कर रहा हूँ, और उसके बेटे की, उसी बेटे की शादी एक अमीर कबीर जो आदमी है, जो मिर्ज़ा साहब का अकीदतमंद है, यानी कि इनका मुरीद है, उसके साथ तकरीबन तय कर दिया। पहले तो ये तकरीबन का भी पूछ लीजिएगा कि तकरीबन तय क्या होता है। कोई चीज़ या तो तय होती है या नहीं होती, दोनों सूरतें होती हैं ना। तकरीबन तय क्या होता है? तकरीबन तय तो वो होता है जो बिल्कुल यानी कि सिर्फ ख्याली हो, जो पक्की बात ना हो। तो एक तरफ जो शातमियत करता है वो दीनदार भी है, ईमानदार बुजुर्ग भी है, उसके बेटे को पुलिस में भी भर्ती करवाया जा रहा है, और उसके लिए एक अमीर कबीर बंदे की बेटी जो है वो भी लाई जा रही है। जी जमील साहब। ਜਦੋਂ ਸਟੋਰੀ ਪੁੱਠੀ ਸ਼ੁਰੂ ਕਰੀਏ ਨਾ ਤੇ ਫਿਰ ਇਹ ਹਾਲ ਹੁੰਦਾ ਹੈ ਜਿਹੜਾ ਮਰਜ਼ਈਆਂ ਦਾ ਹੋ ਰਿਹਾ ਹੈ। ਅਗਰ ਤੇ ਕੀ ਕਹਿੰਦੇ ਮਿਰਜ਼ਾ ਸਾਹਿਬ ਕਿ ਹਰਾਮਜ਼ਾਦੇ ਦੀ ਇਹ ਨਿਸ਼ਾਨੀ ਹੈ ਕਿ ਸਿੱਧੀ ਰਾਹ ਨਹੀਂ ਇਖਤਿਆਰ ਕਰਦਾ। ਅਗਰ ਸਿੱਧੀ ਰਾਹ ਇਖਤਿਆਰ ਕਰੇ ਤੇ ਇੰਨੇ ਮਸਲੇ ਹੁੰਦੇ ਹੀ ਨਹੀਂ। ਗੱਲ ਇੱਥੋਂ ਸ਼ੁਰੂ ਹੋ ਰਹੀ ਹੈ ਕਿ ਉਹ ਆਇਆ ਹੈ ਇਹਦੇ ਕੋਲੋਂ ਜ਼ਮੀਨ ਮੰਗਣ, ਤੇ ਇਹ ਕਹਿੰਦਾ ਕਰੀਬ ਸੀ ਕਿ ਮੈਂ ਸਾਈਨ ਕਰ ਦਿੰਦਾ, ਲੇਕਿਨ ਮੇਰੇ ਜ਼ਿਹਨ 'ਚ ਫਤੂਰ ਆ ਗਿਆ ਤੇ ਮੈਂ ਕਿਹਾ ਮੈਂ ਇਸ਼ਤਿਹਾਰਾ ਕਰਾਂਗਾ ਤੇ ਫਿਰ ਦੱਸਾਂਗਾ। ਉਹ ਇਸ਼ਤਿਹਾਰਾ ਕਰਦਿਆਂ ਇਹਨੇ ਵਿੱਚ ਸਕੀਮ ਪਾ ਲਈ ਕਿ ਇਹਦੀ ਕੁੜੀ ਦਾ ਰਿਸ਼ਤਾ ਮੰਗ ਲੈਣਾ ਤੇ ਜਾਇਦਾਦ ਤੇ ਮੇਰੇ ਵੱਲ ਹੀ ਵਾਪਸ ਆ ਜਾਏਗੀ ਫਿਰ ਸਾਰੀ ਘੁਮਾ ਕੇ। ਤੇ ਇਹਨੇ ਵਿੱਚ ਫਿਰ ਆਪਣੇ ਇਲਾਮ ਪਾਣੇ ਸ਼ੁਰੂ ਕਰ ਦਿੱਤੇ ਕਿ ਮੈਨੂੰ ਖੁਦਾ ਨੇ ਦੱਸ ਦਿੱਤਾ ਹੈ ਕਿ ਇਹਦੇ ਹਾਲ ਤੂੰ ਰਿਸ਼ਤਾ ਮੰਗ ਇਹਨਾਂ ਦਾ। ਉਹ ਜਿਲੇ ਇਹਨੇ ਰਿਸ਼ਤਾ ਮੰਗਿਆ ਤੇ ਮਗਰ ਲੱਗਾ ਰਿਹਾ। ਉਹਦੇ ਇਹ ਹੱਥ ਉਸੇ ਦੌਰਾਨ ਹੀ ਹੈ ਜਿਸੇ ਦੌਰਾਨ ਇਹ ਰਿਸ਼ਤਾ ਮੰਗਦਾ ਸੀ ਪਿਆ ਹੀ ਤੇ ਉਦੋਂ ਤੱਕ, ਜਦੋਂ ਤੱਕ ਇਹ ਰਿਸ਼ਤਾ ਮੰਗਦਾ ਸੀ ਪਿਆ ਤੇ ਉਦੋਂ ਤੱਕ ਉਹ ਮੁਸਲਮਾਨ ਸਨ, ਉਹ ਠੀਕ ਸਨ ਸਾਰੇ। ਜੋ ਹੀ ਇਹਨੇ ਉਹਨਾਂ ਨੂੰ ਕਿਹਾ ਨਾ ਕਿ ਮੈਨੂੰ ਤਾਂ ਹੁਣ ਇਲਾਮ ਹੋ ਗਏ ਨੇ, ਤੇ ਉਹਨਾਂ ਕਿਹਾ ਸੀ ਤੇ ਤੈਨੂੰ ਮੰਨਦੇ ਹੀ ਨਹੀਂ ਆ, ਤੇਰੇ ਇਲਾਮਾਂ ਤੇ ਸਾਨੂੰ ਯਕੀਨ ਹੀ ਨਹੀਂ ਹੈ, ਤੂੰ ਤਾਂ ਝੂਠ ਬੋਲਣਾ।
ਤੈਨੂੰ ਖੁਦਾ ਇਲਹਾਮ ਹੀ ਨਹੀਂ ਕਰਦਾ, ਤੈਨੂੰ ਤਾਂ ਕੋਈ ਸ਼ੈਤਾਨ ਇਲਹਾਮ ਕਰਦਾ ਹੈ। ਤੇ ਨਾ ਸੀ ਤੈਨੂੰ ਇਹਨੇ ਉਹਨਾਂ ਤੇ ਇਲਜ਼ਾਮ ਲਾਣਾ ਸ਼ੁਰੂ ਕਰ ਦਿੱਤਾ। ਦੇਖੋ ਜੀ, ਇਹਨਾਂ ਨੇ ਮੇਰੀ ਤੋਹੀਨ ਕੀਤੀ ਹੈ, ਲਿਹਾਜ਼ਾ ਮੇਰੀ ਤੋਹੀਨ ਕਰਨਾ ਇਸਲਾਮ ਦੀ ਤੋਹੀਨ ਹੈ, ਮੇਰੀ ਤੋਹੀਨ ਕਰਨਾ ਕੁਰਾਨ ਦੀ ਤੋਹੀਨ ਹੈ, ਮੇਰੀ ਤੋਹੀਨ ਕਰਨਾ ਅੱਲਾਹ ਤਾਲਾ ਦੀ ਤੋਹੀਨ ਹੈ। ਇਹਨੇ ਉਹ ਸਾਰੇ ਇਲਜ਼ਾਮ ਲਾਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ। ਉਹ ਉਹਨਾਂ ਚੁੱਕ ਕੇ ਇਹਦਾ ਇੱਕ ਇਸ਼ਤਿਹਾਰ ਜਿਹੜਾ ਹੈ ਉਹ ਅਖਬਾਰ ਈਸਾਈਆਂ ਦਾ ਜਿਹੜਾ ਨੂਰ ਅਫਸ਼ਾਂ, ਉਹਦੇ ਵਿੱਚ ਜਾ ਛਾਇਆ ਕਰਵਾਇਆ। ਇਹਦੇ ਲਾਗੀ ਕੱਪੜਿਆਂ ਨੂੰ ਅੱਗ, ਉਹ ਵੀ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਜਾ ਕੇ ਛੁਪਵਾ ਦਿੱਤਾ ਸੀ। ਮੁਹੰਮਦੀ ਬੇਗਮ ਜਾਂ ਉਹਨਾਂ ਦੇ ਵਾਲਿਦ ਸਾਹਿਬ ਨੇ ਖੁਦ ਨਿਜ਼ਾਮਦੀਨ ਨੇ ਜਾ ਕੇ ਈਸਾਈਆਂ ਨੂੰ ਉਹ ਹੱਥ ਦੇ ਦਿੱਤਾ ਤੇ ਈਸਾਈਆਂ ਨੇ ਉਹ ਛਾਪ ਕੇ ਤੇ ਮਿਰਜ਼ੇ ਦੀ ਚੰਗੀ ਕਿਟ ਲਾਈ। ਜਦੋਂ ਮਿਰਜ਼ਾ ਸਾਹਿਬ ਨੂੰ ਇਹ ਗੱਲ ਪਤਾ ਲੱਗੀ ਤਾਂ ਮਿਰਜ਼ਾ ਸਾਹਿਬ ਦੇ ਲਾਗੀ ਕੱਪੜਿਆਂ ਨੂੰ ਅੱਗ। ਮਿਰਜ਼ਾ ਸਾਹਿਬ ਨੇ ਫਿਰ ਇਹ ਇਲਜ਼ਾਮ ਲਾਣੇ ਸ਼ੁਰੂ ਕਰ ਦਿੱਤੇ ਕਿ ਇਹਨਾਂ ਨੇ ਮੇਰਾ ਮੂੰਹ ਕਾਲਾ ਕਰਾ ਦਿੱਤਾ ਏ। ਉਹ ਜਿਹੜੇ ਈਸਾਈ ਜਿਹੜੇ ਨਬੀ ਪਾਕ ਦੀ ਤੋਹੀਨ ਕਰਦੇ ਨੇ, ਇਹ ਉਹਨਾਂ ਨਾਲ ਜਾ ਕੇ ਮਿਲ ਗਏ ਨੇ। ਇਹਨੇ ਉਹ ਸਾਰਾ ਡਰਾਮਾ ਸ਼ੁਰੂ ਕਰ ਦਿੱਤਾ, ਜਿਹੜਾ ਇਹ ਸਾਰਾ ਹੁਣ ਕਾਦੀਆਨੀ ਸ਼ੁਰੂ ਤੋਂ ਹੀ ਸ਼ੁਰੂ ਕਰ ਲੈਂਦੇ ਨੇ। ਹਾਲਾਂਕਿ ਇਹ ਡਰਾਮਾ ਪਹਿਲੇ ਤੋਂ ਸ਼ੁਰੂ ਨਹੀਂ ਹੋਇਆ, ਪਹਿਲੇ ਤਾਂ ਗੱਲ ਇੱਥੋਂ ਸ਼ੁਰੂ ਹੋਈ। ਉਹ ਜ਼ਮੀਨ ਮੰਗਣ ਆਇਆ ਇਹਦੇ ਕੋਲੋਂ ਸਾਈਨ ਕਰਵਾਉਣ ਵਾਸਤੇ, ਤੇ ਇਹਨੇ ਕੁੜੀ ਦਾ ਰਿਸ਼ਤਾ ਮੰਗ ਲਿਆ ਉਹ ਵਿੱਚ ਗੇਮ ਪਾ ਕੇ ਇਲਹਾਮ ਸ਼ਾਮ ਤੇ। ਉਹਨਾਂ ਕਿਹਾ ਅਸੀਂ ਤੈਨੂੰ ਮੰਨਦੇ ਨਹੀਂ ਹੈ ਤੇਰੇ ਇਲਹਾਮਾਂ ਨੂੰ, ਤੂੰ ਜਾ ਕੰਮ ਕਰ ਆਪਣਾ। ਮੁਹੰਮਦੀ ਬੇਗਮ ਨੇ ਇਨਕਾਰ ਕਰ ਦਿੱਤਾ ਰਿਸ਼ਤੇ ਤੋਂ। ਇਹਨੇ ਬੜੀ ਉਹਨਾਂ ਦੀਆਂ ਮਿੰਨਤਾਂ ਸ਼ਿੰਤਾਂ ਕੀਤੀਆਂ ਲੇਕਿਨ ਉਹ ਨਹੀਂ ਮੰਨੇ। ਉਧਰੋਂ ਇਹਨੇ ਇਲਹਾਮ ਕਰ ਦਿੱਤੇ ਅਸੀਂ ਕਿ ਮੈਨੂੰ ਖੁਦਾ ਨੇ ਦੱਸ ਦਿੱਤਾ ਕਿ ਤੇਰਾ ਨਿਕਾਹ ਇਹਦੇ ਨਾਲ ਹੋਣਾ ਹੀ ਹੋਣਾ, ਹੁਣ ਜੇ ਨਾ ਹੋਇਆ ਤੇ ਇਹ ਕੰਮ ਹੋਣਗੇ। ਤੇ ਹੁਣ ਅਗਰ ਮੇਰਾ ਨਿਕਾਹ ਨਹੀਂ ਹੁੰਦਾ ਤੇ ਮੈਂ ਝੂਠਾ ਹੁੰਨਾ, ਮੇਰੇ ਇਲਹਾਮ ਝੂਠੇ ਹੁੰਦੇ ਨੇ। ਇਹਨੇ ਉਹ ਫਿਰ ਬਲੈਕਮੇਲ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਇਹਨਾਂ ਮੇਰੀ ਤੋਹੀਨ ਨਹੀਂ ਕੀਤੀ, ਇਹਨਾਂ ਨੇ ਖੁਦਾ ਦੀ ਤੋਹੀਨ ਕੀਤੀ ਹੈ, ਇਲਹਾਮ ਦੀ ਤੋਹੀਨ ਕੀਤੀ ਹੈ, ਵਹੀ ਦੀ ਤੋਹੀਨ ਕੀਤੀ ਹੈ, ਕੁਰਾਨ ਦੀ ਤੋਹੀਨ ਕਰ ਦਿੱਤੀ ਹੈ। ਜਿਸ ਤਰ੍ਹਾਂ ਇਹ ਕਹਿੰਦਾ ਨਾ ਅਗਰ ਮੈਂ ਝੂਠਾ ਤਾਂ ਸਾਰਾ ਇਸਲਾਮ ਝੂਠਾ। ਇਹ ਮਿਰਜ਼ੇ ਕਾਦੀਆਨੀ ਦੀ ਅਸਲ ਦੇ ਵਿੱਚ ਉਹਨਾਂ ਨੇ ਜਿਹੜੀ ਕੀਤੀ ਮਾਂ ਭੈਣ ਇੱਕ, ਉਹਦਾ ਇਹਨੇ ਚੁੱਕ ਕੇ ਇਸਲਾਮ ਦੇ ਉੱਤੇ ਤੇ ਇਹ ਸਾਰੇ ਗੁਸਤਾਖੀ ਦੇ ਫਤਵੇ ਲਾਣੇ ਸ਼ੁਰੂ ਕਰ ਦਿੱਤੇ। ਇਹ ਅਸਲ ਗੇਮ ਜਿਹੜੀ ਮਰਜ਼ਈਆਂ ਨੂੰ ਨਹੀਂ ਦੱਸੀ ਗਈ। ਮਰਜ਼ਈਆਂ ਨੂੰ ਗੇਮ ਇੱਥੋਂ ਸ਼ੁਰੂ ਤੋਂ ਦੱਸੀ ਗਈ ਹੈ ਕਿ ਉਹ ਤੇ ਬੜੇ ਗੁਸਤਾਖ ਸਨ। ਉਹ ਤੇ ਗੱਲ ਨਾਲ ਨਬੀ ਪਾਕ ਨੂੰ ਨਾਉਜ਼ ਬਿਲਲਾ ਗਾਲਾਂ ਕੱਢਦੇ ਸਨ, ਇਸਲਾਮ ਦੇ ਉੱਤੇ ਉਹ ਇੰਜ ਇਤਰਾਜ਼ ਕਰਦੇ ਸਨ। ਤੇ ਮਿਰਜ਼ਾ ਸਾਹਿਬ ਨੂੰ ਖੁਦਾ ਨੇ ਕਿਹਾ ਇੱਕ ਤਰੀਕਾ ਹੀ ਹੈ ਇਹਨਾਂ ਦੇ ਕੋਲੋਂ ਇਹ ਕੰਮ ਛਡਵਾਉਣ ਦਾ ਕਿ ਇਹਨਾਂ ਕੋਲੋਂ ਰਿਸ਼ਤਾ ਮੰਗ ਲੈ। ਲੱਖ ਦੀ ਲਾਨਤ ਤੁਹਾਡੇ ਤੇ, ਉਹ ਝੂਠਿਓ, ਉਹ ਕਜ਼ਾਬੋ, ਉਹ ਦਜਾਲੋ, ਉਹ ਆਪਣੇ ਲੋਕਾਂ ਨੂੰ ਤੇ ਕਮ ਸੇ ਕਮ ਸੱਚ ਦੱਸੋ। ਇਹ ਤੇ ਹੈ ਹੀ ਮਲੰਗ ਨੇ ਜਿਹੜੇ ਚੰਦਾ ਦਿੰਦੇ ਨੇ ਪਏ। ਇਹਨਾਂ ਤੇ ਜ਼ਿੰਦਗੀ ਦੇ ਵਿੱਚ ਨਹੀਂ ਕਦੇ ਜਾ ਕੇ ਮਿਰਜ਼ਾ ਕਾਦੀਆਨੀ ਦੀ ਕਿਤਾਬ ਪੜ੍ਹੀ ਹੋਣੀ, ਆਇਨਾ ਕਮਲਾਤ ਇਸਲਾਮ ਜਿਹੜੀ ਪੜ੍ਹ ਕੇ ਸੁਣਾਈ ਅੱਗੇ ਅਸਾਂ, ਕਿ ਉੱਥੇ ਉਹ ਕੀ ਲਿਖ ਰਿਹਾ ਹੈ ਕਿ ਇਹ ਕੰਮ ਕਿੱਥੋਂ ਸ਼ੁਰੂ ਹੋਇਆ। ਤੇ ਇਹ ਡਿਫੈਂਡ ਕਰਨ ਬਹਿੰਦੇ ਨੇ। ਉਸ ਦਿਨ ਉਹ ਓਪਨ ਆਈਜ਼ ਦੀ ਬਰਾੜ ਤੇ ਕਾਹਲੂ ਡਿਫੈਂਡ ਕਰਨ ਬੈਠਾ ਸੀ, ਉਹਨੇ ਵੀ ਇੱਥੋਂ ਸ਼ੁਰੂ ਕੀਤਾ। ਤੇ ਅੱਜ ਉਹ ਬਹਿ ਕੇ ਉੱਥੇ ਲੱਗਿਆ ਸੀ, ਉਹਨੇ ਵੀ ਇੱਥੋਂ ਸ਼ੁਰੂ ਕੀਤਾ ਕਿ ਇਹ ਤਾਂ ਸਾਰਾ ਜਿਹੜਾ ਹਾਲਾਂਕਿ ਖਾਨਦਾਨ ਵੀ ਇਹਨਾਂ ਦਾ ਆਪਣਾ। ਜੇ ਉਹ ਸਨ ਮੁਲਹਿਦ ਤੇ ਕਾਫਰ ਤੇ ਫਿਰ ਤੂੰ ਵੀ ਕਾਫਰ ਸੀ, ਤੂੰ ਵੀ ਮੁਲਹਿਦ ਸੀ, ਕਿਉਂਕਿ ਇੱਕੋ ਖਾਨਦਾਨ ਦੇ ਹੋ ਤੇ ਤਾਂ ਹੀ ਜ਼ਮੀਨ ਵੰਡਣ ਲੱਗੇ ਹੋ ਨਾ। ਕਿਸੇ ਬਾਹਰ ਦੇ ਤੇ ਹੈ ਕੋਈ ਨਹੀਂ ਜਿਹੜੀ ਜ਼ਮੀਨ 'ਤੇ ਵੰਡਦੇ ਹੋ ਜਾਂ ਸਾਇਨ ਪੇ ਕਰਨ ਕਰਾਉਣ ਦਾ। ਖਾਨਦਾਨ ਦੇ ਵਿੱਚ ਲੋਕ ਹੋਵਣ ਤੇ ਉਹ ਲੋਕ ਹਿਬਾ ਕਰਵਾਉਂਦੇ ਨੇ ਨਾ, ਬਾਹਰ ਉੱਠ ਕੇ ਤਾਂ ਨਹੀਂ ਕੋਈ ਹਿਬਾ ਕਰਾਉਂਦਾ। ਤੇ ਜੇ ਉਹ ਮੁਹੰਮਦੀ ਬੇਗਮ ਤੇ ਉਹਦਾ ਖਾਨਦਾਨ ਹੀ ਸਾਰਾ ਬਕੋਲ ਇਹਨਾਂ ਦੇ ਮੁਲਹਿਦ ਸੀ ਤੇ ਕਾਫਰ ਸੀ, ਤੇ ਸਭ ਤੋਂ ਪਹਿਲੇ ਤੇ ਮਿਰਜ਼ਾ ਕਾਦੀਆਨੀ ਵੀ ਕਾਫਰ ਤੇ ਮੁਲਹਿਦ ਹੋ ਗਿਆ। ਫੇਰ ਤੇ ਝੂਠੋ ਝੂਠ ਚੁਤਾਲੀ, ਅਕਲ ਹੀ ਕੋਈ ਨਹੀਂ ਇਹਨਾਂ ਲੋਕਾਂ ਨੂੰ। ਇੱਥੇ ਨਾ ਸਵਾਲ ਇੱਕ ਬਣਦਾ ਹੈ ਕਿ ਮੁਹੰਮਦੀ ਬੇਗਮ ਦੇ ਜਿਹੜੇ ਦਾਦਕੇ ਨੇ ਉਹ ਹੁਸ਼ਿਆਰਪੁਰੀ ਨੇ। ਅਸਲ ਰਿਸ਼ਤਾ ਮੈਂ ਤੁਹਾਨੂੰ ਦੱਸਣਾ ਵਾ ਕਿ ਮਿਰਜ਼ਾ ਕਾਦੀਆਨੀ ਦੇ ਚਾਚੇ ਦੇ ਪੁੱਤਰ ਨੇ ਦੋ, ਇੱਕ ਦਾ ਨਾਂ ਨਿਜ਼ਾਮਦੀਨ, ਇੱਕ ਦਾ ਨਾਂ ਮਾਮਦੀਨ ਹੈ। ਉਹਨਾਂ ਦੀ ਭੈਣ ਹੈ ਉਹ ਹੈ ਮੁਹੰਮਦੀ ਬੇਗਮ ਦੀ ਵਾਲਦਾ, ਯਾਨੀ ਮਿਰਜ਼ਾ ਕਾਦੀਆਨੀ ਦੇ ਚਾਚੇ ਦੀ ਧੀ ਹੈ ਜਿਹੜੀ, ਉਹਦੀ ਇੱਕ ਬੇਟੀ ਹੈ ਮੁਹੰਮਦੀ ਬੇਗਮ। ਲੇਕਿਨ ਮਿਰਜ਼ਾ ਕਾਦੀਆਨੀ ਦੀ ਜਿਹੜੀ ਚਾਚੇ ਦੀ ਧੀ ਹੈ ਉਹ ਮਿਰਜ਼ਾ ਕਾਦੀਆਨੀ ਦੇ ਨਾਨਕੇ ਪਿੰਡ ਵਿਆਹੀ ਹੈ। ਮਿਰਜ਼ਾ ਕਾਦੀਆਨੀ ਦੇ ਨਾਨਕੇ ਨੇ ਹੁਸ਼ਿਆਰਪੁਰ। ਹੁਸ਼ਿਆਰਪੁਰ ਕਾਦੀਆਨ ਤੋਂ ਕਾਫੀ ਦੂਰ ਹੈ ਤੇ ਹੁਸ਼ਿਆਰਪੁਰ ਇਹ ਮੁਲਹਿਦ ਸਨ ਜਾਂ ਇਹ ਜਿਹੜੇ ਚਾਚੇ ਦੇ ਪੁੱਤਰ ਸਨ ਇਹ ਮੁਲਹਿਦ ਸਨ। ਕਿਸੇ ਮਰਜ਼ਾਈ ਨੂੰ ਪੁੱਛ ਲਓ ਵੇ ਜਿੰਨਾ ਪਹਿਲੇ ਤੇ ਇਹ ਦੱਸੋ ਮਿਰਜ਼ਾ ਕਾਦੀਆਨੀ ਜਿਨ੍ਹਾਂ ਦੇ ਮੱਥੇ ਲਾਂਦਾ ਹੈ
ਕਿ ਉਹ ਮੁਲਹਿਦ ਸਨ ਤੇ ਦੀਨ ਦੇ ਗੁਸਤਾਖ ਸਨ। ਕੌਣ ਹੈ, ਕਿਹਨਾਂ ਦੀ ਗੱਲ ਕਰਦਾ ਮੈਂ? ਯਾਨੀ ਮੁਹੰਮਦੀ ਬੇਗਮ ਦੇ ਜਿਹੜੇ ਅਸਲ ਵਾਲਦ ਹੈ ਅਹਿਮਦ ਬੇਗ, ਉਹ ਤੇ ਹੁਸ਼ਿਆਰਪੁਰ ਦਾ ਹੈ, ਔਰ ਉਹਦੇ ਭਰਾ ਅਹਿਮਦ ਬੇਗ ਦੇ ਜਾਂ ਫੈਮਿਲੀ ਜਿਹੜੀ ਉਹ ਤੇ ਸਾਰੇ ਹੁਸ਼ਿਆਰਪੁਰ ਦੇ ਨੇ ਨਾ। ਤੇ ਹੁਸ਼ਿਆਰਪੁਰੀ ਇਹ ਮੁਲਹਿਦ ਨੇ ਜਾਂ ਜਿਹੜੇ ਕਾਦੀਆਨ ਦੇ ਚਾਚੇ ਦੇ ਪੁੱਤਰ ਨੇ ਤੇ ਚਾਚੇ ਦੀ ਧੀ ਇਹ ਮੁਲਹਿਦ ਨੇ? ਕਿਸੇ ਮਰਜ਼ਾਈ ਨੂੰ ਸਵਾਲ ਪੁੱਛੋ ਜੇ ਜਵਾਬ ਦੇ ਗਿਆ ਮੈਨੂੰ ਜੁਰਮਾਨਾ ਪਾ ਦਿਓ। ਦੂਜੀ ਗੱਲ ਇਹ ਹੈ ਕਿ ਇਹ ਤੇ ਸਿਰਫ ਔਰ ਸਿਰਫ ਝੂਠ ਹੈ, ਇਹਦੀ ਤੇ ਕੋਈ ਦਲੀਲ ਹੀ ਨਹੀਂ, ਕੋਈ ਸਬੂਤ ਹੀ ਨਹੀਂ ਹੈ। ਇਹਦੇ ਬਾਰਕਸ ਦਲੀਲਾਂ ਮੌਜੂਦ ਨੇ ਕਿ ਇਹ ਉਹਨਾਂ ਨੂੰ ਮੁਸਲਮਾਨ ਕਹਿ ਕੇ ਮੁਖਾਤਬ ਕਰਦਾ ਪਿਆ ਅਹਿਮਦ ਬੇਗ ਨੂੰ, ਉਹਨਾਂ ਨੂੰ ਦੀਨ ਦੇ ਤੇ ਕੁਰਾਨ ਦੇ ਤੇ ਕਸਮਾਂ ਦੇ ਵਾਸਤੇ ਪਾਉਂਦਾ ਪਿਆ ਤੇ ਕੁੜੀ ਦਾ ਸਾਗ ਦੇ ਛੜ ਮੈਨੂੰ। ਜੇ ਉਹ ਮੁਲਹਿਦ ਹੋਣ ਤਾਂ ਮੁਲਹਿਦਾਂ ਨੂੰ ਕੌਣ ਇਹੋ ਜਿਹੀ ਦਲੀਲ ਦਿੰਦਾ ਹੈ? ਨਹੀਂ ਅਮਰ ਭਾਈ, ਉਹ ਮੁਸਲਮਾਨ ਉਦੋਂ ਤੱਕ ਸਨ ਜਦੋਂ ਤੱਕ ਇਹ ਰਿਸ਼ਤਾ ਮੰਗਦਾ ਸੀ ਪਿਆ। ਜਦੋਂ ਉਹਨਾਂ ਨੇ ਇਨਕਾਰ ਕੀਤਾ ਉਦੋਂ ਇਹ ਕੰਮ ਸ਼ੁਰੂ ਕੀਤਾ ਇਹਨੇ ਕਿ ਮੇਰੇ ਕੱਪੜੇ ਸੜ ਗਏ, ਇਹਨਾਂ ਤੇ ਮੇਰਾ ਛੜੇ ਹੀ ਨਾ ਮੂੰਹ, ਮੇਰਾ ਤਾਂ ਮੂੰਹ ਕਾਲਾ ਕਰਾ ਦਿੱਤਾ ਹੈ ਕਸਾਈਆਂ ਅੱਗੇ, ਮੇਰੇ ਪੱਲੇ ਤੇ ਰਿਹਾ ਹੀ ਕੱਖ ਨਹੀਂ। ਫਿਰ ਇਹ ਫੜਕਿਆ ਇਹ ਤੇ ਫਿਰ ਇਹਨੇ ਇਲਜ਼ਾਮ ਬਾਜ਼ੀਆਂ ਸ਼ੁਰੂ ਕੀਤੀਆਂ ਨੇ। ਮਰਜ਼ਈ ਘਰੋਂ ਤੇ ਨਹੀਂ ਨਾ ਲੈ ਕੇ ਆਏ ਇਲਜ਼ਾਮ, ਇਹ ਮਿਰਜ਼ਾ ਕਾਦੀਆਨੀ ਦਾ ਹੀ ਘੜਿਆ ਹੋਇਆ ਇਲਜ਼ਾਮ ਹੈ ਨਾ, ਜਿਹੜਾ ਇਹ ਮਰਜ਼ਈ ਲੈ ਫਿਰਦੇ ਨੇ। ਜਦੋਂ ਤੱਕ ਰਿਸ਼ਤਾ ਮੰਗਦਾ ਸੀ ਪਿਆ ਉਦੋਂ ਤੱਕ ਮੁਸਲਮਾਨ ਵੀ ਸਨ, ਸਾਰਾ ਕੁਝ ਠੀਕ ਸੀ। ਉਹ ਹੱਥ ਵੀ ਤੁਸੀਂ ਜਿਹੜਾ ਪੇਸ਼ ਕੀਤਾ ਏ, ਜਿਹੜਾ ਲਿਖ ਕੇ ਉਹਨਾਂ ਦੀ ਹਾਲ ਪੁੱਛਦਾ ਪਿਆ, ਉਹ ਨਿੱਕੇ ਦਾ ਹਾਲ ਪੁੱਛਦਾ ਪਿਆ, ਤੇ ਫਿਰ ਉਹ ਕੋਈ ਫੋਤਗੀ ਹੋਈ ਹੈ ਤੇ ਉਹਦੇ ਤੇ ਉਹ ਇਜ਼ਹਾਰੇ ਦੁੱਖ ਪਿਆ ਕਰਦਾ ਏ। ਉਹਨਾਂ ਦੇ ਨਾਲ ਉਹ ਲੱਗੇ ਆ ਬੜੀਆਂ ਪਿਆਰ ਮੁਹੱਬਤਾਂ बढ़ाਣ ਕੇ, ਚਲੋ ਕੀ ਪਤਾ ਰਿਸ਼ਤਾ ਹੋ ਜਾਵੇ। ਉਹ ਇਹਦੇ ਨਾਲ ਜਿਹੜੇ ਹੁਸ਼ਿਆਰਪੁਰ ਵਾਲੇ ਸਨ ਨਾ ਅਹਿਮਦ ਬੇਗ ਹੋਰੀ, ਉਹ ਇਹਦੇ ਨਾਨਕੇ ਸਨ, ਮਾਮੇ ਦੇ ਪੁੱਤਰ ਲੱਗਦੇ ਸਨ। ਇਹ ਜਿਹੜੇ ਨੇ ਇਹਦੇ ਚਾਚੇ ਦੇ ਪੁੱਤਰ ਸਨ, ਜਿਹੜੇ ਮੁਹੰਮਦੀ ਬੇਗਮ ਦੇ ਨਾਨਕੇ ਨੇ। ਇਹਨਾਂ ਚ ਮੁਲਹਿਦ ਕਿਹੜਾ ਹੈ? ਤੇ ਇਹ ਤੇ ਝੂਠ ਬੋਲਿਆ ਪਹਿਲਾਂ ਤੇ ਬਿਲਕੁਲ ਇਹਨਾਂ ਮਰਜ਼ਾਈਆਂ ਨੂੰ ਧੋਖਾ ਦੇਣ ਵਾਸਤੇ। ਤੇ ਜੇ ਬਿਲ ਫਰਜ਼ ਮੰਨ ਵੀ ਕੋਈ ਬੰਦਾ ਲੇ ਭਾਈ, ਚਲੋ ਅਗਾਂ ਟੁਰਨ ਵਾਸਤੇ, ਗੱਲ ਨੂੰ ਅਗਾਂ ਟੁਰਨ ਵਾਸਤੇ ਸਬੂਤ ਤੇ ਤੁਹਾਡੇ ਕੋਲ ਹੈ ਕੋਈ ਨਹੀਂ, ਗੱਲ ਨੂੰ ਅਗਾਂ ਟੁਰਨ ਵਾਸਤੇ ਇੱਕ ਮਿੰਟ ਵਾਸਤੇ ਮੰਨ ਲਿਆ ਕਿ ਉਹ ਖੁਦਾ ਦੇ ਵੀ ਮੁਨਕਰ, ਖੁਦਾ ਦੇ ਰਸੂਲ ਦੇ ਵੀ ਮੁਨਕਰ, ਕਿਤਾਬਾਂ ਦੇ ਵੀ ਮੁਨਕਰ, ਤੇ ਜਿਹੜਾ ਮੁਨਕਰ ਹੋਵੇ ਉਹਨੂੰ ਬਲੈਕਮੇਲ ਕਰੀਏ ਤੇ ਉਹ ਕਾਇਲ ਹੋ ਜਾਂਦਾ ਹੈ, ਉਹ ਸਿੱਧੀ ਰਾਹ ਤੇ ਆ ਜਾਂਦਾ ਹੈ। ਕਿਆ ਉਹ ਦੀਨ ਦੀ ਗੱਲ ਮੰਨ ਲੈਂਦਾ? ਉਹ ਤੇ ਆਖਦਾ ਤੂੰ ਬੜਾ ਵੱਡਾ ਬਲੈਕੀਆ ਹੈ, ਤੂੰ ਦੀਨਦਾਰ ਕਦ ਹੈ? ਤੂੰ ਤੇ ਫਰਾਡੀਆਂ ਹੈ, ਤੂੰ ਮੇਰੀ ਧੀ ਦਾ ਰਿਸ਼ਤਾ ਜ਼ਮੀਨ ਦੇ ਕਾਗਜ਼ਾਂ ਵਾਸਤੇ ਦਸਖਤ ਦੇ ਬਦਲੇ ਮੰਗਣਾ ਪਿਆ, ਜ਼ਮੀਨ ਤੇ ਕਾਗਜ਼ਾਤ ਉੱਤੇ ਦਸਖਤ ਕਰਨ ਦੇ ਬਦਲੇ ਮੰਗਣਾ ਪਿਆ, ਤੇ ਨਾਲ ਮੈਨੂੰ ਪਿਆ ਨੇ ਮੈਂ ਤੈਨੂੰ ਦੀਨ ਦੀ ਇੱਕ ਸਵਾਲ ਲੈ ਲਓ ਜ਼ਿਮਨਨ ਕਿ ਮੁਨਕਰ ਕੋਲੋਂ ਧੀ ਲਈ ਜਾ ਸਕਦੀ ਹੈ? ਚਲੋ रिश्ता ते धी दा लिया जा मुनकर नहीं, शातम का लफ्ज इस्तेमाल करें। क्या शातम की बेटी ली जा सकती है? शातम को नहीं ली जा सकती, बिल्कुल। चलो ठीक है, अगर मुनकर कहे तो शातम पा लो, शातम दी कोलों धी ਲਈ ਜਾ ਸਕਦੀ ਹੈ? नहीं। ਤੇ ਫਿਰ ਉਹਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਮੁਹੰਮਦੀ ਬੇਗਮ ਦੀ ਫੋਟੋਆਂ ਵੀ ਆਉਂਦੀਆਂ ਨੇ ਗੁੱਲ ਦੇ ਉੱਤੇ, ਤੇ ਕਿਹੜੀ ਕੋਈ ਜੀ ਜਨਾਨੀ ਤੇ ਮਰਨ ਲੱਗਾ ਹੈ, ਉਹਨੂੰ ਨੰਗਾ ਵੇਖਣ ਲੱਗਾ, ਕਿਹੜਾ ਕੁਛ ਹੈ ਵੇ ਕਿ ਤੌਬਾ ਇਸਤਗਫਾਰ ਕੀ ਆਖੇ ਬੰਦਾ? ਕੋਈ ਸ਼ਰੀਫ ਨਫਸ ਨਬੀ ਤੇ ਬਹੁਤ ਵੱਡੇ, ਵਲੀ ਤੇ ਬਹੁਤ ਵੱਡੇ, ਕੋਈ ਸ਼ਰੀਫ ਨਫਸ ਇਨਸਾਨ ਵੀ ਇਹੋ ਜਿਹਾ ਕਰ ਸਕਦਾ ਕੰਮ ਜਿਹੋ ਜਿਹਾ ਕੰਮ ਪਾਇਆ? ਨਹੀਂ, ਗੱਲ ਪਿੱਛੋਂ ਟੁਰ ਕੇ ਆਈ ਹੈ ਨਾ, ਬੁੱਤੀਆਂ ਤੋਂ ਬਣ ਕੇ ਆਓਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਨਾ। ਜਦੋਂ ਅਸੀਂ ਦੌੜਦੇ ਸਾਂ ਤੇ ਕਹਿੰਦੇ ਹਨ ਬੁੱਤੀਆਂ ਤੋਂ ਬਣ ਕੇ ਆਓ, ਜਿੱਥੇ ਪਿੱਛੇ ਬੁੱਤੀਆਂ ਨੇ ਨਾ ਲਾਈਆਂ ਨਿਸ਼ਾਨ ਲਾ, ਉੱਥੋਂ ਦੌੜ ਕੇ ਆਓ। ਅਸਲ ਗੱਲ ਇਹ ਹੈ ਕਿ ਮਿਰਜ਼ਾ ਕਾਦੀਆਨੀ ਪੈਦਾ ਹੋਇਆ 1839-40 ਚ, ਇਹਦਾ 1852-53 ਚ ਕਿਰੇ ਵਿਆਹ ਖੜਕਾ ਦਿੱਤਾ ਮਾਪਿਆਂ ਨੇ ਹੁਰਮਤ ਬੀਬੀ ਨਾਲ। ਉਹਦਾ ਥੋੜਾ ਰੰਗ ਸਾਂਵਲਾ ਸੀ, ਤੇ ਪਹਿਲਾਂ ਤੇ ਉਹ 13-14 ਸਾਲ ਦਾ ਮੁੰਡਾ ਸੀ, ਤੇ ਇਹਨੂੰ ਸ਼ੌਕ ਸੀ ਵਿਆਹ ਦਾ, ਤੇ ਅੱਲਾਹ ਤਾਲਾ ਨੇ ਮੁੰਡੇ ਵੀ ਦੋ ਦੇ ਛੜੇ 2-3 ਸਾਲਾਂ ਚ। ਉਹਦੇ ਬਾਅਦ ਇਹਦਾ ਦਿਲ ਚੜ ਗਿਆ ਉਸ ਜ਼ਨਾਨੀ ਤੋਂ। ਹੁਰਮਤ ਬੀਬੀ ਨਾਲ ਖੁਦ ਇਹਦੇ ਆਪਣੇ ਬੇਟੇ ਨੇ ਸੀਰਤੁਲ ਮਹਿਦੀ ਚ ਲਿਖਿਆ ਹੈ ਕਿ ਇਜ਼ਦਵਾਜੀ ਤਲਕਾਤ ਹੀ ਮੁਨਕਤੇ ਕੀਤੀ ਰੱਖੇ ਨੇ। ਜ਼ਿੱਦੀ ਸੀ ਬੜਾ, नेचुरली ये बड़ा जिद्दी और हट धर्म आदमी सी। ऐसा भी जिद्दी हुंदा, सारे मियाँ बीवी, तुसीं जेहड़े मियाँ बीवी वाले हो ना, तुहानूं पता है कि कोई घर ऐसा नहीं जिथे मियाँ बीवी दी लड़ाई नहीं हुंदी, नाराजगी भी हो जाती है, किसी वे दिल भी नहीं करता कि इस बीवी दे नाल हुण गल भी करिए, ऐसी बदतमीज है, इस तरह गल करदी है मेरे नाल अगों। फिर 2-3 दिन बाद राजी हो जाइदा। अल्लाह ताला ने रिश्ता ही ऐसा रखिया है, घर दे विच इक्को ज रहना है, वो तुहाडा लिबास है, तुसीं ओहदा लिबास हो, आखिर बंदा राजी हो जाए। ये ऐसा जिद्दी और हट धर्म आदमी सी, साल हा साल
ਇਹਨੇ ਉਹਦੇ ਤੋਂ ਬਿਸਤਰ ਲਹਿਦਾ ਕੀਤੀ ਰੱਖਿਆ ਪਤਾ ਕਿ 25 साल आमन रजीक साहब 25 साल 25 ਸਾਲ ਹਾਂਜੀ ਹੱਤਾ ਕਿ ਜਦੋਂ ਇਹ ਸਿਆਲਕੋਟ ਗਿਆ ਨਾ ਤੇ ਸਿਆਲਕੋਟ ਤੋਂ ਕਾਦੀਅਨ ਕਿੰਨਾ ਪਿੰਡ ਹੈ ਕਿੰਨੇ ਕਿ ਕਿਲੋਮੀਟਰ ਬਣਦੇ ਨੇ 4 ਸਾਲ ਇਹ ਬੰਦਾ ਸਿਆਲਕੋਟ ਰਿਹਾ ਕਾਦੀਅਨ ਨਹੀਂ ਵੜਿਆ ਜੇ ਘਰ ਹੈ ਸੀ ਤਾਂ ਵੀ ਮੰਜੀ ਵੱਖਰੀ ਸੀ ਉਹਦੇ ਨੇੜੇ ਨਹੀਂ ਸੀ ਹੁੰਦਾ ਤੇ ਜੇ ਸਿਆਲਕੋਟ ਗਿਆ ਤੇ ਸਿਆਲਕੋਟ ਕਾਦੀਅਨ ਨਹੀਂ ਆਇਆ आमिर साहब ਲੈਕਚਰ ਸਿਆਲਕੋਟ ਦੇ ਵਿੱਚ ਤੇ ਕਹਿੰਦਾ ਕਿ ਮੈਂ 7 ਸਾਲ ਇਸ ਸ਼ਹਿਰ ਦੇ ਵਿੱਚ ਰਿਹਾ ਲੈਕਚਰ ਸਿਆਲਕੋਟ ਨਹੀਂ 1864 ਤੋਂ 68 ਵਿੱਚ ਰਿਹਾ 7 ਸਾਲ ਕਿੱਥੇ ਰਿਹਾ ਉਹ ਤੇ ਬੇਟੇ ਦੇ ਮੁਤਾਬਕ ਹੈ ਨਾ ਲੇਕਿਨ ਲੈਕਚਰ ਸਿਆਲਕੋਟ ਦੇ ਵਿੱਚ ਜਦੋਂ ਇਹਨੇ ਉੱਥੇ ਜਾ ਕੇ ਲੈਕਚਰ ਦਿੱਤਾ ਸੀ ਉਹਦੇ ਵਿੱਚ ਇਹ ਕਹਿ ਰਿਹਾ ਹੈ ਕਿ ਮੈਂ 6 ਤੋਂ 7 ਸਾਲ ਇਸ ਸ਼ਹਿਰ ਦੇ ਵਿੱਚ ਰਿਹਾ ਇਹਦੀ ਗਿਣਤੀ ਇੰਜੇ ਦੀ ਹੁੰਦੀ ਸੀ ਇਹਦੀ ਜਮਾ ਤਫਰੀਕ ਇੰਜੇ ਦੀ ਹੁੰਦੀ ਸੀ 10 ਲੱਖ ਇਹਦੇ ਮੌਜਜ਼ੇ ਨੇ 10 ਲੱਖ ਤੋਂ ਤੈਨੂੰ ਗਿਣਤੀ ਨਹੀਂ ਸੀ ਆਉਂਦੀ ਇਹ ਜ਼ਰਾ ਇਬਾਰਤ ਸੁਣਿਓ ਆਮਰ ਸਾਹਿਬ ਇਸੇ ਚੀਜ਼ ਨੂੰ ਅੱਗੇ ਲੈ ਕੇ अच्छा इबारत सुनियो जरा हजारों की तादाद में लोग इस पेशगोई को जानते हैं जिनकी तादाद 10 लाख बनती है हजारों की तादाद में लोग जानते हैं जिनकी तादाद 10 लाख बनती है हजारों की तादाद में लोग इस पेशगोई को जानते हैं तादाद उन्होंने कितनी बनती है 10 लाख 10 लाख सुल्तानुल कलम अच्छा मैं कहना ही चाहता सी कि जदों इन्हें बिस्तर अलहदा किया ना बीवी तो ਤੇ ਮੈਂ ਹੁਣ ਅਗਲੇ ਲਫ਼ਜ਼ ਰਾਜਾ ਸਾਹਿਬ ਤੁਹਾਡੇ ਮਿਰਜ਼ਾ ਜੀ ਵਾਸਤੇ ਇਸਤੇਮਾਲ ਨਹੀਂ ਕਰਦਾ ਤੁਹਾਨੂੰ ਬੁਰਾ ਲੱਗੇਗਾ ਜਵਾਨ ਬੰਦਾ ਹੋਵੇ ਮੁੰਡਾ ਹੋਵੇ 24-25 ਸਾਲ ਦਾ ਤੇ ਜ਼ਿੱਦੇ ਚੜਿਆ ਹੋਵੇ ਮੈਂ ਜ਼ਨਾਨੀ ਦੇ ਨੇੜੇ ਨਹੀਂ ਲੱਗਣਾ ਤੇ ਆਪਣੀ ਜਿਸਮਾਨੀ ਖਾਹਿਸ਼ਾਤ ਕਿਸ ਤਰ੍ਹਾਂ ਪੂਰੀਆਂ ਕਰਦਾ ਸੀ ਗਲਤ ਸਮਝ ਜਾਂਦਾ ਦੇ ਅੰਦਰ ਕੋਈ ਦੋ ਰਾਏ ਹੈ ਵੇ ਕਿ ਇਨਸਾਨ ਦਾ ਵਿਆਹ ਹੋਏ ਔਰ ਉਹਨੂੰ ਪਤਾ ਵੀ ਚੱਲ ਜੇ ਕਿ ਜਨਾਬ ਜਨਾਨੀ ਦੀ ਚਾਸ਼ਨੀ ਕੈਸੀ ਹੈ ਉਹਨੂੰ ਨਹੀਂ ਮਿਲੇਗੀ ਉਹ ਗਲਤ ਸਮਝੇਗਾ 24-25 ਸਾਲ ਦੀ ਉਮਰ ਤੇ ਇਹੋ ਜੀ ਹੈ ਕਿ ਜਿੰਨੀ ਜਵਾਨੀ ਇਸ ਉਮਰ ਦੇ ਅੰਦਰ ਹੈ ਤੇ ਉਹ ਮੈਨੂੰ ਨਹੀਂ ਲੱਗਦਾ ਕਿ 26 ਸਾਲ 27 ਸਾਲ ਦੇ ਅੰਦਰ ਵੀ ਉਹ ਜਵਾਨੀ ਆਂਦੀ ਇਹਨੇ ਆਪਣੀ ਜਵਾਨੀ ਨਜ਼ੀਰ ਸਾਹਿਬ एक सवाल है छोटा जिहा पहले जड़ी मैं इबारत पढ़ के सुनाई है कि अगर आपने मेरा कौल और बयान मान लिया तो मुझ पर एहसान और मेरे साथ नेकी होगी और इस दे नाल मिर्जा साहब अगे ये भी कहते हैं कि जड़ी उतली इबारत है आपको क्या हो गया कि आप संजीदा और वगैरह वगैरह लिख रहे हैं कि इंशाल्लाह आप पर एहसान होगा तो ये जो एहसान की बात है ये अल्लाह तबारक व तआला कर रहा है या मिर्जा गुलाम कादियानी कर रहा है मिर्जा कादियानी कह रहा है कि एहसान की बात होवे दी यानी वो मैं दोबारा पढ़ना जरा मैं गौर नहीं किया मन तो इंज लगा मिर्जा कादियानी तरफों एहसान है बता या उन्होंने को एहसान तलब कर रहे मेरी आवाज आ रही जी जी आ रही बेहतरीन आ रही है अच्छा शायद आबद भाई अवे हो गए ने मैं कह रहा सी आप अपना असद साहब तुसी गल नूं समझो इन्हें अपनी जवानी नूं इस तरह मिसयूज किया ना मुजर्रद जिंदगी खुद कहता है तजर्रुद की जिंदगी मैंने गुजारी है तजर्रुद की जिंदगी तजर्रुद की हुंदी है तन्हाई दी जिंदगी कलियां बीवी दे हुंदियां सुनदियां तजर्रुद दी जिंदगी गुजारदा रहा है ते अपनी जवानी जिहड़ी है रोड़दा रहा है जिथे भी कह लो गुसलखाने च रोड़ी सुजत जाके दिल्ली दे दिंदे रोड़ी सु लेकिन वो इस काबिल नहीं सी है कि मौलवी साहब झूठ ना बोलो है केड़ी सी जेड़ी रोड़नी सी वो नुस्खे बेचारा खांदा रहा सारी जिंदगी मरीजों को बना नुस्खियां दी नौबत क्यों आई है नहीं ज़िया भाई जेडी सच्ची गल है ना नुस्खियां दी नौबत तां आई है ना इन्हें अपने आप नाल तशद्दुद कीता है इन्हें अपने आप नाल बीवी नूं छोड़ के जुल्म कीता है ते अपने आप नाल कुछ करदा रहा है एहो कुछ करदा रहा है अपनी जवानी नूं इन्हें रगड़ के रख छड़िया बीवी घर है 2 बच्चे घर ने बीवी ते 2 बच्चे घर ने ते तजर्रुद दी जिंदगी गुजारदा पिया 25 साल ਉਹਦੇ ਨੇੜੇ ਨਹੀਂ ਲੱਗਾ ਸੀਰਤੁਲ ਮਹਿਦੀ 'ਚ ਲਿਖਿਆ तन्हाई दी जिंदगी गुजारी है तजर्रुद दी जिंदगी गुजारी है बिस्तर अलग कर लिया था मुबाशरत नहीं करते थे तुम्हारे अब्बा जान तुम्हारी पहली अम्मा जान से मुबाशरत नहीं करते थे नुसरत जहां बेगम का बयान लिखे अच्छा अमर भाई ਤੁਹਾਨੂੰ ਕੀ ਗਾਰੰਟੀ ਹੈ ਕਿ ਪਹਿਲੇ ਸਹੀ ਹੈਗਾ ਸੀਗਾ ਤੇ ਬਾਅਦ ਚ ਵੇ ਉਹ ਸ਼ੁਰੂ ਤੋਂ ਹੀ ਇਹ ਐਨਜੀ ਸੀ ਸਾਰੀ ਜ਼ਿੰਦਗੀ ਨੁਸਖੇ ਨਸਕੇ ਖਾਂਦਾ ਰਿਹਾ ਪਹਿਲੇ ਵਾਲੇ ਦੋ ਬਾਲ ਜਿਹੜੇ ਮੁੰਡੇ ਦੋ ਹੋਏ ਨੇ ਨਹੀਂ ਤੁਹਾਨੂੰ ਕੀ ਗਾਰੰਟੀ ਹੈ ਕਿ ਉਹ ਇਹਦੇ ਹੀ ਸੀ आमिर साहब नहीं वो पक्की गल है देखो
ਨਹੀਂ ਤੁਸੀਂ ਤੇ ਐਂਜੀ ਵਿੱਚ ਕੈਮਰਾ ਲਾਇਆ ਸੀ ਉੱਥੇ। ਇਹਨਾਂ ਦੇ ਵਾਲਦ ਸਾਹਿਬ ਇਹਨਾਂ ਨੂੰ ਔਰਤ ਔਰ ਬੀਵੀ ਔਰ ਇਹ ਕਰਕੇ ਜਿਹੜਾ ਪੁਕਾਰਦੇ ਸਨ, ਉਹ ਕਿਸ ਵਾਸਤੇ ਪੁਕਾਰਦੇ ਸਨ? ਨਹੀਂ ਮੈਂ ਉਹਦੀ ਨਹੀਂ ਗੱਲ ਕਰਨ ਲੱਗਾ, ਮੈਂ ਉਹਦੀ ਨਹੀਂ ਆਬਦ ਭਾਈ, ਮੈਂ ਹੁਰਮਤ ਬੀਬੀ ਦੀ ਗੱਲ ਕਰਨਾ। ਹੁਰਮਤ ਬੀਬੀ ਜਿਹਦੀ ਭੈਣ ਸੀ ਨਾ, ਉਹਦਾ ਨਾਂ ਸੀ ਅਲੀ ਸ਼ੇਰ ਬੇਗ। ਉਹ ਸਿਲਸਿਲਾ ਨਕਸ਼ਬੰਦੀਆ ਦਾ ਖਲੀਫਾ ਸੀ। ਉਹਦੀ 2 ਗਿੱਠ ਲੰਮੀ ਦਾੜੀ ਸੀ, ਸਿਰ ਤੇ ਜਨਾਹ ਕੈਪ ਸੀ, ਹੱਥ ਵਿੱਚ ਤਸਬੀਹ ਹੁੰਦੀ ਸੀ। ਉਹ ਸਿਲਸਿਲਾ ਨਕਸ਼ਬੰਦੀ ਦਾ ਇੱਕ ਸੂਫੀ ਆਦਮੀ ਸੀ। ਉਹਦੀ ਭੈਣ ਤੇ ਬੜੀ ਬਾਕਿਰਦਾਰ ਸੀ। ਇਹਦੇ ਮੁੰਡੇ ਉਹਦੇ ਚ ਹੋਏ ਨੇ ਸਹੀ, ਉਹ ਅੱਕੇ ਸੱਚੇ ਦੇ ਮੁੰਡੇ ਨੇ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਇਹਨੇ ਬਾਅਦ ਚ ਜੋ ਕੋਈ ਕੀਤਾ ਆਪਣੇ ਆਪ ਨਾਲ ਕੀਤਾ। ਜਦੋਂ ਉਹਦੇ ਤੋਂ ਇਹਨੇ ਬਿਸਤਰ ਅਲੱਗਾ ਕੀਤਾ ਨਾ, ਤੇ ਆਪਣੇ ਆਪ ਨਾਲ ਕਿਰੇ ਜ਼ਬਰ ਕਰਦਾ ਰਿਹਾ, ਜਾ ਕੇ ਪਤਾ ਨਹੀਂ ਕੀ ਕਰਦਾ ਰਿਹਾ, ਵੱਲਾ ਆਲਮ ਇਹ ਜਾਣੇ। ਅਸੀਂ ਕਾਨਫੀਡੈਂਸ ਨਾਲ ਕਹਿ ਰਹੇ ਹੋ ਤਾਂ ਫਿਰ ਅਸੀਂ ਆਪਣੇ ਅਲਫਾਜ਼ ਵਾਪਸ ਲਾ ਲੈਣੇ, ਫਿਰ ਇਹੀ ਕਰ ਸਕਦੇ। ਅਮਰ ਭਾਈ ਉਸ ਦੌਰ ਦੇ ਵਿੱਚ ਹੈਂਡ ਪੰਪ ਨਹੀਂ ਚੱਲਦੇ। ਬਸ ਮੈਂ ਤਾਂ ਪਿਆਨਾ, ਤੁਸੀਂ ਬਾਕੀ ਖੁਦ ਫੈਸਲਾ ਕਰ ਲਓ ਕਿ ਇਹ ਕੀ ਕੀਤਾ ਇਹਨੇ ਆਪਣੀ ਜਵਾਨੀ ਨਾਲ। ਇਹ ਬਿਲਕੁਲ ਬੇਕਾਰ ਹੋ ਗਿਆ। ਖੁਦ ਕਹਿੰਦਾ ਕਿ ਮੈਂ ਜਦੋਂ 1884 ਵਿੱਚ ਦੂਸਰੀ ਸ਼ਾਦੀ ਕਰਨ ਚੱਲਾਂ ਤੇ ਮੈਂ ਸ਼ਾਦੀ ਦੇ ਕਾਬਿਲ ਨਹੀਂ ਸਾਂ, ਤੇ ਮੈਨੂੰ ਸ਼ੇਖ ਬਟਾਲਵੀ ਨੇ ਆਖਿਆ ਵੀ ਜੇ ਵਿਆਹ ਕੀਤਾ ਹੀ ਤੇ ਕੋਈ ਫਿਤਨਾ ਪੈਦਾ ਹੋ ਜਾਏਗਾ। ਵੇਖੋ ਗੱਲ ਕੈਸੀ ਲਿਖੀ, ਫਿਤਨੇ ਦਾ ਖਤਰਾ ਹੈ। ਕੀ ਹੁੰਦਾ ਫਿਤਨਾ? ਕੋਈ ਕਹਿੰਦਾ ਟੱਪ ਜੇ ਤਾਂ ਗਵੰਡੀ ਤੇ ਬੰਦਾ ਬਣ, ਜਦੋਂ ਤੂੰ ਇਸ ਕਾਬਿਲ ਹੀ ਨਹੀਂ ਤੇ ਨਾ ਕਰ ਵਿਆਹ। ਪਰ ਕਹਿੰਦਾ ਮੈਂ ਆਖਿਆ ਮੈਂ ਕਰਨਾ ਜ਼ਰੂਰ, ਵੇਖੀ ਮੈਨੂੰ ਅੱਲਾਹ ਪਾਕ ਦੁਬਾਰਾ ਜਵਾਨੀ ਦੇ ਦੇਗਾ। ਤੂੰ ਪਹਿਲਾਂ ਜਵਾਨੀ ਲੈ ਆਇਆ ਤੇ ਵਿਆਹ ਬਾਅਦ ਚ ਕਰ ਲਈ। ਗੰਦੀਆਂ ਗੱਲਾਂ ਨੇ ਲਿਖੀਆਂ। ਵਿਆਹ ਕਰਨ ਗਿਆ, ਉੱਥੇ ਹੋਇਆ ਕੱਖ ਨਾ, ਬੀਵੀ ਸਾਹਿਬਾ ਕੋਲ ਇਲਜ਼ਾਮ ਆ ਗਏ, ਹਾਂਜੀ ਤੇ ਖੁਦਾ ਨੇ ਮੇਰੀ ਇੱਜ਼ਤ ਰੱਖ ਲਈ। ਗੱਲਾਂ ਤੁਸੀਂ 1000 ਵਾਰੀ ਇੱਥੇ ਸੁਣੀਆਂ ਨੇ, ਰਿਪੀਟ ਕੀਤੀਆਂ ਨੇ। ਲੇਕਿਨ ਮੇਰਾ ਕਹਿਣ ਦਾ ਮਕਸਦ ਹੈ ਸੀ, ਇਸ ਬੰਦੇ ਨੇ ਉਹ ਜਿਹੜੀ ਤਜਰਬਤ ਵਾਲੀ ਜ਼ਿੰਦਗੀ ਗੁਜ਼ਾਰੀ ਸੀ ਨਾ, ਉਹਦੇ ਚ ਇਹਨੇ ਆਪਣੇ ਆਪ ਨਾਲ ਕੋਈ ਕੀਤਾ ਐਸਾ ਕੰਮ, ਕੋਈ ਐਸੀ ਵਾਰਦਾਤ ਆਪਣੇ ਆਪ ਨਾਲ ਕੀਤੀ ਹੈ ਕਿ ਇਹਦੀ ਜਿਹੜੀ ਜਵਾਨੀ ਉਹ ਖਤਮ ਹੋ ਗਈ ਸੀ। ਬਕੌਲ ਇਹਨਾਂ ਦੇ, ਮੈਂ ਨਹੀਂ ਕਹਿ ਰਿਹਾ, ਇਹਨਾਂ ਦੇ ਬਕੌਲ ਜਵਾਨੀ ਖਤਮ ਹੋ ਗਈ ਸੀ। ਦੁਬਾਰਾ ਨੁਸਖੇ ਲਾ ਕੇ ਉਹ ਬਣਾ ਕੇ ਹਕੀਮ ਨੁਸਖੇ ਬਣਾ ਕੇ ਇਹਨੂੰ ਦਿੰਦਾ ਸੀ, ਤੇ ਉਹ ਮਤਲਬ ਇਹ ਕਹਿ ਲਓ ਵੀ ਟੀਕਾ ਲਾ ਕੇ ਠਾਂਦਾ ਸੀ। ਤੇ ਫਿਰ ਇਹ ਉੱਠਿਆ ਬਕੌਲ ਇਹਦੇ। ਫਿਰ ਮੈਂ ਉੱਠ ਪਿਆ ਤੇ ਫਿਰ ਮੈਂ ਜਨਾਬ ਛੱਕੇ ਚੜਾ ਦਿੱਤੇ ਨੇ। 10 ਕੁੜੀਆਂ ਮੁੰਡੇ ਮੈਨੂੰ ਰੱਬ ਨੇ ਦਿੱਤੇ ਨੇ। ਚਲੋ ਇਹ ਸਾਨੂੰ, ਅਸੀਂ ਕਿਸੇ ਔਰਤ ਤੇ ਵੀ ਤੋਹਮਤ ਲਾਣਾ ਕਾਦੇ ਲਈ ਲਾਣੀ, ਲੇਕਿਨ ਜੋ ਨਾ ਆਪਣੀਆਂ ज़िमनन ने गल मैं लतीफ़ा सुना दें, लतीफ़ा समझ के सुन लो। वो मेरा गवांडी सी ते कहंदा असल मैं शाम जा रहा ते रखिया उन्हें बांदर, ठीक है, विआह नहीं सी कीता, अजे तक नहीं कीता, कोई 60-65 साल उम्र हो गई। कहंदा मैं शाम जा रहा ते मेरा बांदर जेड़ा ਇਹਨੂੰ ਪਿੱਛੋਂ ਖਾਣਾ ਪੀਣਾ ਪਾ ਦੇਂ, ਠੀਕ ਹੈ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਬਾਂਦਰ ਨੂੰ ਆਰਾਮਜ਼ਾਦਾ ਬਾਂਦਰ ਹੈ, ਪੁੱਠੀਆਂ ਸਿੱਧੀਆਂ ਹਰਕਤਾਂ ਕਰਦਾ ਹੈ, ਤੂੰ ਇਹਦੇ ਨਾਲ ਬਾਂਦਰੀ ਲਿਆ ਕੇ ਰੱਖ, ਠੀਕ ਹੈ ਨਾ। ਇਹ ਜਿਹੜਾ ਬੰਦਾ ਜਾਂਦਾ ਉਹਨੂੰ ਪੈ ਜਾਂਦਾ, ਐਡਾ ਥੋੜ੍ਹਾ ਬਾਂਦਰ ਹੈ। ਕਹਿੰਦੇ ਮੈਨੂੰ ਮੁਸ਼ਕਿਲ ਨਹੀਂ, ਵਾਪਸ ਆਵਾਂਗੇ ਤੇ ਸਿਰ ਬਾਂਦਰੇ ਵੀ ਲੈ ਕੇ ਆਉਣਾ। ਅੱਛਾ ਉਹ ਸ਼ਾਮ ਤੁਰ ਗਿਆ। 1-2 ਦਿਨ ਉਹਨੂੰ ਖਾਣਾ ਪੀਣਾ ਪਿਆ। ਤੀਸਰੇ ਦਿਨ ਮੈਂ ਵੇਖਿਆ ਤਾਂ ਚੀਕਾਂ ਆਉਣ ਉੱਥੋਂ, ਮੈਂ ਕੋਠੇ ਦੇ ਉੱਤੇ ਰੱਖਿਆ ਸੀ, ਤੇ ਮੈਂ ਉੱਥੇ ਜਾ ਕੇ ਵੇਖਿਆ ਤਾਂ ਬਾਂਦਰ ਸਾਹਿਬ ਨੇ ਕੀ ਕਹਿੰਦਾ ਪੈਪ ਦੇ ਅੰਦਰ ਕੁਛ ਹੈ ਫਸਾ ਲਈ, ਤੁਸੀਂ ਚੀਕਾਂ ਮਾਰੇ। ਹੁਣ ਉਹ ਬੰਦਾ ਉਹਨੂੰ ਛੁਡਾਏ ਕਿਸ ਤਰ੍ਹਾਂ? ਤੇ ਮੈਨੂੰ ਇਹ ਗੱਲ ਯਾਦ ਆ ਗਈ ਹੈ ਜਿਹੜੀ ਜਵਾਨੀ ਖਰਾਬ ਹੋਈ ਹੈ ਨਾ। ਮੈਂ ਕਿਹਾ ਜ਼ਿਮਨ ਨਾਲ ਵਾਕਿਆ ਵੀ ਸੁਣਾ ਛੜੀਏ, ਲੇਕਿਨ ਹੈਰਾਨਗੀ ਦੀ ਗੱਲ ਹੈ ਹੁਣ ਤੁਸੀਂ ਇਹ ਮੌਜੂ ਡਿਸਕਸ ਕਰ ਰਹੇ ਹੋ, ਲੇਕਿਨ ਮੁਹਤਾਤ ਰਹਿਣਾ। ਇਹਨਾਂ ਨੇ ਸਾਰੀ ਬਕਵਾਸ ਸਾਡੇ ਨਬੀ ਤੇ ਕਰਨੀ ਨਹੀਂ। ਅਸੀਂ ਕੋਈ ਵੀ ਲਫ਼ਜ਼ ਸਰ ਆਪਣੇ ਕੋਲੋਂ ਨਹੀਂ ਕਹਿਣ ਲੱਗੇ। ਉਹ ਖੁਦ ਉਹਦਾ ਬਕੌਲ ਹੈ ਕਿ ਮੈਂ ਸ਼ਾਦੀ ਦੇ ਕਾਬਿਲ ਨਹੀਂ ਸਾਂ, ਸ਼ਾਦੀ ਦੇ ਕਾਬਿਲ ਨਹੀਂ ਸਾਂ। ਤੇ ਜਵਾਨੀ ਕਿੱਧਰ ਗਈ ਹੈ? ਜਵਾਨੀ ਖਰਾਬ ਹੋ ਗਈ ਹੈ ਨਾ। ਤਜਰਬਤ ਦੀ ਜ਼ਿੰਦਗੀ ਖੁਦ ਕਹਿੰਦਾ ਗੁਜ਼ਾਰਨ ਦੀ ਵਜ੍ਹਾ ਤੋਂ ਮੈਂ ਸ਼ਾਦੀ ਦੇ ਕਾਬਿਲ ਨਹੀਂ ਸੀ ਰਹਿ ਗਿਆ। ਮੈਂ ਕੋਈ ਵੀ ਲਫ਼ਜ਼ ਆਪਣੇ ਕੋਲੋਂ, ਮੈਂ ਬਹੁਤ ਮੁਹਤਾਤ ਹਾਂ। ਉਹਦੇ ਬਾਵਜੂਦ ਔਰ ਆਮਜ਼ਾਦਗੀ ਚੜਦੇ ਨੇ तो मिर्जाइयत का खासा उन्हें करनी और नाम ही इसे करी उन्हें करनी। और एक सवाल आ गया, एक इन्होंने सीरत की किताब दो, सीरत हलबियन, अगर मैं गलत नहीं हाँ तो वो अंदरों नबी करीम सल्लल्लाहु अलैहि वसल्लम की तरफ एक हवाला मनसूब करते हैं कि कभी वो सनत नहीं पढ़ी ना वो सनत है तारीखी हवाला तो कहते हैं तो बस तक फार कि जी नबी करीम सल्लल्लाहु अलैहि वसल्लम ते जिब्राइल नाजिल हुए थे, उन्होंने भी जी गुजारिश की थी कि कमजोरी है जिब्राइल अलैहिस्सलाम जेड़ा पता है कोई भी कितनी को सदाकत है तारीख दी कोई भी गल जिहदी सनद कोई नहीं, वो कोई हुज्जत नहीं, ਉਹਨੂੰ ਅਸੀਂ ਚੁੱਕ ਕੇ ਦੀਵਾਰ ਤੇ ਮਾਰਨਾ। ਸਿਰਫ ਉਹ ਗੱਲਾਂ ਸਾਡੇ ਵਾਸਤੇ ਹੁਜਤ ਨੇ ਜਿਨ੍ਹਾਂ ਦੀ ਸਨਦ ਹੈ ਔਰ ਸਨਦ ਦੇ ਵਿੱਚ ਜਿਹੜੇ ਰਾਵੀ ਨੇ ਉਹ ਸਿੱਖਾਂ ਨੇ। ਬਸ ਅਗਰ ਸਿੱਖਾਂ ਰਾਵੀਆਂ ਨੇ ਗੱਲ ਬਿਆਨ ਕੀਤੀ ਹੈ ਤੇ ਗੱਲਾਂ ਤੇ ਜ਼ਈਫ ਰਾਵੀਆਂ ਨੇ ਤੇ ਦੁਸ਼ਮਣਾਂ ਨੇ ਵਿੱਚ ਰਲ ਕੇ ਮੁਨਾਫਿਕਾਂ ਨੇ ਕਈ ਦੀਆਂ ਕਈ ਪਾ ਦਿੱਤੀਆਂ ਨੇ। ਅਸੀਂ ਕਦੋਂ ਕਹਿੰਦੇ ਆ ਸਾਡੀਆਂ ਸਾਰੀਆਂ ਕਿਤਾਬਾਂ ਵਿੱਚ ਸਾਰੀਆਂ ਇਸਰਾਈਲੀਆਤ ਤੇ ਮੌਜੂਦ ਨੇ, ਸ਼ੀਆ ਸੁन्नी ਲਿਟਰੇਚਰ ਦੇ ਅੰਦਰ ਮੌਜੂਦ ਨੇ।
ਠੀਕ ਹੈ। ਲੇਕਿਨ ਹੁਣ ਇਹੋ ਜਿਹੀ ਬਕਵਾਸ ਜਦੋਂ ਮਿਰਜ਼ਾ ਸਾਹਿਬ ਦੀ ਆਪਣੀ ਕਲਮ ਦੇ ਨਾਲ ਲਿਖੀ ਸ਼ਾਇਦ ਪੇਸ਼ ਕਰਨੇ ਆ ਤੇ ਉਹ ਉੱਥੇ ਭੌਂਕਦੇ ਨੇ ਜਿਹੜੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਬਬਰਕਤ ਜ਼ਾਤ, ਠੀਕ ਹੈ ਨਾ। ਔਰ ਬਜਾਏ ਇਹਦੇ ਕਿ ਬਰਾਤ ਦਾ ਐਲਾਨ ਕਰਨ ਇਹੋ ਜਿਹੀ ਸ਼ਖਸੀਅਤ ਤੋਂ ਉਹ ਖਬੀਸ ਦੇ ਬੱਚਿਆਂ ਨੇ ਬੇਸਨਦ ਰਿਵਾਇਤ ਰੱਖੀ ਹੈ, ਠੀਕ ਹੈ। ਤਾਰੀਖ ਦੀ ਰਿਵਾਇਤ ਜਿਹੜੀ ਹੈ ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਭੌਂਕਣ ਸੇ ਇਹਨਾਂ ਸਾਹਮਣੇ ਰੱਖੀ। ਇਹ ਜਿੰਨਾ ਪਰ ਉਹਨਾਂ ਹੀ ਮਿਰਜ਼ਾਈ ਜਿਹੜੇ ਆਮ ਮਿਰਜ਼ਾਈ ਨੇ ਨਾ, ਉਹ ਇਹਨਾਂ ਦੀ ਇਸ ਹਰਾਮਜ਼ਾਦਗੀ ਨੂੰ ਵੇਖ ਕੇ ਇਬਰਤ ਪਕੜਦੇ ਨੇ ਪਏ। ਉਹਨਾਂ ਨੂੰ ਪਤਾ ਪਿਆ ਲੱਗਦਾ ਹੈ ਕਿ ਮਿਰਜ਼ਾਈ ਜਿਹੜੇ ਨੇ ਸਾਡੇ ਮੁਰੱਬੀ ਜਿਹੜੇ ਨੇ ਉਹ ਸਿੱਧਾ ਨਬੀ ਪਾਕ ਦੇ ਉੱਤੇ ਭੌਂਕਦੇ ਨੇ ਪਏ ਤੇ ਉਹ ਤੌਬਾ ਕਰਨ ਲੱਗੇ ਨੇ ਲੋਕ ਜ਼ਿਆਦਾ। ਭਾਈ ਇਹਨਾਂ ਨੇ ਤੇ ਤੌਬਾ ਕਰਨੀ ਨਹੀਂ, ਇਹ ਤੇ ਇਹਨਾਂ ਤੇ ਉਹ ਪੀਤੇ ਆ ਨਾ, ਅੰਮ੍ਰਿਤ ਛਕਿਆ ਨਾ, ਇਹਨਾਂ ਤੋਂ ਛੋੜ ਦਿਓ। ਜਿਹੜੇ ਆਮ ਮਿਰਜ਼ਾਈ ਨੇ ਇਹ ਜਿੰਨਾ ਭੌਂਕਣ ਉਹਨਾਂ ਵਾਸਤੇ ਉਹ ਬਿਹਤਰ ਹੈ। ਉਹ ਹਦਾਇਤ ਪਕੜਦੇ ਨੇ ਪਏ ਕਿ ਵੀ ਅਸੀਂ ਨਾਂ ਤੇ ਲੈਣੇ ਆ ਨਬੀ ਪਾਕ ਦਾ ਤੇ ਮੁਰੱਬੀ ਤੇ ਸਾਡੇ ਉਹਨਾਂ ਨੂੰ ਗਾਲਾਂ ਕੱਢਣ ਲੱਗੇ ਨੇ ਆਨਿਆਂ ਦੇ ਬਹਾਨਿਆਂ ਨਾਲ। कदे किताबों का नाम ले लिया, कदे मुखालफा का नाम ले लिया, मुल्हिद इस तरह कहते हैं, क्रिश्चियन इस तरह एतराज करते हैं, तुम्हारी किताबों में ये लिखा हुआ है। ये जो कोई बकवास करते ने उन्होंने लोगों को जिन्हों के दिल च थोड़ा बहुत भी ईमान की रत्ती है इन्होंने नबी अलैहिस्सलाम नाल, उन्हों के दिल च कोई भी रिश्ता मकाम बरकरार है। बाकी चिंगारी माड़ी जी भी है, इंशाअल्लाह ईमान वो फड़ेगा, अग फड़ेगा और इन्हों के मूँह तो थुक के ते इस्लाम च वापस आएंगे। इन्होंने आखो और भौंको ਇਹੋ ਜਿਹੀਆਂ ਬੇਸਨਦ ਰਵਾਇਤਾਂ ਤਾਰੀਖੀ ਗੱਲਾਂ ਲੈ ਕੇ ਤੇ ਨਬੀ ਪਾਕ ਦੇ ਉੱਤੇ ਜਿੰਨਾ ਭੌਂਕ ਸਕਦੇ ਹੋ ਮਿਰਜ਼ਾਈਓ ਭੌਂਕ ਲਓ, ਜਿੰਨਾ ਭੌਂਕੋਗੇ ਉਹਨਾਂ ਇਨਸ਼ਾਅੱਲਾ ਅੱਲਾਹ ਦੇ ਨਬੀ ਦੇ ਦੀਨ ਨੂੰ ਫਾਇਦਾ ਹੋਏਗਾ। ਲੋਕ ਸਿੱਧੀ ਰਾਹ ਤੇ ਆਏ, ਤੁਹਾਡਾ ਭੇਤ ਪਿਆ ਖੁੱਲਦਾ ਲੋਕਾਂ ਨੂੰ, ਤੁਹਾਡਾ ਜਿਹੜਾ ਪਰਦਾ ਸੀ ਚਿਹਰੇ ਦੇ ਉੱਤੇ ਨਕਾਬ ਸੀ ਉਤਰਦਾ ਹੈ ਨਾ ਪਿਆ, ਲੋਕਾਂ ਨੂੰ ਸਮਝ ਆਉਂਦੀ ਵੀ ਤੁਸੀਂ ਕਿੱਡੇ ਹਰਾਮੀ ਹੋ। ਉਹ ਕੋਈ ਮਸਲਾ ਨਹੀਂ ਬਾਹਰ ਕਰ। ਮੈਂ ਗੱਲ ਜਿਹੜੀ ਕਰਨ ਲੱਗਾ ਸੀ ਉਹ ਇਹ ਵੇ ਕਿ ਜਿਹੜਾ ਮੁਹੰਮਦੀ ਬੇਗਮ ਵਾਲਾ ਮਾਮਲਾ ਹੋਇਆ ਨਾ, ਮੁਹੰਮਦੀ ਬੇਗਮ ਵਾਲਾ ਮਾਮਲਾ ਇਹ ਉਹਦੇ ਨਾਲ ਲਿੰਕਡ ਹੈ। ਜਦੋਂ ਜਵਾਨੀ ਜ਼ਾਇਆ ਹੋ ਗਈ ਤੇ ਉਹ ਚਾਚੇ ਦੀ ਧੀ ਸੀ ਤੇ ਉਹਦੀ ਅੱਗੂ ਧੀ ਸੀ, ਉਹ ਵਿਹੜੀ ਖੇਡਦੀ ਸੀ। ਮੁਹੰਮਦੀ ਬੇਗਮ ਜਿਹੜੀ ਸੀ ਮਿਰਜ਼ਾ ਕਾਦੀਆਨੀ ਦੇ ਚਾਚੇ ਦੀ ਧੀ ਸੀ, ਯਾਨੀ ਜਿਸ ਤਰ੍ਹਾਂ ਤੁਹਾਡੀ ਕਜ਼ਨ ਦੀ ਬੇਟੀ ਹੋਵੇ ਤੇ ਉਹ ਵਿਹੜੇ ਤੁਹਾਡੇ ਸਾਹਮਣੇ ਖੇਡਦੀ ਹੋਵੇ 10-12 ਸਾਲ ਦੀ ਬੱਚੀ, ਤੇ ਇਹਨੇ ਉਹਦਾ ਰਿਸ਼ਤਾ ਮੰਗਿਆ ਉਸ ਦੌਰ ਵਿੱਚ ਜਦੋਂ ਕਿ ਇਹ ਕਹਿੰਦਾ ਕਿ ਇਹ ਉਹ ਨਾਬਾਲਗ ਸੀ ਔਰ ਇਹਦਾ ਆਪਣਾ ਜਿਹੜੇ ਹਾਲਾਤ ਵਾਕਿਆਤ ਨੇ ਉਹ ਦਗਰਗੋਂ ਸਨ, ਯਾਨੀ ਤਜਰਬੇ ਦੀ ਜ਼ਿੰਦਗੀ ਵਾਲੇ ਚ ਗੁਜ਼ਾਰਦਾ ਪਿਆ ਸੀ ਬਾਰ ਕੈਫ। ਇਹਨੇ ਉਹ ਕੁੜੀ ਦਾ ਰਿਸ਼ਤਾ ਆਪਣੀ ਸੋਚ ਨਾਲ ਮੰਗਿਆ। ਅੱਲਾਹ ਤਾਲਾ ਦਾ ਇਹਦੇ ਵਿੱਚ ਜੇ ਕੋਈ ਰਜ਼ਾ ਹੁੰਦੀ, ਅੱਲਾਹ ਤਾਲਾ ਨੇ ਹਦਾਇਤ ਦੇਣ ਵਾਸਤੇ ਲੋਕਾਂ ਨੂੰ ਇਸ ਤਰ੍ਹਾਂ ਬਲੈਕਮੇਲ ਕਰ ਇਹਨੂੰ ਕਰਨਾ ਸੀ ਲਾਮ ਵੀ ਲੈ ਬਈ ਤੂੰ ਉਹਨਾਂ ਕੋਲੋਂ ਰਿਸ਼ਤਾ ਮੰਗ, ਉਹ ਰਿਸ਼ਤਾ ਨਹੀਂ ਦੇਣਗੇ ਤੇ ਇੰਜ ਹੋ ਜਾਏਗਾ ਤੇ ਉਹ ਹੋ ਜਾਏਗਾ ਤੇ ਹਦਾਇਤ ਤੇ ਆ ਜਾਣਗੇ। ਇਹ ਤੇ ਅੱਲਾਹ ਦੀ ਸੁਨਨਤ ਹੀ ਨਹੀਂ ਹੈ। ਇਹ ਅੱਲਾਹ ਤਾਲਾ ਦਾ ਨਾ ਤਰੀਕਾ ਹੈ, ਨਾ ਕੁਰਾਨ ਵਿੱਚ ਇਹੋ ਜਿਹੇ ਤਰੀਕੇ ਤਬਲੀਗ ਲਿਖੇ ਨੇ ਕਿ ਅਗਲੇ ਨੂੰ ਜੁੱਟ ਪਾ ਕੇ ਤੇ ਉਹਨਾਂ ਨੂੰ ਤਬਲੀਗ ਕਰੋ, ਉਹਨਾਂ ਨੂੰ ਖੱਸੀ ਕਰਕੇ ਤੇ ਉਹਨਾਂ ਨੂੰ ਮਨਾਓ ਕਿ ਹੁਣ ਤੁਸੀਂ ਇੱਥੇ ਆਓ। ਨਾ ਨਾ ਨਾ, ਹਾਂ ਰਿਸ਼ਤਾ ਅਗਰ ਕਿਸੇ ਨਾਲ ਹੋ ਜਾਂਦਾ ਹੈ, ਉਹ ਰਿਸ਼ਤੇ ਅਜ਼ਦਵਾਜ ਦੇ ਵਿੱਚ ਕੋਈ ਮੁਨਸਲਿਕ ਹੋ ਜਾਂਦਾ ਹੈ, ਉਹਦੇ ਵਿੱਚੋਂ ਲੋਕ ਤੁਹਾਡੇ ਕਿਰਦਾਰ ਤੋਂ, ਤੁਹਾਡੇ اخلاق ਤੋਂ ਨੇੜੇ ਹੋਣ ਦੀ ਵਜ੍ਹਾ ਤੋਂ ਮੁਤਾਸਰ ਹੁੰਦੇ ਨੇ। ਜੇ ਤੁਹਾਡਾ اخلاق ਅੱਛਾ ਹੈ ਤੇ ਠੀਕ ਹੈ, ਇੱਕ ਤਰੀਕਾ ਜ਼ਰੂਰ ਹੈ ਕਿ ਤੁਹਾਡਾ اخلاق ਔਰ ਕਿਰਦਾਰ ਅੱਛਾ ਹੋਵੇ, ਤੁਹਾਡੀ ਤਾਲੀਮ ਅੱਛੀ ਹੋਵੇ। ਜਿਸ ਕਬੀਲੇ ਨਾਲ ਤੁਹਾਡੀ ਰਿਸ਼ਤੇਦਾਰੀ ਹੋ ਜਾਂਦੀ ਹੈ, ਤੁਹਾਡਾ ਕਿਰਦਾਰ اخلاق ਵੇਖ ਕੇ, ਕਿਉਂਕਿ ਉਂਝ ਤੁਹਾਡਾ ਉਹਨਾਂ ਦਾ ਰਿਸ਼ਤਾ ਕੋਈ ਨਹੀਂ, ਦੂਰ ਦਾ ਰਿਸ਼ਤਾ ਹੈ। ਤੇ ਜਦੋਂ ਤੁਹਾਡੀ ਉਹਨਾਂ ਨਾਲ ਰਿਸ਼ਤੇਦਾਰੀ ਹੋ ਜਾਂਦੀ, ਆਣ ਜਾਣ ਹੋ ਜਾਂਦਾ ਹੈ, ਤੇ ਫਿਰ ਤਾਂ ਕੋਈ ਪੋਸਿਬਿਲਿਟੀ ਵੱਧ ਜਾਂਦੀ ਹੈ ਨਾ। अच्छा अमर भाई ज़रा फार्मूला चेक करो, वो लोग खुदा दे मुनकर सी, खुदा दे वजूद दे मुनकर सी ते कुरान पाक ते पैगंबर इस्लाम ते वो बकवासियात करते सी ते उन्हां नूं राह रास्ते लियाण दा फार्मूला वेखो कैसा जिहड़े मरज़ई हज़म करके बैठे ने कि खुदा दे मुनकर सी ते खुदा ने कहा भी तू इन्हां नूं कह मैनूं खुदा ने कहा अपना रिश्ता दे कुड़ी दा, ये रिश्ता नहीं देणगे ते इन्हां नूं हिदायत मिल जाएगी। जबरदस्त फार्मूला कटे। पूरे कुंबे की इस्लाह भी हो जाएगी अगर रिश्ता मिल जाता है, तो पूरे कुंबे की इस्लाह भी हो जाएगी। ਆਬਦ ਭਾਈ ਮੈਂ ਇੱਕ ਆਖਰੀ ਇਹੋ ਹੀ खुदा ਗੱਲ दे मुनकर खुदा दी गल दा इनकार करनगे ते फिर इन्हां नूं हिदायत मिल जाएगी। ਮੈਂ ਕਹਿਣਾ ਚਾਹਨਾ ਕਿ ਬਨੀ ਅਲ ਮੁਸਤਲਕ ਜਿਹੜਾ ਸੀ ਇੱਕ ਕਬੀਲਾ, ਉਹ ਤੇ ਮਦੀਨੇ ਦਾ ਕਬੀਲਾ ਨਹੀਂ ਸੀ ਨਾ, ਦੂਰ ਦਾ ਕਬੀਲਾ ਸੀ। ਨਬੀ ਅਲੈਹਿਸਸਲਾਤੁ ਵਸਸਲਾਮ
ਦਾ ਉੱਥੇ ਰਿਸ਼ਤਾ ਹੋਣ ਦੀ ਵਜ੍ਹਾ ਤੋਂ, ਸ਼ਾਦੀ ਹੋਣ ਦੀ ਵਜ੍ਹਾ ਤੋਂ ਉਹ ਕਬੀਲਾ ਜਿਹੜਾ ਹੈ ਉਹ ਨਬੀ ਅਲੈਹਿਸਸਲਾਤੁ ਵਸਲਾਮ ਨਾਲ ਅਟੈਚ ਹੋ ਗਿਆ। ਉਹ ਅੱਗੇ ਨਹੀਂ ਸਨ ਜਾਣਦੇ, ਜਦੋਂ ਇਹ ਰਿਸ਼ਤਾ ਹੋ ਗਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਸਰਦਾਰ ਦੀ ਬੇਟੀ ਸੀ, ਉਹਦੇ 'ਚ ਤਾਂ ਕੋਈ ਸੈਂਸ ਬਣਦੀ। ਇਹ ਤੇ ਨਾਨਕੇ ਦਾਦਕੇ ਸਨ, ਇਹ ਕੋਈ ਤੇ ਨਹੀਂ ਕਿ ਮਿਰਜ਼ਾ ਕਾਦੀਆਨੀ ਤੇ ਕਰਦਾਰ ਨੂੰ ਨਾ ਰਿਸ਼ਤਾ ਹੋਣ ਤੋਂ ਬਾਅਦ ਵੇਖਣਾ ਸੀ, ਅਟੈਚ ਹੋਣ, ਨਵੀਂ ਅਟੈਚਮੈਂਟ ਹੋਣ ਲੱਗੀ ਸੀ। ਇਹ ਅਟੈਚਮੈਂਟ ਆਲਰੇਡੀ ਸੀ। ਹੁਸ਼ਿਆਰਪੁਰੀ ਮਿਰਜ਼ਾ ਕਾਦੀਆਨੀ ਦੇ ਨਾਨਕੇ ਨੇ ਤੇ ਮੁਹੰਮਦੀ ਬੇਗਮ ਦੇ ਮਾਮੇ ਇਮਾਮਦੀਨ ਤੇ ਨਿਜ਼ਾਮਦੀਨ ਉਹ ਚਾਚਕੇ ਨੇ, ਚਾਚੇ ਦੇ ਪੁੱਤਰ ਨੇ। ਉਹਨਾਂ ਨੂੰ ਤਾਂ ਅੱਗੇ ਤੇਰੇ ਕਿਰਦਾਰ ਦਾ ਪਤਾ ਹੈ। ਰਿਸ਼ਤਾ ਕਰਕੇ ਤੂੰ ਕੀ ਉਹਨਾਂ ਨੂੰ ਸਾਬਤ ਕਰਨਾ ਹੈ? ਰਿਸ਼ਤਾ ਅਗਰ ਹੋ ਵੀ ਜਾਏ, ਫਰਜ਼ ਕਰ ਲਓ, 1 ਮਿੰਟ ਬਾਅਦ ਤਸਲੀਮ ਕਰ ਲਓ ਜੀ ਉਹਨਾਂ ਰਿਸ਼ਤਾ ਦੇ ਦਿੱਤਾ, ਜਾਂ ਕੁੜੀ ਬੇਵਾ ਹੋ ਕੇ ਆ ਗਈ, ਪੈਰੀ ਡਿੱਗ ਪਈ, ਰਿਸ਼ਤਾ ਹੋ ਗਿਆ, ਵਿਆਹ ਹੋ ਗਿਆ। ਮੈਨੂੰ ਦੱਸੋ ਉਹਦੇ ਨਾਲ ਲੋਕਾਂ ਨੂੰ ਹਦਾਇਤ ਮਿਲਣੀ ਹੈ ਕਿਸ ਤਰ੍ਹਾਂ? ਉਹ ਕਿਹੜੀ ਚੀਜ਼ ਹੈ ਜਿਹੜੀ ਰਿਸ਼ਤੇ ਤੋਂ ਬਗੈਰ ਨਹੀਂ ਹੋ ਸਕਦੀ ਹੈ? ਅਗਰ ਤੇਰੇ ਕੋਲ ਕੋਈ ਮੌਜਜ਼ਾ ਹੈ, ਕੋਈ ਖਾਰਿਕ ਆਦਤ ਨਿਸ਼ਾਨ ਹੈ, ਕੋਈ ਕਰਾਮਤ ਹੈ, ਕੋਈ ਤਾਲੀਮ ਤੇਰੇ ਕੋਲ ਐਸੀ ਹੈ, ਕੋਈ ਤੇਰੀ ਥਿਊਰੀ ਐਸੀ ਹੈ, ਤੂੰ ਖੁਦ ਪੇਸ਼ ਕਰ ਉਹਨਾਂ ਦੇ ਅੱਗੇ। ਉਹ ਬਗਾਨੇ ਤੇ ਹੈ ਨਹੀਂ, ਤੇਰੇ ਚਾਚੇ ਦੇ ਪੁੱਤਰ ਨੇ ਤੇ ਉਹ ਤੇਰੇ ਮਾਮੇ ਦੇ ਪੁੱਤਰ ਨੇ, ਹੁਸ਼ਿਆਰਪੁਰੀ ਹੈ। ਉਹਦੇ ਵਾਸਤੇ ਮੁਹੰਮਦੀ ਬੇਗਮ ਦਾ ਰਿਸ਼ਤਾ ਲੈਣ ਦਾ ਕੋਈ ਸੈਂਸ ਬਣਦੀ ਨਹੀਂ ਹੈ। ਫਰਾਡ ਲਾਇਆ ਮਿਰਜ਼ਾਈ ਅੱਗੋਂ ਸਿਰ ਲਾਣ ਲੱਗੇ ਨੇ ਬਈ ਰਿਸ਼ਤਾ ਅਜ਼ਦਵਾਜ ਮੁਨਸਲਿਕ ਹੋਣ ਨਾਲ ਫਾਇਦਾ ਹੋਏਗਾ। ਕੀ ਫਾਇਦਾ ਹੋਏਗਾ? ਬਾਹਰੋਂ ਉਹ ਇਹਨੇ ਰਿਸ਼ਤਾ ਇਸ ਤਰ੍ਹਾਂ ਕਰਕੇ ਮੰਗਿਆ, ਉਹਨਾਂ ਨੇ ਨਾਂ ਦਿੱਤਾ, ਇਹਨਾਂ ਨੇ ਸਰ ਉਹਨਾਂ ਨੂੰ ਬਲੈਕਮੇਲ ਕੀਤਾ। ਓਪਨ ਆਈ ਸਾਹਿਬ ਉਹਨਾਂ ਨੇ ਬਲੈਕਮੇਲ ਕੀਤਾ। ਤੁਹਾਡੇ ਮਿਰਜ਼ਾ ਜੀ ਨੇ ਸਾਨੂੰ ਇਹਦਾ ਜਵਾਬ ਲੈ ਕੇ ਦਿਓ ਕਿ ਕਿਆ ਮਿਰਜ਼ਾ ਕਾਦੀਆਨੀ ਨੇ ਬਲੈਕਮੇਲ ਕੀਤਾ ਜਾਂ ਨਹੀਂ ਕੀਤਾ ਉਹਨੂੰ, ਮੁਹੰਮਦੀ ਬੇਗਮ ਦੇ ਵਾਲਿਦ ਨੂੰ। ਉਹ ਤੇ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਕਰਵਾਉਣ ਆਇਆ ਸੀ। ਉਹਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ? ਇਹਦਾ ਜਵਾਬ ਲੈ ਕੇ ਦਿਓ। ਕਿਆ ਇਸਲਾਮ ਜਾਂ ਦੁਨੀਆ ਦਾ ਕੋਈ ਮਜ਼ਹਬ ਇਜਾਜ਼ਤ ਦਿੰਦਾ ਹੈ? ਤੁਸੀਂ ਯਾਰ ਓਪਨ ਆਈ ਸਾਹਿਬ ਇੱਥੇ ਯੂਰਪ ਬਾਹਰ ਹੋ ਯਾਰ, ਇੱਥੇ ਕਿਸੇ ਬੰਦੇ ਨੂੰ ਪੁੱਛ ਲਓ ਕਿ ਅਗਰ ਕੋਈ ਬੰਦਾ ਇਹੋ ਜਿਹੀ ਕੋਈ ਹਾਜਤ ਲੈ ਕੇ ਜਾਏ ਤੇ ਉਹਨੂੰ ਆਖੀਏ ਤੂੰ ਬੇਟੀ ਦਾ ਰਿਸ਼ਤਾ ਦੇਂਗਾ ਤੇ ਤਾਂ ਮੈਂ ਤੇਰਾ ਕੰਮ ਕਰਾਂਗਾ ਸ਼ਰਤ ਉੱਤੇ, ਇਹਨੂੰ ਕੀ ਕਹਿੰਦੇ ਨੇ ਇੱਥੇ? ਕ੍ਰਿਸਚਨ ਕੀ ਕਹਿੰਦੇ ਨੇ? ਫਹਿਰੀਏ ਕੀ ਕਹਿੰਦੇ? ਬਲੈਕਮੇਲਿੰਗ ਕਹਿੰਦੇ ਨੇ ਤੇ ਅੱਗੋਂ ਸਿੱਧਾ ਪਾਕਿਸਤਾਨ ਪੰਜਾਬ ਬਤੇ ਸਿੱਧਾ ਫਹਿਰ ਹੀ ਆਵੇਗਾ ਕਿ ਕੋਈ ਗੈਰਤਮੰਦ ਬੰਦਾ ਹੋਏਗਾ ਤੇ ਜੀ ਹਾਂ ਜੀ ਪੰਜਾਬੀ ਤੇ ਗੋਲੀ ਮਾਰ साहब, ਦੇਣਾ। एक छोटा सा सवाल है, एक छोटा सा सवाल है, अगर इजाजत हो तो। ਕਰੇ ਉਹ ਜਿਹੜੀ ਜ਼ਮੀਨ ਤੇ ਪੇਪਰ ਲੈ ਕੇ ਅਹਿਮਦ ਬੇਗ ਗਿਆ ਸੀ ਤੇ ਉਹ ਜ਼ਮੀਨ ਜਿਹੜੀ ਹੈ ਉਹ ਬੱਚੇ ਨੂੰ ਕਦੋਂ ਮਿਲੀ ਮੁਹੰਮਦ ਬੇਗ ਨੂੰ, ਜਾਂ ਨਹੀਂ ਦਿੱਤੀ? ਦੱਬ ਗਏ ਉਹਦੀ ਜ਼ਮੀਨ? ਨਹੀਂ ਦਿੱਤੀ। ਅੱਛਾ, ਦੱਬ ਦਿੱਤੀ ਤੇ ਫਿਰ ਇਹਦਾ ਮਤਲਬ ਹੈ ਕਿ ਇੱਕ ਯਤੀਮ, ਉਹ ਬੱਚਾ ਯਤੀਮ ਹੀ ਸਮਝ ਲਓ ਜਿਹਦਾ ਬਾਪ ਨਹੀਂ ਮਿਲ ਰਿਹਾ, ਜਿਹਦੇ ਬਾਰੇ ਨਹੀਂ ਪਤਾ ਜ਼ਿੰਦਾ ਜਾਂ ਮੁਰਦਾ ਹੈ ਕੀ ਹੈ, ਉਹਨੂੰ ਸਮਝ ਲਵੋ ਕਿ ਉਹ ਮੁਰਦਾ ਹੋ ਗਿਆ। ਤੇ ਇੱਕ ਯਤੀਮ ਬੱਚੇ ਦੀ ਜ਼ਮੀਨ ਦੱਬ ਗਏ ਔਰ ਕਹਿੰਦੇ ਨੇ ਮੈਨੂੰ ਅੱਲਾ ਇਲਾਮ ਕਰ ਰਿਹਾ। ਨਹੀਂ, ਉਹ ਜ਼ਮੀਨ ਜਿਹੜੀ ਹੈ ਨਾ, ਮੈਂ ਦੱਸਣਾ ਜ਼ਮੀਨ ਕਿਸ ਤਰ੍ਹਾਂ ਹੈ। ਜ਼ਮੀਨ ਜਿਹੜੀ ਮੁਹੰਮਦ ਹੈ ਨਾ, ਮੁਹੰਮਦ ਤੇ ਮੁਹੰਮਦੀ ਬੇਗਮ ਦਾ ਭਰਾ ਸੀ, ਉਹਦੇ ਨਾਂ ਉਹ ਲਵਾਉਣਾ ਚਾਹੁੰਦੀ ਸੀ ਫੁੱਫੀ ਉਹਦੀ ਬੇ ਔਲਾਦ ਸੀ। ਫੁੱਫੀ ਉਹਦੀ ਵਿਆਹੀ ਸੀ ਮੁਹੰਮਦੀ ਬੇਗਮ ਦੀ ਫੁੱਫੀ ਜਿਹੜੀ ਸੀ ਨਾ, ਉਹ ਵਿਆਹੀ ਸੀ ਗੁਲਾਮ ਸੈਨ ਨਾਲ। ਗੁਲਾਮ ਸੈਨ ਮਿਰਜ਼ਾ ਕਾਦੀਆਨੀ ਦੇ ਤੀਸਰੇ ਚਾਚੇ ਦਾ ਇਕੱਲਾ ਹੀ ਪੁੱਤਰ ਸੀ। ਇਹ 4 ਭਰਾ ਸਨ ਮਿਰਜ਼ਾ ਕਾਦੀਆਨੀ ਦਾ ਪਿਓ। 4 ਭਰਾ ਸਨ। ਇੱਕ ਤੇ ਆਪਣਾ ਨਫਸ ਕਟਵਾ ਕੇ, ਆਲਾ ਤਨਾਸਲ ਕਟਵਾ ਕੇ, ਉਜ਼ਵੇ ਤਨਾਸਲ ਕਟਵਾ ਕੇ ਤੇ ਖੁਸਰਾ ਬਣ ਕੇ ਫਿਰਦਾ ਸੀ। ਇੱਕ ਚੋਰਾਂ ਨਾਲ ਰਲ ਗਿਆ ਸੀ। ਇਹ ਮੇਰਾ ਜਿਹੜਾ ਚੋਰਾਂ ਨਾਲ ਰਲ ਕੇ ਗਿਆ ਕਿ ਉੱਥੇ ਮਾਰਿਆ ਗਿਆ, ਇਹ ਉਹਦਾ ਮੁੰਡਾ ਸੀ ਮੋਸਟ ਪ੍ਰੋਬੇਬਲੀ, ਗੁਲਾਮ ਸੈਨ ਦਾ ਨਾਮ ਸੀ। ਇਹ ਇਕੱਲਾ ਮੁੰਡਾ ਸੀ ਮਿਰਜ਼ਾ ਕਾਦੀਆਨੀ ਦੇ ਉਸ ਚਾਚੇ ਦਾ, ਇਕੱਲਾ ਹੀ ਮੁੰਡਾ ਸੀ, ਗੁਲਾਮ ਸੈਨ ਉਹਦਾ ਨਾਂ ਸੀ। ਉਹਦੇ ਨਾਲ ਜਿਹੜੀ ਬੀਬੀ ਵਿਆਹੀ ਸੀ ਨਾ, ਉਹ ਅਹਿਮਦ ਬੇਗ ਦੀ ਭੈਣ ਸੀ, ਮੁਹੰਮਦੀ ਬੇਗਮ ਦੀ ਫੁੱਫੀ ਸੀ। ਹੋਇਆ ਇਹ ਵੇ ਕਿ ਅਹਿਮਦ ਬੇਗ ਇਹਦੇ ਕੋਲ ਇਸ ਗੱਲ ਵਾਸਤੇ ਆਇਆ ਹੈ ਕਿ ਉਹ ਜਿਹੜੀ ਮੇਰੀ ਭੈਣ ਹੈ 20-25 ਸਾਲ ਹੋ ਗਏ ਨੇ, ਉਹ ਤੁਹਾਡੇ ਚਾਚੇ ਦੇ ਪੁੱਤਰ ਨੂੰ ਇੰਤਜ਼ਾਰ ਕਰਦੀ ਪਈ ਹੈ ਕਿ ਘਰ ਵਾਪਸ ਆ ਜਾਏ, ਨਹੀਂ ਆ ਰਿਹਾ। ਅਸਾਂ ਹੁਣ ਕੰਸੀਡਰ ਕਰ ਲਿਆ ਕਿ ਉਹਦੀ ਕਿਤੇ ਡੈਥ ਹੋ ਗਈ ਹੈ, ਉਹਦੀ ਜਵਾਨੀ ਵੀ ਗੁਜ਼ਰ ਗਈ ਵਿਚਾਰੀ ਦੀ। ਅਹਿਮਦ ਬੇਗ ਦੀ ਭੈਣ ਦੀ ਜਵਾਨੀ ਵੀ ਸਾਰੀ ਖਤਮ ਹੋ ਗਈ, 25 ਸਾਲ ਹੋ ਗਏ ਨੇ, ਉਹ ਘਰੋਂ ਗਿਆ, ਉਹ ਵਾਪਸ ਨਹੀਂ ਆਇਆ। ਉਹ ਜ਼ਮੀਨ ਜਦੋਂ ਉਹਦਾ ਡੈਥ ਸਰਟੀਫਿਕੇਟ ਬਣ ਗਿਆ ਤੇ ਜ਼ਮੀਨ ਲੱਗ ਗਈ ਮੁਹੰਮਦੀ ਬੇਗਮ ਦੀ ਫੁੱਫੀ ਦੇ ਨਾਂ, ਅਹਿਮਦ ਬੇਗ ਦੀ ਸਿਸਟਰ ਦੇ ਨਾਂ ਲੱਗ ਗਈ ਸੀ। ਲੇਕਿਨ ਉਹ ਹਿੱਬਾ ਕਰਨਾ ਚਾਹੁੰਦੀ ਸੀ ਮੁਹੰਮਦ ਬੇਗ ਨੂੰ, ਯਾਨੀ ਮੁਹੰਮਦੀ ਬੇਗਮ ਦੇ ਭਰਾ ਨੂੰ, ਅਹਿਮਦ ਬੇਗ ਦੇ ਮੁੰਡੇ ਨੂੰ, ਆਪਣੇ ਭਤੀਜੇ ਨੂੰ ਹਿੱਬਾ ਕਰਨਾ ਚਾਹੁੰਦੀ ਸੀ, ਕਿਉਂਕਿ ਉਹਦਾ ਆਪਣਾ ਤਾਂ ਬੱਚਾ ਕੋਈ ਨਹੀਂ ਸੀ।
ਹੁਣ ਸਮਝ ਆਈ ਜੇ? जी जी बिल्कुल बिल्कुल समझ आ गया, शुक्रिया बहुत बहुत। ਉਹ ਜ਼ਮੀਨ ਨਹੀਂ ਹੈ ਤੇ ਆਮਿਰ ਭਾਈ ਜਿਹੜੀ ਇਸ ਤਰ੍ਹਾਂ ਚਾਚੇ ਦੇ ਪੁੱਤਰ ਦੀ ਵਿਰਾਸਤ ਹੈ ਉਹ ਸਾਰੀ ਵਿਰਾਸਤ ਤੇ ਨਹੀਂ ਹੋ ਸਕਦੀ ਨਾ ਉਹਦੀ ਬੀਵੀ ਦੇ ਨਾਮ। ਉਹ ਹਿਬਾ ਅਗਰ ਕਰ ਸਕਦੀ ਤੇ ਉਹਦਾ ਜਿਹੜਾ 1/8 ਹਿੱਸਾ ਸੀ ਜਾਂ 1/6 ਉਹ ਉਹਨੂੰ ਜਾਣਾ ਸੀ, ਬਾਕੀ ਦਾ ਹਿੱਸਾ ਤੇ ਉਹਦੇ ਜਿਹੜੇ ਸੀ ਸ਼ਰੀਕੇ ਦੇ ਵਿੱਚ ਉਹਨਾਂ ਨੂੰ ਜਾਣਾ ਸੀ ਨਾ। ਉਹ ਉਹਦੇ ਕੋਲੋਂ ਤੇ ਨਹੀਂ ਸੀ ਲਿਖਵਾਉਣਾ ਚਾਹੁੰਦੇ ਕਿ ਮਤਲਬ ਇਹ ਜਿਹੜਾ ਤੁਸੀਂ ਵਿੱਚ ਮੁਸ਼ਤਰਕਾ ਵਿੱਚ ਤੁਸੀਂ ਹਿੱਸੇਦਾਰ ਹੋ ਤੇ ਤੁਸੀਂ ਲਿਖ ਕੇ ਦਿਓ ਕਿ ਤੁਹਾਡਾ ਇਹਦੇ ਨਾਲ ਕੋਈ ਤਾਲੁਕ ਨਹੀਂ ਜਾਇਦਾਦ। ਅਸਲ ਦੇ ਵਿੱਚ ਨਾ ਉਹਦੀ ਜਾਇਦਾਦ ਦੀ ਜ਼ਿਆਦਾ ਲੰਬੀ ਚੌੜੀ ਤਫਸੀਲ ਉਹਨਾਂ ਨਹੀਂ ਬਿਆਨ ਕੀਤੀ। ਇੱਕ ਗੱਲ, ਦੂਜੀ ਗੱਲ ਹੈ ਕਿ ਉਹ ਬਰਤਾਨਵੀ ਹਕੂਮਤ ਦੇ ਵਿੱਚ ਕਵਾਨੀਨ ਉਸ ਜ਼ਮੀਨ ਨੂੰ ਕਿਸ ਤਰ੍ਹਾਂ ਡਿਸਟ੍ਰੀਬਿਊਟ ਕਰਦੇ ਸਨ ਉਹਦੇ ਬਾਰੇ ਵੀ ਸਾਨੂੰ ਨਹੀਂ ਨੌਲੇਜ ਹੈ। ਸਾਨੂੰ ਨਹੀਂ ਪਤਾ ਉਹ ਜ਼ਮੀਨ ਦਾ 8ਵਾਂ ਹਿੱਸਾ ਉਹਨੂੰ ਮਿਲਿਆ ਜਾਂ ਉਹ ਸਾਰੀ ਜ਼ਮੀਨ ਉਹਦੀ ਬੇਵਾ ਦੇ ਨਾਲ ਟ੍ਰਾਂਸਫਰ ਹੋ ਗਈ, ਲੇਕਿਨ ਉਹਦੀ ਜ਼ਮੀਨ ਜਿਹੜੀ ਗੁਲਾਮ ਹੁਸੈਨ ਦੇ ਜ਼ਮੀਨ ਸੀ ਉਹ ਮਿਲੀ ਉਹਦੀ ਬੇਵਾ ਨੂੰ। ਬੇਵਾ ਵੀ ਫਰਜ਼ ਕਰ ਲਈ ਗਈ ਕਿ ਬੇਵਾ ਹੋ ਚੁੱਕੀ ਹੈ, ਸ਼ੋਹਰ ਉਹਦਾ ਘਰੋਂ ਗਿਆ 5 ਸਾਲ ਉਹ ਨਹੀਂ ਆਇਆ ਤੇ ਉਹ ਬੇਵਾ ਹੋ ਗਈ ਹੈ। ਉਹਨੂੰ ਬੇਵਾ ਨੂੰ ਜ਼ਮੀਨ ਮਿਲ ਗਈ ਹੈ, ਭਾਵੇਂ 8ਵਾਂ ਹਿੱਸਾ ਮਿਲਿਆ, ਭਾਵੇਂ ਅੱਧੀ ਮਿਲੀ ਹੈ, ਭਾਵੇਂ ਸਾਰੀ ਮਿਲੀ ਹੈ, ਇਹਦੀ ਤਫਸੀਲ ਨਹੀਂ ਆਉਂਦੀ ਬਰਤਾਨਵੀ ਦੌਰੇ ਹਕੂਮਤ ਵਿੱਚ ਉਹਨੂੰ ਕਿੰਨਾ ਹਿੱਸਾ ਮਿਲਿਆ। ਲੇਕਿਨ ਉਹ ਉਸ ਜ਼ਮੀਨ ਨੂੰ ਭਤੀਜੇ ਨੂੰ ਹਿਬਾ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਆਪ ਤਾਂ ਵਿਚਾਰੀ ਬੁੱਢੀ ਹੋ ਗਈ ਸੀ। ਉਹਨੇ ਕਿਹਾ ਮੇਰੇ ਕਿਹੜੇ ਕੰਮ ਆਉਣੀ ਹੈ, ਕੱਲ ਨੂੰ ਮੈਂ ਮਰਾਂਗੀ ਤੇ ਇਹ ਜ਼ਮੀਨ ਫਿਰ ਵਾਪਸ ਟੁਰ ਜਾਏਗੀ ਸਹੁਰਿਆਂ ਵਾਲੇ ਪਾਸੇ। ਤੇ ਉਹਨੇ ਕਿਹਾ ਕਿ ਮੈਂ ਭਤੀਜੇ ਨੂੰ ਹਿਬਾ ਕਰ ਦੇਣੀ ਆ ਮੁਹੰਮਦੀ ਬੇਗਮ ਦੇ ਭਰਾ ਨੂੰ, ਅਹਿਮਦ ਬੇਗ ਦੇ ਮੁੰਡੇ ਨੂੰ। ਅਹਿਮਦ ਬੇਗ ਇਸ ਗਰਜ਼ ਨਾਲ ਆਇਆ ਸੀ ਕਿ ਉਹ ਜ਼ਮੀਨ ਆਪਣੇ ਭਤੀਜੇ ਨੂੰ ਹਿਬਾ ਕਰਨਾ ਚਾਹੁੰਦੀ ਹੈ। ਇਹੋ ਹੀ ਮੁਹੰਮਦ ਬੇਗ ਜਿਹਨੂੰ ਬਾਅਦ ਚ ਨੌਕਰੀ ਲਵਾਣ, ਕੁੜੀ ਦਾ ਰਿਸ਼ਤਾ ਲੈਣ ਵਾਸਤੇ ਫੇਰ ਇਹ ਉਹਨੂੰ ਨੌਕਰੀ ਲਵਾਉਂਦਾ ਫਿਰਦਾ ਹੈ ਮੁਹੰਮਦ ਬੇਗ ਨੂੰ, ਸਾਲੇ ਨੂੰ। ਇਹੋ ਹੀ ਮੁਹੰਮਦ ਇਹਨੂੰ ਜ਼ਮੀਨ ਉਹਨੂੰ ਨਾਂ ਲਵਾਣ ਨਹੀਂ ਦਿੱਤੀ। ਜ਼ਮੀਨ ਨਾਂ ਲਵਾਣ ਵਾਸਤੇ ਸ਼ਰਤ ਰੱਖ ਲਈਏ ਤੇ ਬਾਅਦ ਚ ਹਕੀਮ ਨੂਰਦੀਨ ਨੂੰ ਖੱਤ ਲਿਖ ਕੇ ਆਂਦਾ ਇਹਨੂੰ ਨੌਕਰੀ ਲਵਾ, ਇਹਨੂੰ ਗਰਵਿਦਾ ਕਰੀਏ, ਇਹਨਾਂ ਨੂੰ ਮਮਨੂਨ ਕਰੀਏ ਤੇ ਇਹਨਾਂ ਕੋਲ ਰਿਸ਼ਤਾ ਲਈਏ। ਇਹ ਬਲੈਕੀਅਸ ਤੁਹਾਡੀਆਂ ਅੱਖਾਂ ਦੇ ਸਾਹਮਣੇ ਪੂਰਾ ਮੰਜ਼ਰ ਹੋਣਾ ਚਾਹੀਦਾ। ਕਿਹੜੇ ਬੰਦੇ ਨੂੰ ਭੁੱਲ ਲੱਗਦੀ ਹੈ ਗੱਲ ਸਮਝ ਕੇ ਸੁਣ ਕੇ ਕਿ ਇਹਨੂੰ ਬਾਅਦ ਵਿੱਚ ਹਕੀਮ ਨੂਰਦੀਨ ਨੂੰ ਜੰਮੂ 'ਚ ਖੱਤ ਲਿਖ ਕੇ ਆਬਦ ਭਾਈ ਪਤਾ ਜੇ ਨਾ ਉਸ ਖੱਤ ਦਾ जी 1891 जी ਹਾਂ ਖੱਤ ਲਿਖ ਕੇ ਤੇ ਨਾਲੇ ਉਹਦੀ ਉਹ ਘੋੜੀ ਦਾ ਵੀ ਸੌਦਾ ਕਰਵਾਉਂਦਾ ਸੀ, ਮਾਮਦੀ ਦੀ ਘੋੜੀ ਦਾ ਵੀ, ਤੇ ਫਿਰ ਇਹਨੂੰ ਨੌਕਰੀ ਲਵਾਉਂਦਾ ਸੀ। ਉਹਨੂੰ ਕਹਿੰਦਾ ਸੀ ਇਹਨੂੰ ਨੌਕਰੀ ਲਵਾ ਦੇ। ਫਿਰ ਉਹਦੀ ਬਿਮਾਰ ਹੋਇਆ ਤੇ ਉਹਨੂੰ ਇਲਾਜ ਵਾਸਤੇ ਵੀ ਉੱਥੇ ਟੋਰਿਆ। ਇਸੇ ਮੁੰਡੇ ਦੇ ਨਾਂ ਉਹ ਜ਼ਮੀਨ ਲਵਾਉਣਾ ਚਾਹੁੰਦੀ ਸੀ, ਉਹ ਲਵਾਉਣ ਨਹੀਂ ਦਿੱਤੀ ਹੈ। ਇਹ ਵੇਖੋ ਨਾ ਆਬਦ ਭਾਈ ਹੁਣ ਅੱਗੋਂ ਨਾ ਮਟਨ ਕੜਾਈ ਖਾਣ ਤੇ ਦਿਲ ਕਰ ਰਿਹਾ ਤੇ ਉਹ 2 ਬੱਕਰੀਆਂ ਜਿਹੜੀਆਂ ਦਬਾ ਹੋਣੀਆਂ ਸਨ ਉਹ ਕੋਈ ਕਰੋ ਤਾਂ ਕਿ ਕੋਈ ਗੋਸ਼ਤ ਲੱਭੀਏ, ਪਕਾਈਏ ਉਹਨੂੰ। ਠੀਕ ਹੈ ਅੱਗੇ ਗੱਲ ਲੈ ਕੇ ਜਾਂਦੇ ਹਾਂ। ਬਸ ਮੈਂ ਇਹੀ ਕਹਿਣ ਲੱਗਾ ਸੀ ਕਿ ਵੇਖ ਲਓ ਜਿੰਨਾ ਗੱਲਾਂ ਦਾ ਤੁਹਾਨੂੰ ਪਤਾ ਹੈ, ਇਹ ਜਿਨ੍ਹਾਂ ਨਾਲ ਤੁਸੀਂ ਸਿਰ ਖਪਾਉਣ ਲੱਗੇ ਉਹਨਾਂ ਨੂੰ ਕੱਖ ਵੀ ਨਹੀਂ ਪਤਾ ਇਹਨਾਂ ਗੱਲਾਂ ਦਾ। ਕਾਹ ਵਾਤੇ ਇਹਨਾਂ ਤੇ એનર્ਜੀ ਆਪਣੀ ਲਾਉਂਦੇ ਹੋ ਤੁਸੀਂ, ਇਹਦੇ ਤੇ એનર્ਜੀ ਲਓ, ਲੋਕਾਂ ਨੂੰ ਦੱਸੋ। ਤੁਸੀਂ ਉੱਥੇ ਸ਼ਾਮ ਤੱਕ ਉਹਨਾਂ ਨੂੰ ਕਨਵਿੰਸ ਕਰਦੇ ਰਹੋ, ਨਹੀਂ ਕਨਵਿੰਸ ਹੋਣਗੇ ਭਾਈ ਜਾਨ, ਛੱਡੋ ਉਹਨਾਂ ਨੂੰ ਉਹਦੇ ਹਾਲ ਤੇ ਛੱਡੋ। ਲੋਕਾਂ ਨੂੰ ਇਹ ਦੱਸੋ ਗੱਲਾਂ, ਤੁਹਾਡੇ ਕੋਲ ਨੌਲੇਜ ਹੈ, ਤੁਸੀਂ ਨੌਲੇਜੇਬਲ ਬੰਦੇ ਹੋ, ਬਾਹਵਾਲਾ ਗੱਲ ਕਰ ਲੈਂਦੇ ਹੋ ਤੇ ਤੁਹਾਨੂੰ ਗੱਲ ਦੀ ਤਰਤੀਬ ਦਾ ਵੀ ਪਤਾ ਹੁੰਦਾ ਹੈ, ਉਹਨੂੰ ਰਬਤ ਨਾਲ ਬਿਆਨ ਕਰਨਾ ਵੀ ਤੁਹਾਨੂੰ ਆਉਂਦਾ ਹੈ। ਤੇ ਸਵੇਰੇ ਇਹਨਾਂ ਨੂੰ ਵੀ ਮੈਂ ਸਾਹਿਲ ਭਾਈ ਹੋਰਾਂ ਨੂੰ ਵੀ ਤੇ ਜ਼ਾਹਿਦ ਭਾਈ ਹੋਰਾਂ ਨੂੰ ਵੀ ਮਿੰਨਤਾਂ ਕਰਕੇ ਆਖਿਆ ਵੀ ਮੇਰੇ ਹੱਥ ਜੁੜੇ ਜੇ, ਅੱਜ ਤੋਂ ਬਾਅਦ ਕਿਸੇ ਬਰਾੜ ਦੇ ਉੱਤੇ ਬਹਿਸ ਨਾ ਕਰੋ, ਛੱਡੋ। ਜਿਹੜਾ ਨਹੀਂ ਮੰਨਦਾ ਉਹਨੂੰ ਉਹਦੇ ਹਾਲ ਤੇ ਛੱਡੋ ਤੇ ਆਪਣਾ ਕੰਮ ਇੱਧਰ ਧਿਆਨ ਕਰੋ। ਹਾਂ ਹੁਣ ਉਹ ਲੱਗੇ ਨੇ ਬੱਕਰੇ ਜ਼ਿਬਾਉਣ ਜੀ, ਬੱਕਰੀਆਂ ਜ਼ਿਬਾਉਣ ਲੱਗੀਆਂ ਨੇ, ਅਸੀਂ ਜੀ ਮਟਨ ਕੜਾਈ ਖਾਣ ਲੱਗੇ ਹਾਂ। ਵੇਖੋ ਨਾ ਇਹ ਵੀ ਹੁਣ ਆਬਦ ਭਾਈ ਨੂੰ ਪਤਾ ਤੇ ਗੱਲ ਪੇ ਕਰਦੇ ਨੇ, ਤੇ ਜਿਨ੍ਹਾਂ ਨਾਲ ਤੁਸੀਂ ਟੱਕਰਾਂ ਮਾਰਨ ਲੱਗੇ ਹੋ ਜਾਓ ਉਹਨਾਂ ਨੂੰ ਪੁੱਛ ਲਓ ਕਿਹੜੀਆਂ ਬੱਕਰੀਆਂ ਦੀ ਗੱਲ ਪੇ ਕਰਦੇ। ਜੇ ਨਾ ਜਵਾਬ ਦੇ ਜਾਣ ਮੇਰਾ ਨਾਂ ਬਦਲ ਦਿਆ ਜੇ, ਕੱਖ ਵੀ ਉਹਨਾਂ ਨੂੰ ਪਤਾ। ਬਸ ਮੁਬਾਰਕਾ ਬੇਗਮ ਦੇ ਬੱਕਰੇ ਨੇ ਇਹ ਹੁਣ ਤੁਹਾਨੂੰ ਦੱਸਣੇ ਬੱਕਰੀਆਂ ਲੱਗੀਆਂ ਕਰਨ ਦੋ ਜਿਨ੍ਹਾਂ ਦੇ ਸਾਹਮਣੇ ਤੁਸੀਂ ਵੇਖਦੇ ਉਹਨੂੰ ਪਤਾ ਨਹੀਂ ਕਿਹੜੀਆਂ ਬੱਕਰੀਆਂ ਨੇ। ਇਹ ਬੱਕਰੀਆਂ 2 ਜ਼ਿਬਾਉਣ ਲਈਆਂ ਨੇ। ਇਹ 1892 ਦੇ ਮੈਂ ਕਿਹਾ ਰਾਨ ਕਿੰਨੇ ਲੈਣੀ ਫਿਰ ਉਹਦੀ ਨਜ਼ਰ ਆਏਗੀ ਨਾ, ਰਾਨ ਆਪਣੀ ਦੀ ਮਰਜ਼ੀ ਦੀ। ਨਜ਼ਰ ਹਾਂ ਉਹ ਬੱਕਰਾ ਉਹ ਛੇੜੀਏ ਤੇ ਰਾਨ ਮੇਰੀ ਗੱਲ ਮੈਂ ਛੇੜੀਏ। ਜਿਨ੍ਹਾਂ ਬੱਕਰੀਆਂ ਤੇ ਨਿਸ਼ਾਨਾ ਰੱਖਿਆ ਰਾਨਾ ਉਹਨਾਂ ਦੀਆਂ ਭਾਈ 2 ਰਾਨਾ ਦੇ ਦਿਓ ਤੁਸੀਂ। ਪਿਛਲਾ ਉੱਠਦਾ ਕੋਈ ਸਾਰਾ। ਅੱਛਾ ਮੈਂ ਇਹ ਕਹਿ ਰਿਹਾ ਸੀ ਕਿ 1892 ਦੇ 7 ਅਪ੍ਰੈਲ ਨੂੰ ਵਿਆਹ ਹੁੰਦਾ ਹੈ। ਸੁਣਦੇ ਪਏ ਹੋ ਕਿ ਸੌਂਗੇ ਹੋ? ਫਰੰਟ ਸੀਟ ਤੇ ਸਾਰੇ ਧਿਆਨ ਨਾਲ ਸੁਣੋ ਜਿਹੜੇ ਮੌਜੂਦ ਹੈ। ਜੀ ਸੁਣ ਰਹੇ ਸਰ। जी सुन रहे हैं सर। 7 अप्रैल
ਜਜ਼ਾਕੱਲਾ। 7 ਅਪ੍ਰੈਲ 1892 ਨੂੰ ਵਿਆਹ ਹੁੰਦਾ ਹੈ। 2.5 ਸਾਲ ਬਾਅਦ ਪੇਸ਼ਗੋਈ ਖਤਮ ਹੋ ਗਈ। 1894 ਦੇ ਸਤੰਬਰ ਅਕਤੂਬਰ ਜਾ ਕੇ 2 ਸਾਲ 6 ਮਹੀਨੇ ਪੂਰੇ ਹੋ ਗਏ, ਪੇਸ਼ਗੋਈ ਝੂਠੀ ਨਿਕਲ ਆਈ। ਹੁਣ ਜਨਾਬ ਮੁਹੰਮਦੀ ਬੇਗਮ ਤੇ ਸੁਲਤਾਨ ਬੇਗ ਉਹ ਪੱਟੀ ਵਿੱਚ ਆਪਣੇ ਮੀਆਂ ਬੀਵੀ ਹੱਸੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਹੇ ਨੇ, ਤੇ ਮਿਰਜ਼ਾ ਕਾਦੀਆਨੀ ਦੇ ਉੱਤੇ ਇੱਥੇ ਗੁਰਦਾਸਪੁਰ ਵਿੱਚ ਤਾਨਿਆਂ ਦੀ ਬਾਰਿਸ਼ ਹੋਣ ਲੱਗੀ ਹੈ ਕਿ ਬਈ ਉਹ ਕਿੱਧਰ ਗਈ ਤੇਰੀ ਅਸਮਾਨੀ ਮਨਕੂਆ, ਤੂੰ ਤਾਂ ਕਹਿਣਾ ਅਸਮਾਨ ਤੇ ਨਿਕਾਹ ਹੋ ਗਈ, ਕਿੱਧਰ ਗਈ? ਇਹ ਸਫਾਈਆਂ ਦਿੰਦਾ ਫਿਰਦਾ ਹੈ। 1894 ਗਿਆ, 95 ਗਿਆ, 96 ਆ ਗਿਆ। 96 ਦਾ ਕਿਉਂਕਿ ਇਹਨੇ ਉਹ ਮੁਨਾਜ਼ਰਾ ਵੀ ਕੀਤਾ ਸੀ ਅਬਦੁੱਲਾ ਆਤਮ ਨਾਲ 93 ਵਿੱਚ, ਉਹਦੀ ਵੀ 2.5 ਸਾਲਾ ਮੁੱਦਤ ਸੀ ਅਬਦੁੱਲਾ 15 ਮਹੀਨੇ ਮੁੱਦਤ ਸੀ ਅਬਦੁੱਲਾ ਆਤਮ ਦੀ, ਉਹ ਵੀ 94 ਦੇ 6 ਅਗਸਤ ਵਾਲੇ ਦਿਨ ਮੁੱਕ ਗਈ ਸੀ। ਹੁਣ 94 ਤੋਂ ਲੈ ਕੇ 95 ਤਾਈਂ ਤੇ 96 ਤਾਈਂ ਮਿਰਜ਼ਾ ਕਾਦੀਆਨੀ ਦੇ ਉੱਤੇ ਇੱਕ ਐਸਾ ਪੀਰੀਅਡ ਸੀ 2 ਸਾਲ ਕਿ ਜਿਹਦੇ ਬਾਰੇ ਸ਼ਾਇਰ ਕਹਿੰਦਾ ਹੈ, इस नक्श पाक सजदे ने इतना किया जलील, हम कूचाए रकीब में भी सर के बल चले। ਇਹ 2 ਸਾਲ ਨੇ ਨਾ ਜਿਹੜੇ 94 95 96 ਖਾਸ ਕਰਕੇ 94 ਸਤੰਬਰ ਤੋਂ ਬਾਅਦ 95 96 ਮਿਰਜ਼ਾ ਕਾਦੀਆਨੀ ਮੁਰੀਦਾਂ ਨੂੰ ਡੱਕਦਾ ਰਿਹਾ, ਸਮਝਾਉਂਦਾ ਰਿਹਾ ਕਿ ਨਹੀਂ ਨਹੀਂ ਮੇਰੀਆਂ ਪੇਸ਼ਗੋਈਆਂ ਝੂਠੀਆਂ ਨਹੀਂ ਹਨ, ਮੈਂ ਅੱਲਾ ਦਾ ਵਲੀ ਹਾਂ, ਪੈਗੰਬਰ ਹਾਂ, ਮੈਂ ਤੁਸੀਂ ਫਿਕਰ ਨਾ ਕਰੋ, ਮੈਨੂੰ ਅੱਲਾਹ ਤਾਲਾ ਨੇ ਦੱਸਿਆ ਤੁਸੀਂ ਮੇਰੇ ਤੋਂ ਬਾਦਿਲ ਨਾ ਹੋ। ਬੰਦੇ ਫੜਕਦੇ ਸੀ ਕਿ ਇਹ ਤੇ ਗੱਲਾਂ ਸਾਫ਼ ਝੂਠੀਆਂ ਨੇ, ਐਵੇਂ ਹੀ ਅਸੀਂ ਆਪਣਾ ਬੇੜਾ ਗਰਕ ਕਰ ਲਿਆ, ਇੰਨੇ ਸਾਲ ਦਾ ਤੇਰੇ ਮਗਰ ਲੱਗੇ ਆ। ਇਹ ਉਹਨਾਂ ਨੂੰ ਤਸੱਲੀਆਂ ਦਿੰਦਾ ਸੀ। ਕਿਸ ਤਰ੍ਹਾਂ ਤਸੱਲੀਆਂ ਦਿੰਦਾ ਸੀ? ਉਹ ਅਬਦੁੱਲਾ ਆਤਮ ਦੇ ਬਾਰੇ ਇਸ਼ਤਿਹਾਰ ਛਾਪ ਦਿੱਤਾ, ਤੈਨੂੰ 1000 ਰੁਪਇਆ ਨਾਮ ਦੇਾਂਗੇ ਤੂੰ ਕਸਮ ਚੁੱਕ, ਫਿਰ ਕਹਿੰਦਾ ਤੈਨੂੰ 2000 ਨਾਮ, ਫਿਰ 2000 ਇਸ਼ਤਿਹਾਰ, 2000 ਇਨਾਮੀ ਇਸ਼ਤਿਹਾਰ ਛਪਵਾਇਆ, ਫਿਰ 3000 ਇਨਾਮੀ ਇਸ਼ਤਿਹਾਰ, ਫਿਰ 4000 ਇਨਾਮੀ ਇਸ਼ਤਿਹਾਰ ਛਪਵਾਉਂਦਾ ਮਰ ਗਿਆ। ਜ਼ਮੀਮਾ ਰਸਾਲਾ ਅੰਜਾਮੇ ਆਤਮ ਵਿੱਚ ਮੋਸਟ ਪ੍ਰੋਬੇਬਲੀ ਇਹਨੇ ਲਿਖਿਆ ਹੈ ਇਹਦੇ ਬਾਰੇ, ਮੁਹੰਮਦੀ ਬੇਗਮ ਦੇ ਰਿਸ਼ਤੇ ਦੇ ਬਾਰੇ, ਕਿਉਂਕਿ ਉਦੋਂ ਇਹ ਜੁੱਤੀਆਂ ਦੀ ਬਾਰਿਸ਼ ਹੋ ਰਹੀ ਸੀ ਪੂਰੇ ਗੁਰਦਾਸਪੁਰ ਵਿੱਚ ਕਿ ਅਬਦੁੱਲਾ ਆਤਮ ਦੇ ਬਾਰੇ ਪੇਸ਼ਗੋਈ ਕੀਤੀ, ਉਹ ਵੀ ਝੂਠੀ ਨਿਕਲੀ। ਮੁਹੰਮਦੀ ਬੇਗਮ ਨਾਲ ਵਿਆਹ ਕਰਨ ਦੀ ਕੀਤੀ ਤੇ ਆਖਿਆ 2.5 ਸਾਲ 'ਚ ਉਹਦਾ ਸ਼ੋਹਰ ਮਰੇਗਾ, ਉਹ ਵੀ ਨਾ ਮਰਿਆ। ਮੁਹੰਮਦੀ ਬੇਗਮ ਆਪਣੇ ਘਰ ਵਸਦੀ ਪਈ ਏ, ਇਹ ਇੱਥੇ ਪੀਰ ਬਣ ਕੇ ਆਂਦਾ ਮੈਨੂੰ ਖੁਦਾ ਮੇਰੇ ਨਾਲ ਗੱਲਾਂ ਕਰਦਾ। ਇਹਨਾਂ ਗੱਲਾਂ ਦਾ ਜਵਾਬ ਸਵਾਲ ਪੈਦਾ ਹੁੰਦਾ ਉਸਤਾਦ ਜੀ, ਜੋ ਉਹਨੇ 4000 ਯਾਨੀ ਇਸ ਜ਼ਮਾਨੇ ਦੇ ਪਤਾ ਨਹੀਂ ਕਿੰਨੇ ਕੋ ਕਰੋੜ ਬਣ ਜਾਣਗੇ, ਤੇ ਅਬਦੁੱਲਾ ਆਤਮ ਪੈਸ਼ਨ ਕੋਈ ਕੀ ਕਹਿੰਦਾ ਕਸਮ ਚੁੱਕ ਕੇ 4000 ਫੜਦਾ ਉਹਦੇ ਕੋਲੋਂ, ਉਹਨੇ ਕਿਉਂ ਨਹੀਂ ਫੜੇ? ਇਹ ਕੀ ਵਜ੍ਹਾ ਬਾਈਸ ਰਹੀ? ਭਾਈ ਅਸਲ ਇਹ ਵੇ ਕਿ ਕ੍ਰਿਸਚੀਅਨਿਟੀ ਦੇ ਵਿੱਚ ਕਸਮ ਚੁੱਕਣਾ ਉਹਦੀ ਮਮਾਨੀਅਤ ਹੈ ਨਾ। ਅਗਰ ਉਹ ਕਸਮ ਚੁੱਕ ਜਾਂਦਾ ਨਾ, ਇਹਨੇ 4000 ਨਹੀਂ ਸੀ ਦੇਣਾ, ਇਹਨੇ ਆਖਣਾ ਸੀ ਇਹ ਲੋ ਮੇਰੀ ਗੱਲ ਸਾਬਤ ਹੋ ਗਈ, ਕ੍ਰਿਸਚੀਅਨਿਟੀ ਨੂੰ ਛੱਡ ਕੇ ਬੈਠੇ ਆ, ਕ੍ਰਿਸਚੀਅਨਿਟੀ ਤੇ ਕਸਮ ਚੁੱਕਣ ਤੋਂ ਮਨਾ ਕਰਦੀ ਹੈ। हाँ ठीक हो गया। अच्छा वो मत इनके एक छोटा जिहा सवाल मेरा भी नाल ले लो आमिर साहब, एक छोटा जिहा सवाल, ये बकरियां ज़बह करन तो पहले खत लिख के भी पूछ लेना कि शादी हो गई सी या नहीं हुई सी। किदी 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 मुहम्मदी बेगम दी खत लिख के पहले तस्दीक भी तो करनी है ना कि शादी हो गई है या नहीं हुई, ये भी तो दसो ना पहले। हाँ शादी तो हो गई ना, मन आसमान वाली पे कहते हो कि दुनिया वाली कहते पे? नहीं नहीं, जदों मुहम्मदी बेगम की शादी हो गई है तो मिर्जा साहब ने खत भी तो लिखिया सी ना कि मैनू तस्दीक करके दसो कि शादी वाकई हो गई है या नहीं हुई। हाँ 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 वो वाली गल कर। हाँ ਉਹ ਇਹ ਸੂਹਾ ਲੈਂਦਾ ਫਿਰਦਾ ਸੀ, ਖਤ ਲਿਖ ਲੈ ਕੇ ਪੁੱਛਦਾ ਸੀ ਬਈ ਈਦ ਤੋਂ ਦੂਜੇ ਦਿਨ ਇਹਨਾਂ ਨੇ ਸ਼ਾਦੀ ਦਾ ਪ੍ਰੋਗਰਾਮ ਰੱਖਿਆ ਹੈ ਤੇ ਮੈਨੂੰ ਕੋਈ ਖਬਰ ਨਹੀਂ ਆ ਰਹੀ, ਪਤਾ ਕਰੋ ਸ਼ਾਦੀ ਹੋ ਗਈ ਕਿ ਨਹੀਂ ਹੋ ਗਈ ਮੁਹੰਮਦੀ ਬੇਗਮ ਦੀ। ਮੈਂ ਤੁਹਾਨੂੰ ਦੱਸਿਆ ਵੀ ਬੜਾ ਜ਼ਲੀਲ ਹੋਇਆ, ਬੜਾ ਇਹਨਾਂ ਦੋਵਾਂ ਕੰਮਾਂ ਪਿੱਛੇ ਇੰਨਾ ਕੁ ਜ਼ਲੀਲ ਹੋਇਆ ਨਾ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਇਹਦੀ ਜੰਜ ਚੜ੍ਹਦੀ ਰਹੀ ਹੈ। ਬਹਰਹਾਲ ਉਹ ਜ਼ਮੀਮਾ ਰਸਾਲਾ ਅੰਜਾਮੇ ਆਤਮ 'ਚ ਇਹਨੇ ਇੱਕ ਗੱਲ ਲਿਖੀ ਹੈ, ਇਹਨੇ ਆਖਿਆ ਵੀ ਗੱਲ ਇਹ ਹੈ ਕਿ ਲੋਕੀ ਕਹਿੰਦੇ ਨੇ ਕਿ ਅਹਿਮਦ ਬੇਗ ਦੀ ਕੁੜੀ ਦਾ ਰਿਸ਼ਤਾ ਮੰਗਿਆ ਸੀ ਤੇ ਉਹ ਰਿਸ਼ਤਾ ਉਹਨੇ ਨਾ ਦਿੱਤਾ ਤੇ ਉਹ ਕੁੜੀ ਉੱਥੇ ਵਿਆਹ ਕਰਤੀ ਤੇ ਉਹ ਹੱਸੀ ਖੁਸ਼ੀ ਆਪਣੀ ਜ਼ਿੰਦਗੀ ਵੀ ਗੁਜ਼ਾਰਦੀ ਏ ਤੇ ਮੈਂ ਇਹ ਵੀ ਕਹਿਣਾ ਮੇਰੀ ਪੇਸ਼ਗੋਈ ਜਿਹੜੀ ਉਹਨੇ ਪੂਰਾ ਹੋਣਾ ਹੈ। ਤੇ ਕਹਿੰਦਾ ਅਸਲ ਗੱਲ ਇਹ ਵੇ ਕਿ ਪੇਸ਼ਗੋਈ ਦੀ ਇੱਕ ਲੱਤ ਟੁੱਟ ਗਈ ਏ, ਜਦੋਂ ਅਹਿਮਦ ਬੇਗ ਮਰ ਗਿਆ ਨਾ ਉਹਦੀ ਇੱਕ ਲੱਤ ਤੇ ਟੁੱਟ ਗਈ ਏ। ਹੁਣ ਸੁਲਤਾਨ ਬੇਗ ਜਿਹੜਾ ਉਹਨੇ ਮਰਨਾ ਤੇ ਉਹਦਾ ਰਿਸ਼ਤਾ ਮੇਰੇ ਨਾਲ ਹੋ ਜਾਣਾ ਦੁਬਾਰਾ ਮੁਹम्मदी बेगम ਦਾ। ਤੇ ਤੁਸੀਂ ਕਹਿੰਦੇ ਹੋ ਵੀ 2.5 ਸਾਲ ਗੁਜ਼ਰ ਗਏ ਨੇ ਤਾਂ ਕੀ ਹੋ ਗਿਆ? ਵਕਤੋਂ में तो इश्तिहारों का भी दखल होता है। वक्त जेड़ा है ना जरूरी नहीं 2.5 साल हो गए, वक्तों में तो इश्तिहारात को भी दखल होता है।
ਹੁਣ ਮਰ ਜਾਏਗਾ, ਅਗਲੇ ਸਾਲ ਮਰ ਜਾਏਗਾ, ਕੋਈ ਮਸਲਾ ਨਹੀਂ ਹੈ, ਲੇਕਿਨ ਉਹ ਮਰੇਗਾ, ਬਿਲ ਆਖਰ ਇਹ ਔਰਤ ਮੇਰੇ ਨਿਕਾਹ 'ਚ ਆਵੇਗੀ। ਤੇ ਦੂਜੀ ਗੱਲ ਇਹ ਵੇ ਕਿ ਕਹਿੰਦਾ ਅੱਜ ਤੂੰ 16 ਸਾਲ ਪਹਿਲੇ 96 ਤੋਂ 16 ਸਾਲ ਪਹਿਲੇ ਯਾਨੀ 1880 ਵਿੱਚ ਅੱਜ ਤੋਂ 16 ਸਾਲ ਪਹਿਲੇ ਮੈਂ ਬਰਹੀਨ ਅਹਿਮਦੀਆ ਦੇ ਵਿੱਚ ਇੱਕ ਇਲਹਾਮ ਸ਼ਾਇਆ ਕੀਤੇ ਹੈ, ਸ਼ੈਤਾਨ ਤਜ਼ਬਹਾਨ। शैतान तज़बहान 2 बकरियां ज़िबा की जाएंगी। कहता है वो 2 बकरियां अहमद बेग ते सुल्तान बेग ने, एक बकरी ज़िबा हो गई है, अहमद बेग मर गया, हुण सुल्तान बेग ने मरना है। ਇਹ 2 बकरियां ਦਾ ਲਾਮ ਤੇ ਮੈਨੂੰ 1880 ਚ ਹੋਇਆ ਸੀ, ਬਰਹੀਨ ਅਹਿਮਦੀ ਚ ਲਿਖਿਆ, ਮੈਂ ਲਾਮ ਉੱਥੇ ਲਿਖੇ ਹੈ ਸ਼ੈਤਾਨ ਤਜ਼ਬਹਾਨ, ਲੇਕਿਨ ਅਹਿਮਦ ਬੇਗ ਸੁਲਤਾਨ ਬੇਗ ਦਾ ਜ਼ਿਕਰ ਹੀ ਕੋਈ ਨਹੀਂ, ਉਹ ਤਾਂ ਐਵੇਂ ਗੱਲਾਂ ਕੱਢਦਾ ਰਹਿੰਦੇ ਨੇ, ਬਾਅਦ ਚ ਆਪਣੀਆਂ ਗੱਲਾਂ ਨੂੰ ਮੋਡੀਫਾਈ ਪਿਆ ਕਰਦੇ। ਬਹਰਹਾਲ ਸ਼ੈਤਾਨ ਤਜ਼ਬਹਾਨ ਮੇਰਾ ਇਲਹਾਮ ਸੀ। वो 2 बकरियां ऐ ने, सुल्तान बेग ते अहमद बेग। अहमद बेग मर गया है, बस दूसरी बकरी भी ज़िबा होई लो। लो जी तसलियां ने 1896 च लोगों को इंज दित्तियां ने जामियात। ਉਹਦੇ ਬਾਅਦ ਇਹਨੇ ਕੋਈ 4 ਸਾਲ ਬਾਅਦ ਜਾ ਕੇ ਕਿਤਾਬ ਲਿਖੀ ਹੈ ਸ਼ਹਾਦਤੁਲ ਕੁਰਾਨ, ਨਾ ਸ਼ਹਾਦਤੁਲ ਕੁਰਾਨ ਹੈ ਜਾਂ ਸ਼ਹਾਦਤੁਲ ਮੁਲਹਮੀਨ ਹੈ। ਉਸ ਕਿਤਾਬ ਦੇ ਵਿੱਚ ਇਹਨੇ ਜ਼ਿਕਰ ਕੀਤਾ ਹੈ ਤਜ਼ਕਰਾਤੁਲ ਸ਼ਹਾਦਤੈਨ, ਤਜ਼ਕਰਾਤੁਲ ਸ਼ਹਾਦਤ। ਹਾਂ ਠੀਕ, ਦੇਖੋ ਨਾ ਇਸ ਗੱਲੇ ਆਂਦੇ ਨੇ, ਉਹ ਸਾਡੇ ਉਸਤਾਦ ਆਂਦੇ ਹੁੰਦੇ ਸੀ ਗੁਜਰਾਂ ਵਾਲੇ ਆ ਕੇ ਬੜਾ ਦਿਲ ਖੁਸ਼ ਹੁੰਦਾ, ਸਟੇਜ ਤੇ ਉਲਮਾ ਬੈਠੇ ਹੁੰਦੇ ਨੇ, ਜਿੱਥੋਂ ਬੰਦਾ ਭੁੱਲ ਜਾਏ ਤੇ ਪਿੱਛੋਂ ਦੱਸ ਲੈਂਦੇ ਨੇ, ਕਿਤਾਬ ਦਾ ਨਾਂ ਭੁੱਲ ਜਾਏ, ਆਇਤ ਪੜ੍ਹਦਿਆਂ ਬੰਦਾ ਭੁੱਲ ਜਾਏ, ਤੇ ਆਂਦੇ ਸਨ ਗੁਜਰਾਂ ਵਾਲੇ ਆ ਕੇ ਬੜਾ ਮਜ਼ਾ ਆਉਂਦਾ ਹੈ, ਸਟੇਜ ਤੇ ਉਲਮਾ ਬੈਠੇ ਹੁੰਦੇ ਨੇ। ਬਾਕੀ ਜਗ੍ਹਾ ਤੇ ਤਕਰੀਰ ਕਰਨ ਜਾਈਦੀ ਹੈ ਤੇ ਉੱਥੇ ਇਕੱਲਾ ਹੀ ਮੌਲਵੀ ਹੁੰਦਾ ਤੇ ਸੁਣਨ ਵਾਲੇ ਸਾਰੇ ਸਾਹਮਣੇ ਹੁੰਦੇ ਨੇ, ਤੇ ਜੇ ਕੋਈ ਗੱਲ ਤੋਂ ਬੰਦਾ ਥੜੁਕ ਜਾਏ ਤੇ ਗੱਲ ਕਰਦੇ ਹਰ ਬੰਦੇ ਨੂੰ ਗਲਤੀ ਤੇ ਲੱਗ ਜਾਂਦੀ ਹੈ। ਤਜ਼ਕਰਾਤੁ ਸ਼ਹਾਦਤੈਨ ਵਿੱਚ 4 ਸਾਲ ਬਾਅਦ ਕਹਿੰਦਾ ਹੈ ਕਿ ਕਾਬਲ ਦੇ ਵਿੱਚ ਮੇਰੇ 2 ਮੁਰੀਦ ਸਨ, ਮੁੱਲਾ ਲਤੀਫ ਤੇ ਅਬਦੁਰਰਹਿਮਾਨ। ਅਸਾਂ ਸਭ ਗੌਰ ਨਾਲ ਸੁਣਿਓ। ਕਹਿੰਦਾ ਹੈ ਉਹਨਾਂ ਦੋਵਾਂ ਨੂੰ ਅਮੀਰ ਕਾਬਲ ਨੇ ਸੰਸਾਰ ਕਰਵਾ ਦਿੱਤਾ ਹੈ, ਮਰਵਾ ਦਿੱਤਾ ਹੈ। ਤੇ ਮੈਨੂੰ ਤੇ ਅੱਜ ਤੋਂ 20 ਸਾਲ ਪਹਿਲੇ ਲਾਮ ਹੋ ਗਿਆ ਸੀ ਸ਼ੈਤਾਨ ਤਜ਼ਬਹਾਨ, 2 ਬੱਕਰੀਆਂ ज़िबा ਹੋਣਗੀਆਂ। ਇਹ ਉਹੀ 2 ਬੱਕਰੀਆਂ ਨੇ, ਇਹ ਉਹੀ 2 ਬੱਕਰੀਆਂ ਨੇ। ਇਹ ਵੇਖੋ कि वो पूरी नस्ल डायग्राम ही बदल गई है। पहले सुल्तान बेग सी, अहमद बेग सी, फिर बाकी ਜਿਹੜਾ ਮਰਦਾ ਗਿਆ ਤੇ ਬੱਕਰੀ ਉਹ ਬੰਦਾ ਗਿਆ। ਇਹੀ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੇ ਲਿਖਿਆ। ਉਹਨੇ ਆਖਿਆ ਤੁਸੀਂ ਇਲਹਾਮ ਦੀ ਗੁਲਾਈ ਵੇਖੋ, ਤੁਸੀਂ ਇਲਹਾਮ ਦੀ ਗੁਲਾਈ ਵੇਖੋ, ਦੁਸ਼ਮਣ ਤੇ ਵੀ ਪੂਰੀ ਆਮਦੀ ਤੇ ਸੱਜਣ ਤੇ ਵੀ ਪੂਰੀ ਆਮਦੀ ਹੈ। ਬੱਕਰੀਆਂ ਜਿਹੜੀਆਂ ਨੇ ਉਹ ਐਸਾ ਇੱਕ ਵਰਡ ਹੈ ਕਿ ਅਹਿਮਦ ਬੇਗ ਤੇ ਸੁਲਤਾਨ ਬੇਗ ਦੁਸ਼ਮਣ ਨੇ, ਪਹਿਲਾਂ ਉਹਨਾਂ ਵਾਸਤੇ ਇਸਤੇਮਾਲ ਕਰ ਲਿਆ, ਹੁਣ ਆਪਣੇ 2 ਮੁਰੀਦ ਨੇ ਮੁੱਲਾ ਲਤੀਫ ਤੇ ਅਬਦੁਰਰਹਿਮਾਨ, ਹੁਣ ਉਹਨਾਂ ਤੇ ਲਾਤਾ ਸੁਲਾਮ। ਕੈਸੀ ਗਲਾਈ ਹੈ। ਉਹ ਅਨਵਰ ਮਸੂਦ ਦੀ ਨਜ਼ਮ ਨਹੀਂ ਹੈ, ਬਨੈਣ ਲੈਣ ਜਾਂਦੇ ਹੋ, ਬਨੈਣ ਲੈ ਕੇ ਆਉਂਦੇ ਹੋ, ਪਾਉਂਦੇ ਹੋ ਤੇ ਪੈਂਦੀ ਨਹੀਂ, ਲਾਂਦੇ ਹੋ ਤੇ ਲਹਿੰਦੀ ਨਹੀਂ, ਤੇ ਜੇ ਪੈ ਜੇ ਤੇ ਦੁਬਾਰਾ ਪਾਣ ਜੋ ਹੀ ਰਹਿੰਦੀ ਨਹੀਂ। ਪਾ ਲਓ ਤੇ ਲੈਂਦੀ ਨਹੀਂ, ਲਾ ਲਓ ਤੇ ਪੈਂਦੀ ਨਹੀਂ। ਬਨੈਣ ਮੇਰੀ ਵਧੀਆ, ਬਨੈਣ ਮੇਰੀ ਟਾਪ ਦੀ। ਆ ਬਨੈਣ ਮੇਰੀ ਵਧੀਆ, ਬਨੈਣ ਮੇਰੀ ਨਿੱਕਿਆਂ ਵੱਡਿਆਂ ਦੀ, ਵੱਡਿਆਂ ਨੂੰ ਪੂਰੀ ਆਵੇ ਨਿੱਕਿਆਂ ਦੇ ਨਾਪ ਦੀ। ਹਾਂ, ਵੱਡਿਆਂ ਨੂੰ ਪੂਰੀ ਆਵੇ ਨਿੱਕਿਆਂ ਦੇ ਨਾਪ ਦੀ। ਇਹ ਜੇ ਉਹ ਬਨੈਣ ਜਿਹੜੀ ਵੱਡਿਆਂ ਨੂੰ ਪੂਰੀ ਆਵੇ ਨਿੱਕਿਆਂ ਦੇ ਨਾਪ ਦੀ, ਯਾਨੀ ਇਹ ਸ਼ੈਤਾਨ ਤਜ਼ਬਹਾਨ। ਹੋਰ ਬਨੈਣ ਦਾ ਜ਼ਿਕਰ ਕਰ ਦਵਾਂ, ਅਮਰ ਨਜ਼ੀਰ ਸਾਹਿਬ ਇੱਕ ਹੋਰ ਬਨੈਣ ਦਾ ਜ਼ਿਕਰ ਕਰ ਦਵਾਂ ਨਾਲ। ਮਿਰਜ਼ਾ ਸਾਹਿਬ ਨੂੰ 1903 ਦੇ ਵਿੱਚ ਕਹਿੰਦੇ ਨੇ ਜੀ ਮੈਨੂੰ ਇਲਹਾਮ ਹੋਇਆ ਆਫਤ ਦਿਆਰੋ ਮਹੱਲੋਆ ਵਾ ਮਕਾਮੋ। ਜਦੋਂ ਇਹਨੂੰ ਅਲ ਹਕਮ ਅਖਬਾਰ ਦੇ ਵਿੱਚ ਪਬਲਿਸ਼ ਕੀਤਾ ਜਾਂਦਾ ਹੈ ਤੇ ਅੱਗੇ ਬ੍ਰੈਕਟ ਵਿੱਚ ਲਿਖ ਦਿੱਤਾ ਜਾਂਦਾ ਹੈ ਮੁਤਲਕ ਤਾਊਨ, ਯਾਨੀ ਕਿ ਇਹ ਇਲਹਾਮ ਤਾਊਨ ਦੇ ਮੁਤਲਕ ਹੈ। ਲੇਕਿਨ 1904 ਦੇ ਵਿੱਚ ਜਦੋਂ ਜ਼ਲਜ਼ਲਾ ਆਉਂਦਾ ਤੇ ਮਿਰਜ਼ਾ ਸਾਹਿਬ ਇਹਨੂੰ ਚੇਪ ਦਿੰਦੇ ਨੇ ਜ਼ਲਜ਼ਲੇ ਦੇ ਉੱਤੇ ਕਿ ਇਹ ਇਲਹਾਮ ਮੈਨੂੰ ਹੋਇਆ ਸੀ ਜ਼ਲਜ਼ਲੇ ਦੇ ਬਾਰੇ। ਲੋਕਾਂ ਨੇ ਗਾਲਾਂ ਕੱਢੀਆਂ ਤੇ ਲੋਕਾਂ ਨੇ ਆਖਿਆ ਕਿ ਇਹ ਮਿਰਜ਼ਾ ਸਾਹਿਬ ਤੁਸੀਂ ਪਹਿਲੇ ਕਹਿ ਗਏ ਹੋ ਇਹ ਤਾਊਨ ਦੇ ਬਾਰੇ 'ਚ, ਤੇ ਹੁਣ ਤੁਸੀਂ ਕਹਿ ਰਹੇ ਹੋ ਇਹ ਉਹਦੇ ਬਾਰੇ 'ਚ, ਜ਼ਲਜ਼ਲੇ ਦੇ ਬਾਰੇ 'ਚ, ਤੇ ਹੁਣ ਕੀ ਕਹਿੰਦਾ ਤਾਊਨ ਤੇ ਜ਼ਲਜ਼ਲਾ ਇੱਕੋ ਹੀ ਚੀਜ਼ ਹੈ, ਉਹ ਵੀ ਮੇਰੀ ਤਾਈਦ ਵਾਸਤੇ ਹੋਇਆ ਤੇ ਇਹ ਵੀ ਮੇਰੀ ਤਾਈਦ ਵਾਸਤੇ। ਸੁਭਾਨ ਅੱਲਾ, ਇੱਕ ਵਾਰੀ ਬੋਲੋ ਸੁਭਾਨ ਅੱਲਾ। ਇਹ ਜੇ ਦੀਆਂ ਵਾਰਦਾਤਾਂ ਇਹ ਲੋਕਾਂ ਨੂੰ ਦੱਸਣ ਦੀ ਲੋੜ ਹੈ। ਇਹਦੀਆਂ ਵਾਰਦਾਤਾਂ ਲੋਕਾਂ ਨੂੰ ਦੱਸੋ ਕਿ ਫਰਾਡੀ ਸੀ, ਧੋਖਾ ਕਰਦਾ ਸੀ ਲੋਕਾਂ ਨਾਲ, ਇਸ ਤਰ੍ਹਾਂ ਗੱਲਾਂ ਆਪਣੀਆਂ ਪੂਰੀਆਂ ਕਰਦਾ ਖਿੱਚ ਕੇ। ਇਹ ਜਿਹੜਾ ਇਹਨੇ ਇਲਹਾਮ ਛਾਇਆ ਕੀਤਾ ਨਾ ਆਫਤ ਦਿਆਰ ਮਹੱਲੋ ਆਵਾ ਮਕਾਮੋਹਾ, ਇਹ ਕੋਈ ਖੁਦਾਈ ਇਲਹਾਮ ਨਹੀਂ ਸੀਗਾ। ਇਹ ਉਮਰਾਉਲ ਕੈਸ ਇੱਕ ਸ਼ਾਇਰ ਸੀ ਤੇ ਉਹਦੇ ਦੀਵਾਨ ਦੀ
ਇੱਕ ਨਜ਼ਮ ਹੈ ਉਹ 80 ਅਸ਼ਾਰ ਦੇ ਉੱਤੇ ਮੁਸ਼ਤਮਿਲ ਹੈ। ਉਹਦੇ ਚ ਪਹਿਲਾ ਸ਼ੇਰ ਹੈ ਹੀ ਇਹ ਵੇ ਆਫਾ ਸੁਭਾਨ ਅੱਲਾਹ। ਮਹੱਲੋ ਆਵਾ ਮਕਾਮੋ ਆ, ਉੱਥੋਂ ਚੋਰੀ ਕਰਕੇ ਲਿਖਿਆ। ਹੈਲੋ ਇਹ ਜਿਹਦੀ ਇਲਹਾਮ ਦੀ ਹਕੀਕਤ। ਅੱਛਾ ਹੋ ਸਕਦਾ ਉਹਨੂੰ ਵੀ ਹੋਇਆ ਫਿਰ ਹੋਵੇ। ਜਦੋਂ ਲੋਕਾਂ ਨੇ ਹੋ ਸਕਦਾ ਉਹਨੂੰ ਵੀ ਲੋਕਾਂ ਨੇ ਲਾਮ ਹੋਇਆ ਅੱਗੋਂ ਹੋਵੇ ਸਵਾਲ ਕੀਤਾ ਆਮਿਰ ਸਾਹਿਬ, ਲੋਕਾਂ ਨੇ ਅੱਗੋਂ ਸਵਾਲ ਕੀਤਾ ਕਿ ਇਹ ਤੇ ਇੱਕ ਸ਼ੇਰ ਹੈ ਤੇ ਅੱਗੋਂ ਫਿਰ ਮਿਰਜ਼ਾ ਸਾਹਿਬ ਤੁਸੀਂ ਇਹਨਾਂ ਦੀ ਅੱਗੋਂ ਇਹ ਹਰਕਤ ਦੇਖੋ ਕਿ ਮੰਨ ਵੀ ਗਏ ਹਾਂ ਵਾਕਈ ਇਹ ਸ਼ੇਰ ਹੈ, ਲੇਕਿਨ ਉਹਨੇ ਜਿਹੜਾ ਸ਼ੇਰ ਕਿਹਾ ਉਹ ਮਾਦੀ ਦੇ ਵਿੱਚ ਕਿਹਾ, ਜਿਹੜਾ ਮੈਨੂੰ ਇਲਹਾਮ ਹੋਇਆ ਹੈ ਉਹ ਗੁਜ਼ਾਰੇ ਦੇ ਵਿੱਚ ਹੋਇਆ। ਲੋ ਫਿਰ ਆਂਦੇ ਨੇ ਨਾ ਵਾਰੀ ਨਾਲ ਵਾਰੀ ਦਈਏ ਤੇ ਗੱਲ ਸਵਾਦ ਤਾਂ ਹੁੰਦਾ ਨਾ। ਇੱਕ ਹੋਰ ਵੀ ਇਹਦਾ ਇਲਹਾਮ ਹੈ ਫਾਰਸੀ ਦਾ, ਕਰਮ ਹਾਏ ਤੂੰ ਮਾਰਾ ਕਰਦ ਗੁਸਤਾਖ। ਬਰਾਈ ਨਿਯਮ ਦੀ ਖੋਲ ਕੇ ਵੇਖੋ ਉਹਦੇ ਚ ਲਿਖਿਆ ਹੈ। ਫਾਰਸੀ ਦਾ ਉਹ ਮਿਸਰਾ ਹੈ ਇੱਕ ਕਿਸੇ ਸ਼ਾਇਰ ਦਾ, ਕਰਮ ਹਾਏ ਤੂੰ ਮਾਰਾ ਕਰਦ ਗੁਸਤਾਖ। ਉਹਦਾ ਤਰਜਮਾ ਹੈ ਵੇ ਕਿ ਤੇਰਿਆਂ ਕਰਮਾਂ ਨੇ ਮੈਨੂੰ ਗੁਸਤਾਖ ਬਣਾ ਦਿੱਤਾ ਹੈ। ਤੇ ਮੁੰਡਾ ਵੱਡਾ ਨਿਕਲਿਆ ਤੇ ਉਹਨੇ ਕਿਤਾਬ 'ਚ ਲਿਖਿਆ, ਉਹਨੇ ਆਖਿਆ ਉਹ ਨਦਾਨ ਸਨ ਜਿਹੜੇ ਕਹਿੰਦੇ ਸਨ ਕਰਮ ਹਾਏ ਤੁਮਾਰਾ ਕਰਦ ਗੁਸਤਾਖ। ਉਹਨੂੰ ਇਹ ਨਹੀਂ ਚੇਤਾ ਰਿਹਾ ਮੇਰੇ ਅੱਬੇ ਦਾ ਵੀ ਲਾਮ ਬਸ਼ੀਰੇ ਦਾ ਹਵਾਲਾ ਸਾਡੇ ਕੋਲ ਮਹਫੂਜ਼ ਹੈ, ਜਿਹਦੇ ਜੋ ਕਹਿੰਦਾ ਉਹ ਨਦਾਨ ਸਨ ਜੋ ਕਹਤੇ ਥੇ ਕਰਮ ਹਾਏ ਤੁਮਾਰਾ ਕਰਦ ਗੁਸਤਾਖ। ਭਲਾ ਅੱਲਾ ਦੇ ਕਰਮ ਵੀ ਬੰਦੇ ਨੂੰ ਗੁਸਤਾਖ ਬਣਾ ਸਕਦੇ ਨੇ। ਤੇ ਮਿਰਜ਼ੇ ਦਾ ਇਲਹਾਮ ਹੈ ਕਰਮ ਹਾਏ ਤੁਮਾਰਾ ਕਰਦ ਗੁਸਤਾਖ। ਤੇ ਇਲਹਾਮ ਇਹਨੇ ਕਿੱਥੋਂ ਲਿਆ? ਉਹ ਫਾਰਸੀ ਸ਼ਾਇਰ ਕੋਲ ਲਿਆ, ਬੇਸ਼ੱਕ ਨੋਟ ਕਰ ਲਓ। ਅੱਛਾ ਚਲੋ ਵਾਰੀ ਨਾਲ ਵਾਰੀ ਮਿਰਜ਼ਾ ਸਾਹਿਬ ਨੂੰ ਇਲਹਾਮ ਹੁੰਦਾ ਹੈ इन्नहु आवा अल करिया कि खुदा का ध्यान को ताउन से महफूज रखेगा। अब आवा के मानी सुनने हैं आमर साहब, वो बड़े दिलचस्प है। मिर्जा साहब लिखते हैं कि आवा के मानी आवा अरबी लफ्ज़ है और इसके अरबी लुगत के अंदर ये मानी है कि किसी को अपनी पनाह में लेना, हिफाजत में ले लेना। ठीक है जी। ये इल्हाम मिर्जा साहब दर्ज कर रहे हैं ताउन कादियान में फैलने से पहले। जब ताउन कादियान के अंदर फैल जाता है तो मिर्जा साहब इसी आवा के मानी तब्दील कर देते हैं, कहते हैं कि आवा अरबी लफ्ज़ है और इसके लुगत के अंदर ये मानी है कि किसी कदर तकलीफ के बाद किसी को हिफाजत में लेना या पनाह में लेना। जी जी अपने इलामा ਨੂੰ ਆਪ ਹੀ ਮੋਡੀਫਾਈ ਕਰਦਾ ਰਿਹਾ। ਐਸੇ ਹੀ ਤਰ੍ਹਾਂ ਜਿਹੜਾ ਹਕੀਕਤ ਅਲਵਈ ਚ ਇਹਨੇ ਲਿਖਿਆ ਹੈ ਨਿਸ਼ਾਨ ਨੰਬਰ 41 ਹੈ ਸਫਾ ਨੰਬਰ 228 ਹੈ ਕਿ ਅੱਜ ਤੋਂ 20-21 ਸਾਲ ਪਹਿਲੇ ਮੈਂ ਇਸ਼ਤਿਹਾਰ ਵਿੱਚ ਛਾਪਿਆ ਸੀ ਕਿ ਅੱਲਾਹ ਤਾਲਾ ਨੇ ਮੈਨੂੰ 4 ਮੁੰਡੇ ਦੇਣ ਦਾ ਵਾਅਦਾ ਕੀਤਾ ਹੈ ਤੇ ਮੈਂ ਇਸ਼ਤਿਹਾਰ ਛਪਵਾਤਾ ਸੀ। ਅਗਲੇ ਦਿਨ ਭੇਜਿਆ ਇੱਕ ਬੰਦੇ ਨੂੰ, ਮੈਂ ਕਿਹਾ ਉਹ ਇਸ਼ਤਿਹਾਰ ਕੱਢ ਕੇ ਲੈ ਆਵੋ ਤੇ 1000 ਯੂਰੋ ਮੇਰੇ ਕੋਲ ਲੈ ਲਓ। ਉਹ ਜਾ ਕੇ ਪੁੱਛਿਆ ਇਸ਼ਤਿਹਾਰ ਕਮਾਲਤ ਇਸਲਾਮ ਨੂੰ ਪੁੱਛਿਆ ਵੀ ਉਹ ਇਸ਼ਤਿਹਾਰ ਕਿੱਥੇ ਵੇ। ਸਵਾਲ ਸੁਣ ਕੇ ਤੇ ਸਕੂਤ ਤੇ ਮਰਗ ਤਾਰੀ ਹੋ ਗਈ ਅੱਗੇ। ਉਹਨੇ ਕਿਹਾ ਹੋਏਗਾ ਕਿਰੇ ਮਿਲ ਜਾਏਗਾ। ਉਹਨੇ ਕਿਹਾ ਮਿਲ ਜੇ ਤੇ ਬੜਾ ਜ਼ਰੂਰੀ ਹੈ, ਮੈਂ ਅਮਰ ਦਾ ਮੂੰਹ ਬੰਦ ਕਰਨਾ। ਕਹਿੰਦੇ ਨਹੀਂ ਢੂੰਡਾਂਗੇ ਦੇਖਾਂਗੇ ਕਿਰੇ ਲੱਭ ਜਾਏਗਾ ਤੇ ਦੇ ਦੇਾਂਗੇ। ਕੋਈ ਨਹੀਂ ਹੈ, ਕੋਈ ਇਸ਼ਤਿਹਾਰ ਨਹੀਂ, ਝੂਠ ਬੋਲਿਆ। ਆਪਣੇ ਇਲਹਾਮਾਂ ਨੂੰ ਆਪ ਹੀ ਮਿਸਕੋਡ ਕਰਨਾ, ਮੋਡੀਫਾਈ ਕਰਨਾ, ਉਹਨਾਂ ਦੇ ਵਿੱਚ ਲਫ਼ਜ਼ਾਂ ਦੀ ਕਮੀ ਬੇਸ਼ੀ ਕਰਕੇ ਪੇਸ਼ ਕਰਨਾ, ਇਹੋ ਹੀ ਇਸ ਬੰਦੇ ਦਾ ਟੋਟਲ ਤਰੀਕਾ ਵਾਰਦਾਤ ਸੀ। ਤੇ ਜਿਹੜਾ ਆਪਣੇ ਇਲਹਾਮਾਂ ਨਾਲ ਇਹ ਕੰਮ ਕਰਦਾ ਹੈ, ਨਬੀ ਦੀ ਵਹੀ ਨਾਲ, ਕੁਰਾਨ ਨਾਲ ਨਹੀਂ ਇਹ ਕੰਮ ਕਰ ਸਕਦਾ। ਕੀਤਾ ਉਹਨੇ ਕੁਰਾਨ ਔਰ ਹਦੀਸ ਨਾਲ ਵੀ ਇਹੀ ਕੰਮ ਕੀਤਾ ਉਹਨੇ। ਉਹਨਾਂ ਨੂੰ ਤਰੋੜ ਮਰੋੜ ਕੇ ਤੇ ਬਦਲ ਕੇ ਲੋਕਾਂ ਨੂੰ ਪੇਸ਼ ਕਰਦਾ ਰਿਹਾ। ਬਾਰਕੈਫ ਉਹ ਗੱਲ ਮੈਂ ਚਾਹੁੰਦਾ ਸੀ ਕਿ ਮੁਕੰਮਲ ਹੋ ਜਾਏ, ਕਰਨੀ ਤੁਸੀਂ ਗੱਲ ਤੇ ਕਰ ਲਓ। ਨਹੀਂ ਸਰ ਕਰਿਓ, ਲੇਕਿਨ ਵਿੱਚ ਉਹ ਮਾਮੇ ਨੂੰ ਵੀ ਵਿੱਚ ਗੰਢੇ ਹੋ ਕੇ ਉਹ ਜਿਹੜੇ ਉਹਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀ ਗਈ, ਰਿਸ਼ਤਾ ਕਰਵਾ, ਤੇ ਇਹ ਵੀ ਬੱਕਰੀਆਂ ਦੇ ਨਾਲ ਇਹਨਾਂ ਨੂੰ ਵੀ ਨਾਲ ਜੀ ਸੀਰਤੁਲ ਮਾਦੀ ਚ ਲਿਖਿਆ ਹੈ ਉਹਦਾ ਜਿਹੜਾ ਮਾਮਾ ਨਿਜ਼ਾਮਦੀਨ ਹੈ ਉਹਦੇ ਬਾਰੇ ਕਿਸੇ ਮੁਰੀਦ ਨੇ ਆ ਕੇ ਇਹਨੂੰ ਆਖਿਆ ਕਿ ਇਹ ਰਿਸ਼ਤਾ ਤੇ ਤੁਹਾਡਾ ਹੋ ਸਕਦਾ ਹੈ ਮੁਹੰਮਦੀ ਬੇਗਮ ਨਾਲ। ਮਾਮੇ ਦੇ ਜਿਹੜੇ ਨੇ ਹੈਣ ਤੇ ਭੁੱਖੇ ਨੰਗੇ ਹੀ ਨੇ ਨਾ। ਨਿਜ਼ਾਮਦੀਨ ਹੋਰੀ ਜਿਹੜੇ ਸਨ ਨਾ ਉਹ ਗਰੀਬ ਹੀ ਸਨ। ਇਹਨੇ ਤੇ ਆਪਣੀ ਦੁਕਾਨ ਖੋਲ ਲਈ ਨਾ ਜਦੋਂ 10,000 ਰੁਪਇਆ ਆ ਗਿਆ, ਵਰਨਾ ਤੇ ਇਹਨਾਂ ਦੇ ਦਾਦੇ ਦੀ ਜ਼ਮੀਨ ਸਾਰੀ ਖੋਹ ਕੱਤੀ ਸੀ ਤੇ ਪੱਲੇ ਤੇ ਜ਼ਹਿਰ ਖਾਨ ਜੋ ਆਨਾ ਨਹੀਂ ਸੀ ਹੁੰਦਾ ਇਹਨਾਂ ਦੇ। ਤੇ ਇਹਨੇ ਉਹ ਦੁਕਾਨ ਖੋਲ ਲਈ, 10,000 ਰੁਪਇਆ ਲੋਕਾਂ ਕਿਤਾਬ ਦੇ ਨਾਂ ਦਿੱਤਾ ਤੇ ਇਹਨੇ ਦੇਗਾਂ ਵੇੜੇ ਧਰ ਲਈਆਂ ਬਾਹਰਲ। ਉਹ ਨਿਜ਼ਾਮਦੀਨ ਹੋਰਾਂ ਕੋਲੇ ਕੱਖ ਵੀ ਨਹੀਂ ਸੀ ਹੈ
ਉਹ ਨਿਰੇ ਹੀ ਭੁੱਖੇ ਸਨ। ਤੇ ਕਿਸੇ ਬੰਦੇ ਆ ਕੇ ਆਖਿਆ ਕਿ ਉਹਨੂੰ ਕੋਈ ਅਗਰ ਪੈਸੇ ਦਿਓ ਨਾ ਤੇ ਉਹ ਰਿਸ਼ਤਾ ਲੈ ਕੇ ਦੇ ਦੇਗਾ, ਕਿਉਂਕਿ ਅਹਿਮਦ ਬੇਗ ਜਿਹੜਾ ਸੀ ਉਹ ਆਪਣੇ ਸਾਲਿਆਂ ਦੇ ਹੱਥਾਂ ਵਿੱਚ ਖੇਡਦਾ ਸੀ। ਜੋ ਸਾਲੇ ਕਹਿੰਦੇ ਸੀ ਕੋਈ ਨਾ ਕਰਦਾ ਸੀ। ਖੁਦ ਮੇਰਾ ਕਾਦੀਆਨੀ ਨੇ ਆਇਨਾ ਕਮਾਲਤ ਇਸਲਾਮ 'ਚ ਵੀ ਆਹੀ ਗੱਲ ਲਿਖੀ ਹੈ ਕਿ ਉਹ ਅਹਿਮਦ ਬੇਗ ਜਿਹੜਾ ਹੈ ਉਹ ਆਪਣੇ ਸਾਲਿਆਂ ਦੇ ਹੱਥਾਂ ਵਿੱਚ, ਜੋ ਉਹਦੇ ਸਾਲੇ ਕਹਿੰਦੇ ਨੇ ਉਹਨਾਂ ਦੀ ਗੱਲ ਨੂੰ ਹੀ ਹਰਫ ਆਖਰ ਸਮਝਦਾ। ਉਹ ਇਹਦੇ ਚਾਚੇ ਦੇ ਪੁੱਤਰ ਸਨ ਮਾਮਦੀਨ ਨਿਜ਼ਾਮਦੀਨ। ਤੇ ਉਹ ਮੁਰੀਦ ਨੇ ਆ ਕੇ ਆਖਿਆ ਕਿ ਰਿਸ਼ਤਾ ਹੋ ਸਕਦਾ ਜੇ ਤੁਸੀਂ ਥੋੜੇ ਜਿਹੇ ਪੈਸੇ ਖਰਚ ਕਰ ਦਿਓ। ਤੇ ਮਿਰਜ਼ਾ ਕਾਦੀਆਨੀ ਨੇ ਆਖਿਆ ਕਿ ਤੂੰ ਉਹਦੇ ਨਾਲ ਗੱਲ ਕਰ ਤੇ ਪੈਸੇ ਅਸੀਂ ਦੇ ਦਿੰਦੇ ਹਾਂ, ਜੋ ਪੈਸੇ ਲੈ ਕੇ ਰਿਸ਼ਤਾ ਲੈ ਦੇਵੇ ਨਾ ਤੇ ਪੈਸੇ ਦੇ ਦਿੰਦੇ ਹਾਂ, ਕੋਈ ਮਸਲਾ ਨਹੀਂ ਹੈ, ਰਿਸ਼ਤਾ ਲੈ ਦੇ ਕਿਸੇ ਤਰ੍ਹਾਂ। ਮਿਰਜ਼ਾ ਕਾਦੀਆਨੀ ਨੇ ਹਰ ਹਰਬਾ ਅਜ਼ਮਾਇਆ। 2 ਮਈ 1891 ਨੂੰ ਇੱਕ ਇਸ਼ਤਿਹਾਰ ਛਾਪਿਆ, ਉਹਦੇ 'ਚ ਉਹਨੇ ਆਖਿਆ ਕਿ ਅਗਰ ਇਹ ਰਿਸ਼ਤਾ ਮੇਰੇ ਨਾਲ ਨਾ ਹੋਇਆ, ਇਹ ਜੋਈਆ ਕਹਿਣ ਲੱਗੇ ਸੀ ਨਾ ਉਹਦੀ ਬਰਾੜ ਤੇ ਕਾਸ਼ਫ ਨਾਲ ਬਹਿ ਮਰੱਬੀ ਨਾਲ ਬਹਿ ਕੇ ਕਿ ਬੇਵਾ ਹੋਣਾ ਜ਼ਰੂਰੀ ਥਾ, ਬਰੇਵਾ ਹੋਣਾ ਜ਼ਰੂਰੀ ਥਾ ਜਨਾਬ ਮਰੱਬੀ ਸਾਹਿਬ, ਬੇਵਾ ਹੋਣਾ ਜ਼ਰੂਰੀ ਥਾ ਉਸਕਾ। ਪੁੱਤਰ ਸਾਨੂੰ ਆ ਕੇ ਪੁੱਛ, ਬੇਵਾ ਤੇ 1892 ਚ ਬਾਅਦ ਚ ਹੋਣਾ ਨਾ। 1891 ਦੇ 2 ਮਈ ਦਾ ਇਸ਼ਤਿਹਾਰ ਕੱਢ ਕੇ ਖੋਲ ਕੇ ਪੜੋ। 2 ਮਈ 1891 ਦਾ ਇਸ਼ਤਿਹਾਰ। ਵਿਆਹ ਹੋਣ ਤੋਂ 1 ਸਾਲ ਪਹਿਲੇ ਮਿਰਜ਼ਾ ਕਾਦੀਆਨੀ ਨੇ ਇਸ਼ਤਿਹਾਰ ਛਾਪਿਆ ਤੇ ਉਹਨੇ ਆਖਿਆ ਕਿ ਅਗਰ ਇਹਨਾਂ ਨੇ ਰਿਸ਼ਤਾ ਉਧਰ ਕਰ ਦਿੱਤਾ, ਮੁਹੰਮਦੀ ਬੇਗਮ ਦਾ ਰਿਸ਼ਤਾ ਪੱਟੀ ਵਿੱਚ ਉਸ ਫੌਜੀ ਮੁੰਡੇ ਨਾਲ ਸੁਲਤਾਨ ਬੇਗ ਨਾਲ ਕਰ ਦਿੱਤਾ ਤੇ ਇਨ ਸੇ तमाम रिश्ते नाते तोड़ दूंगा, तमाम रिश्ते नाते इनसे ख़त्म कर दूंगा मैं। हत्ता कि अपनी पहली बीवी हुरमत बीबी जिहदे नाल पहला ही बिस्तर लदा कीते असीं साल हा साल तो, वो बेचारी ना सुहागण ते ना बेवा, कहंदा मैं उहनूं तलाक दे देंगा। उहने आख्या अगे तू मैनूं बड़ा वसाया, तू तलाक दे देगा, अगे मैं किहड़ा वसनी आ पई। 1891 7 साल हो चुके ने, तू 18 साल की कुड़ी विआह के लैंदी है जाके दिल्ली चों, ਤੇ ਮੇਰੇ ਨਾਲ ਤੇ 30 ਸਾਲ ਹੋਏ ਨੇ, ਤੂੰ ਕਦੇ ਬੋਲਿਆ ਹੀ ਨਹੀਂ ਹੈ ਤੇ ਮੈਨੂੰ ਤੂੰ ਤਲਾਕ ਦੇ ਦੇਂਗਾ ਤਾਂ ਕੀ ਹੋ ਜਾਏਗਾ। ਅੱਗੇ ਤੂੰ ਕਿ ਮੈਨੂੰ ਮੋਢਿਆਂ ਤੇ ਚੁੱਕਿਆ, ਕਹਿੰਦਾ ਹੁਰਮਤ ਬੀਬੀ ਕੋ ਮੈਂ ਤਲਾਕ ਦੇ ਦੂੰਗਾ। ਜਿਹੜੇ ਮੁੰਡੇ ਨੇ ਦੋਏ ਫਜ਼ਲ ਤੇ ਸੁਲਤਾਨ, ਕਿਉਂਕਿ ਫਜ਼ਲ ਦੀ ਵੀ ਸ਼ਾਦੀ ਹੋਈ ਸੀ ਅਲੀ ਸ਼ੇਰ ਬੇਗਲ, ਜਿਹੜੀ ਹੁਰਮਤ ਬੀਬੀ ਦਾ ਭਾਈ ਸੀ, ਉਹ ਮਾਮੇ ਦੇ ਘਰ ਵਿਆਹਿਆ ਸੀ ਫਜ਼ਲ। ਸੁਲਤਾਨ ਜਿਹੜਾ ਉਹ ਵੀ ਚਾਚੇ ਦੇ ਘਰ ਵਿਆਹਿਆ ਸੀ, ਤਾਏ ਦੇ ਘਰ, ਤਾਏ ਨੇ ਲੈ ਕੇ ਪਾਲਿਆ ਸੀ ਤੇ ਇਹਨਾਂ ਨਾਲ ਵਿਆਹਿਆ ਸੀ, ਚਾਚੇ ਦੇ ਪੁੱਤਰਾਂ, ਇਹਦੇ ਚਾਚੇ ਦੇ ਪੁੱਤਰਾਂ ਮਾਮਦੀਨ ਨਿਜ਼ਾਮਦੀਨ ਹੋਰਾਂ। ਤੇ ਉਹ ਸੁਲਤਾਨ ਨੂੰ ਵੀ ਉਹਨੇ ਕਿਹਾ ਕਿ ਮੈਂ ਤੁਹਾਨੂੰ ਦੋਵਾਂ ਨੂੰ ਜਾਇਦਾਦ ਚ ਆਕ ਕਰ ਦਿਆਂਗਾ ਅਗਰ ਤੁਸੀਂ ਇਹਨਾਂ ਨਾਲ ਤਲਕ ਖਤਮ ਨਾ ਕੀਤਾ। ਇੱਕ ਗੱਲ। ਦੂਜੀ ਗੱਲ ਇਹ ਕਿ ਜਿਹੜਾ ਫਜ਼ਲ ਹੈ ਉਹਦੀ ਬੀਵੀ ਹੈ, ਉਹਨੂੰ ਤਲਾਕ ਦੇ। ਫਜ਼ਲ ਆਪਣੀ ਬੀਵੀ ਨੂੰ, ਇੱਜ਼ਤ ਬੀਬੀ ਉਹਦਾ ਨਾਂ ਸੀ, ਉਹਨੂੰ ਤਲਾਕ ਦੇ ਦੇਗਾ ਅਗਰ ਤੁਸੀਂ ਮੁਹੰਮਦੀ ਬੇਗਮ ਦਾ ਰਿਸ਼ਤਾ ਉਸ ਫੌਜੀ ਨਾਲ ਕਰ ਦਿੱਤਾ। ਮੈਂ ਆਪਣੇ ਮੁੰਡੇ ਕੋਲ ਇਹਨੂੰ ਤਲਾਕ ਦਵਾ ਦਿਆਂਗਾ। ਉਹ ਮਰਜ਼ਾਈਓ ਕੰਨਾਂ ਤੇ ਬਹਿ ਕੇ ਸੁਣਨ ਵਾਲਿਓ, ਉਹ ਬਨੇਰਿਆਂ ਤੇ ਬਹਿ ਕੇ ਸੁਣਨ ਵਾਲਿਓ, ਉਹ ਕਿੰਨੀਆਂ ਕਿ ਤੁਹਾਨੂੰ ਇਹਦੀਆਂ ਬਲੈਕਮੇਲਿੰਗਾਂ ਵਹਾਈਏ, ਕਿੰਨੀ ਕੁ ਦਰਿੰਦਗੀ ਇਹਦੀ ਵਹਾਈਏ ਤੁਹਾਨੂੰ। ਉਹ ਆਪਣੇ ਮੁੰਡੇ ਫਜ਼ਲ ਨੂੰ ਆਖਿਆ ਤਲਾਕ ਦਵਾ ਦਿਆਂਗਾ। ਕਿਉਂ? ਜੇ ਉਹਨਾਂ ਰਿਸ਼ਤਾ ਉਧਰ ਕਰ ਦਿੱਤਾ। ਉਹ ਇੱਜ਼ਤ ਬੀਬੀ ਦਾ ਕੀ ਕਸੂਰ ਸੀ? ਉਹ ਇੱਜ਼ਤ ਬੀਬੀ ਜਿਹੜੀ ਅਲੀ ਸ਼ੇਰ ਬੇਗ ਦੀ ਬੇਟੀ ਸੀ, ਉਸ ਬੱਚੀ ਦਾ ਕੀ ਕਸੂਰ ਸੀ? ਉਹ ਕੋਈ ਬਦ ਕਿਰਦਾਰ ਨਹੀਂ ਸੀ, ਬਦ ਇਖਲਾਕ ਨਹੀਂ ਸੀ, ਖਾਮਨ ਦੀ ਗੁਸਤਾਖ ਨਹੀਂ ਸੀ, ਬੇਮਜ਼ਹਬ ਨਹੀਂ ਸੀ, ਬੇਦੀਨ ਨਹੀਂ ਸੀ। ਉਹਦਾ ਕੀ ਕਸੂਰ ਸੀ? ਉਹਦਾ ਕੋਈ ਕਸੂਰ ਨਹੀਂ ਸਵਾਏ ਇਸ ਕਸੂਰ ਦੇ ਕਿ ਉਹ ਅਲੀ ਸ਼ੇਰ ਬੇਗ ਦੀ ਧੀ ਸੀ। ਤੇ ਅਲੀ ਸ਼ੇਰ ਬੇਗ ਕੀ ਸੀ? ਉਹ ਅਹਿਮਦ ਬੇਗ ਦਾ ਬਨੋਈ ਸੀ। ਅਹਿਮਦ ਬੇਗ ਦਾ ਬਨੋਈ ਸੀ। ਅਹਿਮਦ ਬੇਗ ਦੀ ਭੈਣ ਵੀ ਆਈ ਸੀ ਅਲੀ ਸ਼ੇਰ ਬੇਗ ਨਾਲ, ਤੇ ਉਹਨੂੰ ਸਿਰਫ ਇਹ ਜੁਰਮ ਦੀ ਸਜ਼ਾ ਦੇਣਾ ਚਾਹੁੰਦਾ ਸੀ ਦਰਿੰਦਾ। मिर्जाई दौड़ते लगे आवन के हजरत इब्राहिम अलैहिस्सलाम ने हजरत इस्माइल अलैहिस्सलाम को कहा बेटे को तलाक दे, बीवी को तलाक दे। क्यों तलाक दे दो? क्योंकि वो बद इखलाक सी। वो इज्जत बीबी का की कसूर सी? इस्माइल अलैहिस्सलाम दी बीवी बद इखलाक सी, बद मिजाज सी। ते इब्राहिम अलैहिस्सलाम उन्होंने घर गए तो उन्होंने वेख्या कि वो औरत जिहड़ी है नाशुक्री है, अल्लाह दा शुक्र करने वाली नहीं, शुकराने नेमत करने वाली नहीं।
ਤੇ ਸੈਯਦਨਾ ਇਬਰਾਹੀਮ ਅਲੈਹਿਸਲਾਮ ਨੇ ਆਖਿਆ ਮੇਰਾ ਮੁੰਡਾ ਆਵੇਗਾ ਇਸਮਾਈਲ ਤੇ ਉਹਨੂੰ ਮੇਰਾ ਸਲਾਮ ਦਵੀਂ ਤੇ ਨਾਲੇ ਉਹਨੂੰ ਆਖੀ ਆਪਣੇ ਘਰ ਦੀ ਚੌਖਟ ਤਬਦੀਲ ਕਰ ਲੈ। ਤੇ ਸੈਯਦਨਾ ਇਸਮਾਈਲ ਅਲੈਹਿਸਲਾਮ ਬਾਹਰੋਂ ਆਏ ਨਾ ਤੇ ਉਹਨਾਂ ਆਖਿਆ ਇੰਜ ਲੱਗਦਾ ਸਾਡੇ ਘਰ ਕੋਈ ਬੰਦਾ ਆਇਆ ਹੈ। ਪਤਾ ਕਿਉਂ? ਮਾਪਿਆਂ ਦੀ ਖੁਸ਼ਬੂ ਅੱਲਾ ਵੱਖਰੀ ਬਣਾਈ ਏ, ਮਾਪਿਓ ਦੀ ਖੁਸ਼ਬੂ ਅੱਲਾ ਵੱਖਰੀ ਬਣਾਈ ਏ, ਪਰ ਆਉਂਦੀ ਏ ਉਸ ਨੂੰ ਜਿਸ ਦੇ ਦਿਲ ਦੀ ਸਫਾਈ ਏ। ਇਹ ਮਾਪਿਆਂ ਦੀ ਖੁਸ਼ਬੂ ਅੱਲਾ ਵੱਖਰੀ ਬਣਾਈ ਏ। ਕਿੱਡੇ ਸ਼ਰਾਰਤੀ ਮੁਜਾਹਿਦੀਨ ਨੇ। ਥੱਲੇ ਮੈਂ ਵੇਖਿਆ ਆਈਡੀ ਬੈਠੀ ਹੈ, ਮੈਂ ਕਿਹਾ ਹੈ ਇਹ ਕਿਹਦੀ ਆਈਡੀ ਹੈ? ਵੇਖਿਆ ਨਿਦਾ ਨਸਰ ਹੈ। ਫਿਰ ਜ਼ੇਨ ਚ ਕਿ ਇਹਨਾਂ ਨੇ ਬਾਜ਼ ਨਹੀਂ ਆਉਣਾ, ਨਿਦਾ ਨਸਰ ਮਾਂ ਦੀ ਆਈਡੀ ਬਣਾਈ। ਵੈਸੇ ਕਿਸੇ ਬਣਾਈ ਹੈ? ਮਾਂ ਪਿਆਂ ਦੀ ਜਿਹੜੀ ਖੁਸ਼ਬੂ ਹੁੰਦੀ ਹੈ ਨਾ, ਉਹ ਸੈਯਦਨਾ ਇਸਮਾਈਲ ਅਲੈਹਿਸਲਾਮ ਨੇ ਮਹਿਸੂਸ ਕਰ ਲਈ ਤੇ ਉਹਨੇ ਆਖਿਆ ਕੋਈ ਬੰਦਾ ਆਇਆ ਸਾਡੇ ਘਰ? ਤੇ ਕਹਿੰਦੀ ਏ ਹਾਂ, ਇੱਕ ਬਜ਼ੁਰਗ ਆਏ ਸੀ, ਦਾੜੀ ਮਹਿੰਦੀ ਨਾਲ ਰੰਗੀ ਸੀ, ਸੂਈ ਦਾੜੀ ਵਾਲੇ ਬਜ਼ੁਰਗ ਆਏ ਸੀ ਤੇ ਉਹ ਕਹਿੰਦੇ ਸੀ ਕਿ ਇਸਮਾਈਲ ਆਵੇਗਾ ਤੇ ਉਹਨੂੰ ਮੇਰਾ ਸਲਾਮ ਦਵੀਂ ਤੇ ਨਾਲੇ ਉਹਨੂੰ ਆਖੀ ਆਪਣੇ ਦਰਵਾਜ਼ੇ ਦੀ ਪੁੱਤਰਾ ਚੌਖਟ ਤਬਦੀਲ ਕਰ ਲੈ, ਇਹ ਠੀਕ ਨਹੀਂ ਹੈ। ਉਹਨਾਂ ਆਖਿਆ ਚੱਲ ਬੀਬੀ ਤੇਰਾ ਹੁਣ ਇੱਥੋਂ ਰਿਜ਼ਕ ਖਤਮ ਹੋ ਗਿਆ, ਕਿਉਂਕਿ ਮੇਰਾ ਬਾਪ ਹੁਕਮ ਦੇ ਗਿਆ ਮੈਂ ਤੈਨੂੰ ਤਲਾਕ ਦੇ ਦੇਵਾਂ। ਵਜ੍ਹਾ ਇਹ ਸੀ ਕਿ ਉਹ ਔਰਤ ਉਹਦੇ ਕੋਲੋਂ ਜਦੋਂ ਆ ਕੇ ਸੈਯਦਨਾ ਇਬਰਾਹੀਮ ਅਲੈਹਿਸਲਾਮ ਨੇ ਪੁੱਛਿਆ ਵੀ ਇਸਮਾਈਲ ਕਿੱਥੇ ਵੇ, ਤੇ ਉਹਨਾਂ ਕਿਹਾ ਸ਼ਿਕਾਰੀ ਬੰਦਾ ਹੈ, ਕਿਰੇ ਗਿਆ ਹੋਵੇਗਾ, ਪਤਾ ਨਹੀਂ ਕਦੋਂ ਆਵੇਗਾ ਕਦੋਂ ਨਹੀਂ ਆਵੇਗਾ, ਸਾਨੂੰ ਨਹੀਂ ਪਤਾ। ਤੇ ਉਹਨਾਂ ਕਿਹਾ ਹਾਲਾਤ ਕਿਸ ਤਰ੍ਹਾਂ ਦੇ ਗੁਜ਼ਰੇ? ਬਾ ਮਰਨੇ ਆ ਪੇ ਭੁੱਖ ਨਾਲ। ਨਾ ਸ਼ੁਕਰਾ ਬੰਦਾ ਅੱਲਾ ਦਾ ਗੁਸਤਾਖ ਨਬੀ ਦੇ ਘਰਾਣੇ 'ਚ ਨਹੀਂ ਹੋ ਸਕਦਾ, ਨਬੀ ਦੇ ਘਰਾਣੇ 'ਚ ਨਹੀਂ ਹੋ ਸਕਦਾ। ਸਾਡੇ ਨਬੀ ਦੀਆਂ ਬੀਵੀਆਂ ਨੇ ਵੀ ਆਖਿਆ ਯਾ ਰਸੂਲullah ਇਹ ਯਹੂਦਣਾ ਔਰਤਾਂ ਲੰਘਦੀਆਂ ਨੇ ਤੇ ਉਹਨਾਂ ਦੇ ਤੇ ਜ਼ੇਵਰ ਛਨ ਕਰਦੇ, ਅਸੀਂ ਤੇ ਇਮਾਮੁਲ ਅੰਬੀਆ ਦੀਆਂ ਬੀਵੀਆਂ, ਸਾਡੇ ਘਰ ਕਈ ਦਿਨ ਚੁੱਲ੍ਹਾ ਨਹੀਂ ਬਲਦਾ। ਅੱਲਾ ਦੇ ਨਬੀ ਨੇ ਫਰਮਾਇਆ ਕਿ ਅਗਰ ਤੁਸੀਂ ਦੁਨੀਆ ਦਾ ਮਾਲ ਚਾਹੁੰਦੀਆਂ ਹੋ ਤੇ ਫਿਰ ਤੁਸੀਂ ਨਬੀ ਦੇ ਘਰ ਨਹੀਂ ਰਹਿ ਸਕਦੀਆਂ, ਮੈਂ ਤੁਹਾਨੂੰ ਤਲਾਕ ਦੇ ਕੇ ਫਾਰਗ ਕਰ ਦੇਣਾ, ਤੁਸੀਂ ਚੱਲੀਆਂ ਜਾਓ ਆਪਣੇ ਮਾਪਿਓ ਦੇ ਘਰ। ਨਬੀ ਦੇ ਘਰ ਨਾ ਸ਼ੁਕਰੀ ਔਰਤ ਨਹੀਂ ਰਹਿ ਸਕਦੀ। ਅਗਰ ਤੁਸੀਂ ਐਸੇ ਨਿਮਤ ਨਾਲ ਅੱਲਾ ਦਾ ਸ਼ੁਕਰ ਅਦਾ ਕਰੋ ਤੇ ਠੀਕ ਹੈ, ਇਹੋ ਹੀ ਘਰ ਤੁਹਾਡਾ। ਤੇ ਜੇ ਤੁਸੀਂ ਦੁਨੀਆ ਦਾ ਮਾਲ ਚਾਹੁੰਦੀਆਂ ਹੋ ਤਾਂ ਆਪਣਾ ਜੁੜਦਾ ਬਣਦਾ ਲੋ ਤੇ ਵਿਦਿਆ ਹੋ ਜਾਓ। ਲੇਕਿਨ ਉਮੁਲ ਮੋਮਿਨੀਨ ਸੈਯਦਾ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਨੂੰ ਨਬੀ ਅਲੈਹਿਸਲਾਮ ਨੇ ਆਖਿਆ ਪਹਿਲਾਂ ਆਪਣੇ ਵਾਲਿਦ ਨਾਲ ਸਲਾਹ ਕਰ ਲਈ, ਅਬੂ ਬਕਰ ਨਾਲ। ਕਹਿੰਦੀ ਯਾ ਰਸੂਲullah ਨਹੀਂ, ਅੱਬਾ ਜੀ ਨਾਲ ਸਲਾਹ ਕਰਨ ਤੋਂ ਬਗੈਰ ਹੀ ਮੈਂ ਆਪਣੀ ਗੱਲ ਤੋਂ ਰਜੂ ਕਰਨੀ ਆ, ਮੈਨੂੰ ਅੱਲਾ ਤੇ ਅੱਲਾ ਦਾ ਰਸੂਲ ਕਾਫੀ ਹੈ, ਮੈਨੂੰ ਨਹੀਂ ਚਾਹੀਦੀ ਦੁਨੀਆ ਦੀ ਕੋਈ ਦੌਲਤ ਕੋਈ ਮਾਲ, ਮੈਨੂੰ ਨਹੀਂ ਚਾਹੀਦਾ। ਬਹਰਹਾਲ ਉਹਦਾ ਹੀ ਜ਼ਿਕਰ ਆਇਆ ਸੂਰਾ ਤਹਿਰੀਮ ਦੇ ਵਿੱਚ। ਉਹ ਜਿਹੜੀ ਗੱਲ ਹੈ ਨਾ, ਉਹ ਮਿਸਾਲ ਦੇਣ ਤੋਂ ਪਹਿਲਾਂ ਵੇਖ ਲਿਓ ਭਾਈ ਇਬਰਾਹੀਮ ਅਲੈਹਿਸਲਾਮ ਨੇ ਬੀਵੀ ਨੂੰ ਤਲਾਕ ਆਖਿਆ ਦੇ ਉਹਦਾ ਜੁਰਮ ਸੀ। ਉਹ ਦੱਸੋ ਮਿਰਜ਼ਾ ਕਾਦੀਆਨੀ ਨੇ ਫਜ਼ਲ ਨੂੰ ਕਿਉਂ ਆਖਿਆ ਬੀਵੀ ਨੂੰ ਤਲਾਕ ਦੇ? ਉਹਦਾ ਜੁਰਮ ਕੀ ਸੀ ਇੱਜ਼ਤ ਬੀਬੀ ਦਾ? ਉਹਦਾ ਜੁਰਮ ਸਿਰਫ ਇੰਨਾ ਸੀ ਕਿ ਉਹ ਅਲੀ ਸ਼ੇਰ ਬੇਗ ਦੀ ਬੇਟੀ ਸੀ ਤੇ ਅਲੀ ਸ਼ੇਰ ਬੇਗ ਅਹਿਮਦ ਬੇਗ ਦਾ ਬਨੋਈ ਸੀ। ਲੋ ਕਰ ਲੋ ਗੱਲ। ਉਹਦੇ ਕੋਲ ਰੁੱਕਾ ਲਿਖਵਾਇਆ ਤੇ ਉਹਨੇ ਲਿਖਿਆ ਇੱਜ਼ਤ ਬੀਬੀ ਨੇ, ਉਹਨੇ ਕਿਹਾ ਅੰਮਾ ਜੀ ਮਾਮੇ ਨੂੰ ਸਮਝਾਓ ਇਹਨੂੰ ਸਾਥ। ਤੁਸੀਂ ਸੂਰਾ ਅਹਿਜ਼ਾਬ ਦੀ ਗੱਲ ਕੀਤੀ ਹੈ, ਉਹ ਸੂਰਤ ਤਹਿਰੀਮ ਜਿਹੜੀ ਹੈ ਉਹ ਦੂਸਰਾ ਵਾਕਿਆ। ਅੱਛਾ ਲੇਕਿਨ ਤੁਸੀਂ ਜਿਹੜੀ ਗੱਲ ਕੀਤੀ ਹੈ ਉਹ ਸੂਰਾ ਅਹਿਜ਼ਾਬ ਦੀ ਹੈ। ਠੀਕ ਆਓ ਦੋ ਬੀਵੀਆਂ ਦਾ ਜਿਹਦੇ ਜ਼ਿਕਰ ਹੁੰਦਾ। ਮੈਂ ਕਹਿ ਰਿਹਾ ਕਿ ਫਜ਼ਲ ਨੂੰ ਫੋਰਸ ਕੀਤਾ ਕਿ ਤੂੰ ਆਪਣੀ ਬੀਵੀ ਬੇਕਸੂਰ ਨੂੰ ਤਲਾਕ ਦੇ ਦੇ। ਜੇ ਤੂੰ ਤਲਾਕ ਨਾ ਦਿੱਤੀ ਤੇ ਮੈਂ ਕੀ ਕਰਾਂਗਾ, ਤੈਨੂੰ ਜਾਇਦਾਦ ਚੋਂ ਆਕ ਕਰ ਦਿਆਂਗਾ। ਹੋਰ ਇਹਦੀਆਂ ਬਲੈਕਮੇਲਿੰਗਾਂ ਸੁਣਨੀਆਂ ਜੇ, ਇਹਨੂੰ ਪੀਰ ਮੰਨਿਆ ਜੇ, ਇਹਨੂੰ ਮੁਰਸ਼ਿਦ ਮੰਨਿਆ ਜੇ, ਇਹਨੂੰ ਜ਼ਿੱਲੀ ਬਰੂਜ਼ੀ ਨਬੀ ਮੰਨਿਆ ਜੇ, ਇਹਨੂੰ ਲਾਂਤੀ ਨੂੰ ਕਹਿੰਦੇ ਹੋ ਕਿ ਇਹ ਨਬੀ ਪਾਕ ਦਾ, ਇਹਦੀ ਤੋਹੀਨ ਨਬੀ ਪਾਕ ਦੀ ਤੋਹੀਨ ਹੈ, ਇਹ ਨਬੀ ਪਾਕ 'ਚ ਫਨਾਹ ਫਿਰ ਰਸੂਲ ਹੋ ਗਏ, ਇਹਨੂੰ ਕਹਿੰਦੇ ਹੋ। ਸਾਡੇ ਦਿਲ ਨੂੰ ਤਕਲੀਫ ਹੁੰਦੀ ਹੈ ਇੱਕ ਫਰਾਡੀ ਆਦਮੀ
ਇੱਕ ਜ਼ਾਲਮ ਦਰਿੰਦਾ ਸਿਫਤ ਇਨਸਾਨ ਉਹਦਾ ਨਬੀ ਪਾਕ ਨਾਲ ਕੰਪੈਰੀਜ਼ਨ ਕਰਨਾ ਜਾਂ ਇਹ ਕਹਿਣਾ ਕਿ ਇਹਦੀ ਹਰ ਗੱਲ ਨਬੀ ਪਾਕ ਦੀ ਗੱਲ ਤੇ ਇਹਨੇ ਉਹ ਹੀ ਕੰਮ, ਇਹਦਾ ਹਰ ਅਮਲ ਨਬੀ ਪਾਕ, ਮਾਜ਼ ਅੱਲਾ ਅੱਲਾ ਦੀ ਪਨਾਹ ਚਾਹੁੰਦੇ ਅਸੀਂ ਐਸੀ ਤੋਹੀਨ ਅਮੇਜ਼ ਤੁਹਾਡੀਆਂ ਗੱਲਾਂ ਤੋਂ। ਸਾਨੂੰ ਕੋਈ ਜ਼ਰੂਰਤ ਨਹੀਂ ਤੁਹਾਡੇ ਨਾਲ, ਨਾ ਮੁਕਾਲਮੇ ਦੀ ਨਾ ਮੁਨਾਜ਼ਰੇ ਦੀ। ਮੈਂ ਹੁਣ 2-3 ਦਿਨ ਹੋਏ ਨੇ ਸਾਨੀ ਸਾਹਿਬ ਦੀ ਬਰਾੜ ਤੇ ਜਨਾ ਮੈਂ ਚੁੱਪ ਕਰਕੇ ਮਿਊਟ ਲਾ ਕੇ ਬਹਿ ਜਾਂਦਾ। ਰਾਤੀ ਮੈਂ ਮਤਲਬ ਕੈਸਰ ਨੂੰ ਮੈਂ ਡਾਂਟੇ, ਮੈਂ ਤੂੰ ਚੁੱਪ ਕਰ ਜਾਓ, ਅਬੇ ਸਾਨੀ ਸਾਹਿਬ ਕਰ ਲੈਣ ਦੇ ਗੱਲ, ਜੇ ਸਾਡੀ ਲੋੜ ਹੋਈ ਸੀ ਬੋਲ ਲਾਂ। ਇਹਨਾਂ ਨਾਲ ਗੱਲ ਕਰਨ ਤੇ ਦਿਲ ਹੀ ਨਹੀਂ ਕਰਦਾ, ਕਿਉਂਕਿ ਹਰਾਮਜ਼ਾਦਗੀ ਕਰਦੇ ਨੇ, ਹਰ ਗੱਲ ਦਾ ਜਵਾਬ ਇਸ ਤਰ੍ਹਾਂ ਤੋਹੀਨ ਕਰਕੇ ਦਿੰਦੇ ਨੇ। ਕਹਿੰਦੇ ਨਬੀ ਪਾਕ ਦੇ, ਇਹਦੇ ਵਿੱਚ ਤੇ ਨਬੀ ਪਾਕ 'ਚ ਫਰਕ ਹੀ ਕੋਈ ਨਹੀਂ। ਲੱਖ ਦੀ ਲਾਹਨਤ ਤੁਹਾਡੇ, ਨਬੀ ਪਾਕ ਜਿਹਾ ਤੇ ਅੱਲਾਹ ਤਾਲਾ ਨੇ ਪੈਦਾ ਹੀ ਕੋਈ ਨਹੀਂ ਕੀਤਾ। ਨਬੀ ਪਾਕ ਜੈਸਾ ਤੇ ਚਸ਼ਮੇ ਫਲਕ ਨੇ ਵੇਖਿਆ ਹੀ ਨਹੀਂ। ਇਹਦੀਆਂ ਕਰਤੂਤਾਂ ਸੁਣ ਲਓ। ਫਜ਼ਲ ਨੂੰ ਆਂਦਾ ਜੇ ਤੂੰ ਬੀਵੀ ਨੂੰ ਤਲਾਕ ਨਾ ਦਿੱਤੀ ਮੈਂ ਤੈਨੂੰ ਜਾਇਦਾਦ ਚੋਂ ਆਗ ਕਰ ਦੇਵਾਂ। ਬਹਰਹਾਲ ਟੁੱਚ ਲਾਂਦਾ ਰਹਿੰਦਾ ਸੀ ਉਹ। ਮੈਂ ਗੱਲ ਇਹ ਪਿਆ ਕਰਦਾ ਸੀ ਕਿ ਕਹਿੰਦਾ ਸੀ 2 ਬੱਕਰੀਆਂ ਜ਼ਿਬਾਉਣ ਦਾ ਮੇਰਾ ਇਲਾਮ ਹੈ, ਤੇ ਜਿਸ ਵੇਲੇ ਉਹ ਇਲਾਮ ਮੁੱਲਾ ਲਤੀਫ ਤੇ ਅਬਦੁਰ ਰਹਿਮਾਨ ਤੇ ਫਿੱਟ ਕੀਤਾ ਨਾ, ਲੁਧਿਆਣੇ ਤੋਂ ਬੰਦੇ ਨੇ ਖਤ ਲਿਖਿਆ, ਲੁਧਿਆਣੇ ਤੋਂ ਅਖਬਾਰ ਅਲ ਹਕਮ 'ਚ ਛਪੇ, ਆਖੋ ਤੇ ਮੈਂ ਸਕੈਨ ਲਾ ਦਿਆਂਗਾ। ਮਿਰਜ਼ਾ ਕਾਦੀਆਨੀ ਦੇ ਕੋਲੋਂ ਇੱਕ ਬੰਦੇ ਨੇ ਖਤ ਲਿਖ ਕੇ ਪੁੱਛਿਆ, ਹਜ਼ਰਤ ਜੀ ਇਹ ਇਲਾਮ ਤੇ ਤੁਸੀਂ ਪਹਿਲਾਂ ਅਹਿਮਦ ਬੇਗ ਸੁਲਤਾਨ ਬੇਗ ਤੇ ਲਾ ਚੁੱਕੇ ਹੋ ਗਿਆ, ਉਹ 2 ਬੱਕਰੀਆਂ ਨੇ, ਅੰਜਾਮੇ ਆਚਮ ਅਸੀਂ ਪੜ੍ਹ ਲਿਆ, ਅੱਜ ਤੁਸੀਂ ਕਹਿੰਦੇ ਹੋ ਤੇ ਮੁਰਾਦ ਮੁੱਲਾ ਲਤੀਫ ਤੇ ਅਬਦੁਰ ਰਹਿਮਾਨ ਹੈ। ਇਸ ਮਰਦੂਦ ਨੇ ਉਹੀ ਜਵਾਬ ਦਿੱਤਾ ਜਿਹੜਾ ਅੱਜ ਮਰਜ਼ਈ ਦਿੰਦੇ ਨੇ। ਇਸ ਲਾਂਤੀ ਨੇ ਵੀ ਉਹੀ ਜਵਾਬ ਦਿੱਤਾ, ਤੇ ਮੈਂ ਤਾਂ ਹੀ ਕਹਿੰਦਾ ਕਿ ਉਹ ਬੁਨਿਆਦ ਉਹ ਰੱਖ ਗਿਆ। ਇਹਨੇ ਆਖਿਆ ਉਹ ਨਬੀਆਂ ਕੋਲ ਵੀ ਇਤਿਹਾਦੀ ਗਲਤੀਆਂ ਹੋ ਜਾਂਦੀਆਂ, ਤਾਂ ਕੀ ਹੋ ਗਿਆ ਜੇ ਮੇਰੇ ਕੋਲ ਗਲਤੀ ਲੱਗ ਗਈ ਮੈਨੂੰ? ਪੁੱਛੋ ਜੀ ਸਾਹਿਬ, ਤੁਸੀਂ ਬੜੇ ਦਿਨਾਂ ਬਾਅਦ ਆਏ ਹੋ, ਪਹਿਲਾਂ ਤੇ ਆਪਣੀ ਖੈਰ ਖਰੀਦ ਦੱਸੋ ਨਾ ਕਿੱਥੇ? ਜੀ ਬਸ ਅਲਹਮਦੁਲਿਲਾ। ਤਲਾਕ ਦੇ ਬਾਰੇ 'ਚ ਪੁੱਛਣਾ ਕਿ ਇੱਕ ਹਦੀਸ ਹੈ ਕਿ ਜਿਹੜੀ ਔਰਤ ਬਿਲਾ ਵਜ੍ਹਾ ਕਿਸੇ ਕੋਲ ਤਲਾਕ ਲਵੇ ਉਹ ਜੰਨਤ ਦੀ ਖੁਸ਼ਬੂ ਵੀ ਨਹੀਂ ਪਾਏਗੀ। ਲੇਕਿਨ ਅਗਰ ਇੱਕ ਬੰਦਾ ਬਿਲਾ ਵਜ੍ਹਾ ਆਪਣੀ ਔਰਤ ਜਾਂ ਕੋਈ ਬੰਦਾ ਮੁਸਲਮਾਨ ਹੈ ਔਰਤ ਬੀਵੀ ਨੂੰ ਤਲਾਕ ਦਿੰਦਾ ਹੈ ਤੇ ਉਹਦੀ ਕੀ ਇਸਲਾਮ ਵਿੱਚ ਸਜ਼ਾ ਹੈ ਸ਼ਰਈ? ਨਹੀਂ, ਦਰਅਸਲ ਮੀਆਂ ਬੀਵੀ ਦੋਵਾਂ ਦਾ ਹੱਕ ਤੇ ਹੈ ਵੇ ਕਿ ਉਹ ਅਗਰ ਉਹਨਾਂ ਦੇ ਬਗੈਰ ਵਜ੍ਹਾ ਤੋਂ ਤੇ ਲੈਂਦਾ ਹੀ ਕੋਈ ਨਹੀਂ ਨਾ ਹੈ। ਬਗੈਰ ਵਜ੍ਹਾ ਤੋਂ ਤੇ ਨਾ ਬੀਵੀ ਮੰਗਦੀ ਹੈ ਤਲਾਕ, ਅਗਰ ਉਹ ਖੁਸ਼ ਹੋਵੇਗੀ ਕਿਉਂ ਤਲਾਕ ਲਏਗੀ? ਕੋਈ ਦੁਨੀਆ ਦਾ ਰੇਅਰ ਕੇਸ ਵੀ ਨਹੀਂ ਤੁਹਾਨੂੰ ਨਜ਼ਰ ਆਉਣ ਲੱਗਾ ਕਿ ਬੀਵੀ ਖੁਸ਼ ਹੋਵੇ ਤੇ ਉਹ ਖਾਮਦ ਨੂੰ ਆ ਕੇ ਚਲ ਮੈਨੂੰ ਤਲਾਕ ਦੇ ਦੇ, ਜਾਂ ਖਾਮਦ ਖੁਸ਼ ਹੋਵੇ ਬੀਵੀ ਤੋਂ ਤੇ ਉਹਨੂੰ ਤਲਾਕ ਦੇ ਦੇਵੇ। ਵਜ੍ਹਾ ਤੇ ਕੋਈ ਨਾ ਕੋਈ ਹੁੰਦੀ ਏ, ਲੇਕਿਨ ਅਸਲ ਚੀਜ਼ ਇਹ ਵੇ ਕਿ ਛੋਟੀਆਂ ਛੋਟੀਆਂ ਗੱਲਾਂ ਤੋਂ ਅਗਰ ਖਾਮਦ ਆਪਣੀ ਬੀਵੀ ਨੂੰ ਤਲਾਕ ਦਿੰਦਾ ਤਾਂ ਉਹ ਵੀ ਜ਼ੁਲਮ ਹੈ। ਅਗਰ ਛੋਟੀ ਸਾਰੀ ਗੱਲ ਤੋਂ ਬੀਵੀ ਵੀ ਆਪਣੇ ਖਾਮਦ ਨੂੰ ਨਾਰਾਜ਼ ਕਰਕੇ ਉਹਦੇ ਕੋਲ ਤਲਾਕ ਲੈਂਦੀ ਏ ਤੇ ਉਹਦੇ ਬਾਰੇ ਵੀ ਜਿਹੜੀ ਤੁਸੀਂ ਬਈਤ ਸੁਣਾਈ ਉਹ ਇਸੇ ਗੱਲੇ ਵੇ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਘਰਾਂ ਦੇ ਵਿੱਚ ਹੋ ਜਾਂਦੀਆਂ ਨੇ। ਕਿਸੇ ਵੇਲੇ ਬੀਵੀ ਦੀ ਕੋਈ ਗੱਲ ਕੰਮ ਕਰਨ ਤੇ ਮਰਜ਼ੀ ਨਹੀਂ ਹੁੰਦੀ, ਕਿਸੇ ਵੇਲੇ ਸ਼ੋਹਰ ਦੀ ਮਰਜ਼ੀ ਨਹੀਂ ਹੁੰਦੀ ਹੈ, ਤੇ ਉਹ ਇਖਤਲਾਫਾਤ ਹੋ ਜਾਂਦੇ ਨੇ। ਅਸੀਂ ਇੱਥੇ ਸਵੇਰੇ ਦਾ ਗੁੱਬ ਘਸੁੰਨਾ ਨਹੀਂ ਹੋਏ ਹੁੰਦੇ ਰੋਜ਼ ਮੁਸਲਮਾਨ, ਜਿਸ ਤਰ੍ਹਾਂ ਮਰਦ ਆਪਸ 'ਚ ਲੜਦੇ ਨੇ, ਇਸੇ ਤਰ੍ਹਾਂ ਮੀਆਂ ਬੀਵੀ ਦੇ ਦਰਮਿਆਨ ਵੀ ਘਰ 'ਚ ਵੀ ਝਗੜਾ ਹੋ ਜਾਂਦਾ ਤਲਾਕ ਤੋਂ। ਜਿਹੜੀ ਹਜ਼ਰਤ ਇਬਰਾਹੀਮ ਅਲੈਹਿਸਲਾਮ ਦੀ ਦੱਸ ਰਹੇ ਹੋ, ਥੋੜਾ ਜਿਹਾ ਮੈਂ ਸੁਣਿਆ, ਮੈਂ ਹੋ ਨਹੀਂ ਆਇਆ। ਹਜ਼ਰਤ ਇਬਰਾਹੀਮ ਅਲੈਹਿਸਲਾਮ ਨੇ ਜਿਹੜੀ ਆਪਣੀ ਨੂੰਹ ਨੂੰ ਹਜ਼ਰਤ ਇਸਮਾਈਲ ਅਲੈਹਿਸਲਾਮ ਦੀ ਬੀਵੀ ਨੂੰ ਤਲਾਕ ਦਾ ਹੁਕਮ ਦਿੱਤਾ ਸੀ, ਉਹਦੇ ਵਿੱਚ ਇੱਕ ਚੀਜ਼ ਜ਼ਾਹਿਰ ਹੋਈ ਸੀ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੂੰ ਕਿ ਉਸ ਔਰਤ ਨੇ ਨਾਸ਼ੁਕਰੀ ਦਾ ਇਜ਼ਹਾਰ ਕੀਤਾ ਸੀ। ਕਹਿੰਦੀ ਸੁਬਾਹ ਖਾਣਾ ਮਿਲਦਾ ਤੇ ਸ਼ਾਮ ਨੂੰ ਨਹੀਂ ਮਿਲਦਾ, ਸ਼ਾਮ ਨੂੰ ਮਿਲ ਜਾਏ ਤਾਂ ਅਗਲੇ ਦਿਨ ਨਹੀਂ ਮਿਲਦਾ। ਤੇ ਹਜ਼ਰਤ ਇਸਮਾਈਲ ਅਲੈਹਿਸਲਾਮ ਸ਼ਿਕਾਰ ਕਰਨ ਗਏ ਵੇ ਸੀ, ਉਹਨਾਂ ਨੇ ਆਪਣੀ ਨੂੰਹ ਨੂੰ ਮੈਸੇਜ ਦਿੱਤਾ ਕਿ ਜਿਸਲੇ ਉਹ ਘਰ ਆਉਣ ਤੇ ਉਹਨਾਂ ਨੂੰ ਕਹਿਣਾ ਆਪਣੀ ਚੌਖਟ ਬਦਲ ਲੈਣਾ। ਤੇ ਇਹ ਮਤਲਬ ਨਾਸ਼ੁਕਰੀ ਦੀ ਮਤਲਬ ਇਤਨਾ ਬੜਾ ਗੁਨਾਹ ਹੋ ਗਿਆ ਕਿ ਉਹਨਾਂ ਨੇ ਤਲਾਕ ਦਾ ਹੁਕਮ ਦੇ ਦਿੱਤਾ। ਨਾਸ਼ੁਕਰੀ ਨਬੀ ਦੇ ਘਰ ਵਿੱਚ ਰਹਿ ਕੇ ਔਰਤ ਦਾ ਬਹੁਤ ਵੱਡਾ ਜੁਰਮ ਹੈ, ਬਹੁਤ ਐਡਾ ਵੱਡਾ ਜੁਰਮ ਹੈ ਕਿ ਉਹ ਘਰ ਨਬੀ ਦੇ ਰਹਿ ਨਹੀਂ ਸਕਦੀ। ਨਬੀ ਦਾ ਘਰ ਹੈ ਨਾ, ਨਬੀ ਦੇ ਘਰ ਰਹਿਣ ਵਾਲੀ ਔਰਤ ਉਹ ਨਾਸ਼ੁਕਰੀ ਨਹੀਂ ਕਰ ਸਕਦੀ ਹੈ। ਅਗਰ ਉਹ ਮਤਲਬ ਇਹ ਨਬੀ ਤੇ ਦੁਨੀਆ ਦੇ ਉੱਤੇ ਆਮਦਾ ਹੀ ਇਸ ਗੱਲ ਵਾਸਤੇ ਲੋਕਾਂ ਨੂੰ ਅੱਲਾਹ ਦਾ ਸ਼ੁਕਰਗੁਜ਼ਾਰ ਬੰਦਾ ਬਣਾਏ ਕਿ ਲੋਕੀ ਸਾਰੇ ਉਹਦੀ ਹਮਦੋ ਸਨਾ ਬਿਆਨ ਕਰਨ, ਉਹਦਾ ਸ਼ੁਕਰ ਅਦਾ ਕਰਨ ਕਿ ਅੱਲਾਹ ਤਾਲਾ ਨੇ ਸਾਨੂੰ ਜ਼ਿੰਦਗੀ ਦਿੱਤੀ, ਨੇਮਤਾਂ ਦਿੱਤੀਆਂ। ਅਸੀਂ ਇਸ ਜ਼ਿੰਦਗੀ ਦੇ ਵਿੱਚ ਅੱਲਾਹ ਤਾਲਾ ਫਰਮਾਉਂਦਾ ਅੱਲਾਜ਼ੀ ਖਲਕਲ ਮੌਤ ਵਲ ਹਯਾਤ ਲਿਯਬਲੁਵਕੁਮ ਅਯੁਕੁਮ ਅਹਸਨੁ ਅਮਲਾ। ਅੱਲਾਹ ਤਾਲਾ ਨੇ ਜ਼ਿੰਦਗੀ ਮੌਤ ਬਣਾਈ ਹੈ ਤਾਂ ਕਿ ਤੁਹਾਨੂੰ ਅਜ਼ਮਾ ਲਵੇ ਕਿਹੜਾ ਅੱਛੇ ਅਮਲ ਕਰਕੇ ਕਾਮਯਾਬ ਹੁੰਦਾ। ਅੱਲਾਹ ਤਾਲਾ ਨੇ ਸਾਨੂੰ ਅਜ਼ਮਾਉਣ ਵਾਸਤੇ ਜ਼ਿੰਦਗੀ ਔਰ ਮੌਤ ਦਿੱਤੀ ਹੈ, ਉਹਦੀਆਂ ਨੇਮਤਾਂ ਦਾ ਸ਼ੁਕਰ ਅਦਾ ਕਰਕੇ ਅਸੀਂ ਅੱਛੇ ਕੰਮ ਕਰੀਏ, ਉਹਦੀਆਂ ਨੇਮਤਾਂ ਦਾ ਸ਼ੁਕਰ ਅਦਾ ਕਰੀਏ। ਨਾ ਸ਼ੁਕਰੀ ਕਰਨਾ ਕੁਫਰ ਹੈ, ਸ਼ੁਕਰਾਨੇ ਨੇਮਤ ਕੁਫਰ ਹੈ। ਪਤਾ ਜੇ
ਹਾਂਜੀ ਅੱਲਾ ਕਹਿੰਦਾ ਸ਼ੁਕਰ ਕਰੋਗੇ ਮੈਂ ਤੁਹਾਨੂੰ ਹੋਰ ਦਵਾਂਗਾ। ਨਾ ਸ਼ੁਕਰੀ ਅੱਲਾ ਦੀਆਂ ਨੇਮਤਾਂ ਦਾ ਇਹ ਕੁਫਰ। ਮੇਰੇ ਮੂੰਹ 'ਚ ਸ਼ੁਕਰਾਨੇ ਨਿਮਤ ਨਿਕਲ ਗਏ। ਅੱਲਾ ਮਾਫ। ਅੱਛਾ ਇੱਕ ਛੋਟਾ ਜਿਹਾ ਇਹਦੇ ਸਵਾਲ ਪੈਦਾ ਹੁੰਦਾ ਕਿ ਅਗਰ ਇੱਕ ਔਰਤ ਨਾਸ਼ੁਕਰੀ ਕਰ ਰਹੀ ਹੈ ਤੇ ਹੋ ਸਕਦਾ ਉਹਦੀ ਨੀਅਤ ਇਰਾਦਾ ਨਾ ਹੋਏ, ਆਪਣੀ ਲਾ ਇਲਮੀ ਦੀ ਵਜ੍ਹਾ ਨਾਲ, ਦੀਨ ਤੋਂ ਦੂਰੀ ਦੀ ਵਜ੍ਹਾ ਨਾਲ, ਕਮ ਇਲਮੀ ਦੀ ਵਜ੍ਹਾ ਨਾਲ ਉਹਨੇ ਕਿਹਾ ਹੋਏ ਤੇ ਉਹਨੂੰ ਅਗਰ ਸਮਝਾ ਦਿੱਤਾ ਜਾਏ ਕਿ ਤੇਰੇ ਜਿਹੜੇ ਅਲਫਾਜ਼ ਨੇ ਜਿਹੜਾ ਤੂੰ ਬੋਲ ਰਹੀ ਹੈ ਇਹ ਗਲਤ ਹੈ, ਇਹ ਨਾਸ਼ੁਕਰੀ ਅੱਲਾ ਨਾਰਾਜ਼ ਹੁੰਦਾ, ਹਰ ਹਾਲ ਵਿੱਚ ਜਿਹੜਾ ਨਾ ਅਲਹਮਦੁਲਿਲਾ ਸ਼ੁਕਰ ਕਰ, ਅਗਰ ਉਹ ਸਮਝ ਜਾਏ ਤਾਂ ਇਹਦਾ ਨਾ ਕਵੇ ਫਿਰ ਉਹਨੂੰ ਮਤਲਬ ਇੱਕ ਮੌਕਾ ਦੇ ਦੇਣਾ ਵੀ ਚਾਹੀਦਾ ਹੈ ਨਾ। ਗੱਲ ਤੇ ਤੁਹਾਡੀ ਠੀਕ ਹੈ, ਲੇਕਿਨ ਆਮ ਤੌਰ ਤੇ ਸਾਡੇ ਕੋਲ ਜਿਹੜੀਆਂ ਰਵਾਇਤ ਨੇ ਉਹਨਾਂ ਦੀ ਤਫਸੀਲ ਨਹੀਂ ਨਾ ਪਹੁੰਚੀ। ਹੋ ਸਕਦਾ ਸੈਯਦਨਾ ਇਬਰਾਹੀਮ अलैहिस्सलाम ਨੇ ਸਮਝਾਇਆ ਹੋਵੇ, ਤਬਲੀਗ ਕੀਤੀ ਹੋਵੇ, ਉਹ ਸਮਝ ਆ ਗਿਆ ਹੋਵੇ ਉਹਨਾਂ ਨੂੰ, ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਪਤਾ ਲੱਗ ਗਿਆ ਹੋਵੇ ਵੀ ਇਹ ਮੰਨਣ ਵਾਲੀ ਨਹੀਂ। ਇਹ ਹਰੇ ਪਿਛਲੇ ਵੀ ਵਾਕਿਆ ਸੁਣਾਉਂਦੀ ਪਈ ਇਹਨੇ ਤੇ ਘਰ ਜਿਹੜਾ ਉਹ ਲੜਾਈ ਪਾਈ ਹੁੰਦੀ ਹੈ, ਘਰ ਨੂੰ ਨਰਕ ਬਣਾਇਆ ਤੇ ਮੇਰੇ ਬੱਚੇ ਦੀ ਵੀ ਜ਼ਿੰਦਗੀ ਬਰਬਾਦ ਕੀਤੀ, ਰੱਬ ਦਾ ਵੀ ਨਾ ਸ਼ੁਕਰੀ ਵੀ ਕਰਦੀ। ਉਹ ਹੋ ਸਕਦਾ ਸੈਯਦਨਾ ਇਬਰਾਹੀਮ अलैहिस्सलाम ਨੇ ਤਬਲੀਗ ਕੀਤੀ, ਉਹਦੀ ਤਫਸੀਲ ਨਹੀਂ ਹੈ ਰਵਾਇਤਾਂ ਦੇ ਵਿੱਚ। ਕਈ ਵਾਰੀ ਮੁਜਮਲ ਰਵਾਇਤ ਵਿੱਚ ਤਫਸੀਲ ਨਾ ਹੋਵੇ, ਅਦਮੇ ਜ਼ਿਕਰ ਤੋਂ ਅਦਮੇ ਸ਼ੈ ਲਾਜ਼ਮ ਨਹੀਂ ਆਉਂਦਾ। ਇਹ ਨਹੀਂ ਕਿਹਾ ਜਾ ਸਕਦਾ ਕਿ ਸੈਯਦਨਾ ਇਬਰਾਹੀਮ अलैहिस्सलाम ਨੇ ਉਹਨਾਂ ਨੂੰ ਤਬਲੀਗ ਨਹੀਂ ਕੀਤੀ ਤੇ ਅੰਨੇਵਾਹ ਹੁਕਮ ਦੇ ਦਿੱਤਾ, ਇਹ ਨਹੀਂ ਕਿਹਾ ਜਾ ਸਕਦਾ। ਅਦਮੇ ਜ਼ਿਕਰ ਤੋਂ ਅਦਮੇ ਸ਼ੈ ਲਾਜ਼ਮ ਨਹੀਂ ਹੁੰਦਾ। ਸਹੀ ਹੈ। ਅੱਛਾ ਦੂਸਰੀ बीवी ਨੂੰ ਫਿਰ ਕਿਹਾ ਸੀ ਨੇ, ਉਹਨੇ ਕਿਹਾ ਅਲਹਮਦੁਲਿਲਾ ਸ਼ੁਕਰ ਹੈ ਬੜਾ ਅੱਛਾ ਗੁਜ਼ਾਰਾ ਹੋ ਰਿਹਾ। ਦੁਬਾਰਾ ਕਿਹਾ ਸੀ ਨੇ ਆਪਣੇ ਘਰ ਵਾਲੇ ਨੂੰ ਕਹਿਣਾ ਕਿ ਯਾਨੀ ਆਪਣੇ ਬੇਟੇ ਨੂੰ ਕਹਿਣਾ, हज़रत इब्राहिम अलैहिस्सलाम अपने बेटे का इशारा करके कह रहे सर उन्होंने कहना तारी चौखट बड़ी बेहतरीन है, इसलिए लुक आफ्टर करना है जड़ा ना मतलब ख्याल रखना। बिल्कुल। अच्छा मिर्जा साहब के बारे की कह रहे थे, मैंने समझ नहीं आई उन्होंने किनू तलाक तलाई सी? मिर्जा साहब दे पहली बीवी जो दो मुंडे सन, एक दा नाम फजल सी, एक दा नाम सुल्तान सी। ਜਿਹੜਾ ਫਜ਼ਲ ਸੀ ਨਾ ਉਹ ਵਿਆਹਿਆ ਸੀ ਮਿਰਜ਼ਾ ਸਾਹਿਬ ਦੇ ਸਾਲੇ ਦੇ ਘਰ, ਅਲੀ ਸ਼ੇਰ ਬੇਗ ਦੇ ਘਰ। ਅੱਛਾ ਇੱਕ ਜਿਹੜਾ ਬੇਟਾ ਉਹਨਾਂ ਦਾ ਐਮਏ ਇਹਦੇ ਨਾਲ ਲੱਗਦਾ ਕਿਸੇ ਨਾਲ ਐਮਏ ਨਹੀਂ, ਉਹ ਦੂਸਰੀ ਬੀਵੀ ਦੇ ਮੁੰਡੇ ਨੇ, ਬਸ਼ੀਰ ਅਹਿਮਦ ਐਮਏ ਤੇ ਬਸ਼ੀਰੁद्दीन ਮਹਿਮੂਦ ਅਹਿਮਦ। ਇਹ ਦੂਸਰੀ ਬੀਵੀ, ਮੈਂ ਪਹਿਲੀ ਬੀਵੀ ਦੇ ਦੋ ਮੁੰਡਿਆਂ ਦੀ ਗੱਲ ਕਰ। ਅੱਛਾ ਪਹਿਲੀ ਬੀਵੀ ਚੋਂ ਦੋ ਹੀ ਮੁੰਡੇ ਸਨ, ਇੱਕ ਦਾ ਨਾਮ ਫਜ਼ਲ ਸੀ, ਇੱਕ ਦਾ ਨਾਮ ਸੁਲਤਾਨ ਸੀ। ਫਜ਼ਲ ਵਿਆਹਿਆ ਸੀ ਮਿਰਜ਼ਾ ਸਾਹਿਬ ਦੇ ਸਾਲੇ ਦੇ ਘਰ ਤੇ ਮਿਰਜ਼ਾ ਸਾਹਿਬ ਨੇ ਉਹਨੂੰ ਆਖਿਆ ਕਿ ਤੂੰ ਆਪਣੀ ਬੀਵੀ ਨੂੰ ਤਲਾਕ ਦੇ ਦੇ, ਜੇ ਤੂੰ ਨਾ ਦਿੱਤੀ ਮੈਂ ਤੈਨੂੰ ਜਾਇਦਾਦ ਚੋਂ ਆਗ ਕਰ ਦਿਆਂਗਾ। ਵਜ੍ਹਾ ਕੀ ਸੀ? ਵਜ੍ਹਾ ਇਹ ਸੀ ਕਿ ਉਹਦੀ ਬੀਵੀ ਜਿਹੜੀ ਸੀ ਉਹ ਰਿਸ਼ਤੇਦਾਰ ਸੀ ਉਹਨਾਂ ਦੀ, ਯਾਨੀ ਮੁਹੰਮਦੀ ਬੇਗਮ ਦੀ ਉਹ ਫੁੱਫੀ ਦੀ ਧੀ ਸੀ। ਉਹਦਾ ਜੁਰਮ ਇੰਨਾ ਹੀ ਸੀ, ਮੁਹੰਮਦੀ ਬੇਗਮ ਦੀ ਉਹ ਫੁੱਫੀ ਦੀ ਧੀ ਹੋਣਾ ਉਹਦਾ ਜੁਰਮ ਬਣਿਆ। ਜਿਸ ਤਰ੍ਹਾਂ ਇਹ ਕੁੜੀਆਂ ਯਾਰ ਵਿਆਹੀਆਂ ਨਹੀਂ ਹੁੰਦੀਆਂ ਦੂਜਿਆਂ ਖਾਨਦਾਨਾਂ 'ਚ, ਉਹਨਾਂ ਦੇ ਕਤਲਾਂ ਦੇ ਵੈਰ ਪੈ ਜਾਂਦੇ ਨੇ ਤੇ ਕਹਿੰਦੇ ਨੇ ਇਹ ਕੁੜੀ ਉਹਨਾਂ ਦੇ ਖਾਨਦਾਨ ਦੀ ਹੱਥੇ ਵਿਆਹੀ ਏ, ਇਹਨੂੰ ਤਲਾਕ ਦੇ ਛੜੋ, ਇਹ ਸਾਡੇ ਕਾਤਲਾਂ ਦੀ ਕੁੜੀ ਏ। ਤੇ ਜਿਹੜਾ ਬੰਦੇ ਦਾ ਪੁੱਤਰ ਵੀ ਆਂਦਾ ਨਹੀਂ ਇਹ ਵੀ ਕਿਸੇ ਦੀ ਧੀ ਧਿਆਣੀ ਏ, ਇਹ ਕਿਹੜਾ ਕੋਈ ਸਾਨੂੰ ਕਤਲ ਵੀ ਕਰਦੀ ਜਾਂ ਕਰਵਾਉਂਦੀ ਹੈ ਵੀ, ਇਹਦਾ ਕੀ ਜੁਰਮ ਹੈ? ਕੋਈ ਜਾਹਿਲ ਹੁੰਦੇ ਨੇ ਤਲਾਕ ਤਲਾ ਦਿੰਦੇ ਨੇ। ਜਾਹਿਲ ਜਿਹੜੇ ਨੇ ਉਹ ਤਲਾਕ ਦਵਾ ਦਿੰਦੇ ਨੇ, ਆਂਦੇ ਨੇ ਕਾਤਲਾਂ ਦੀ ਕੁੜੀ ਏ, ਇਹਨੂੰ ਫਾਰਗ ਕਰੋ, ਇਹਨੂੰ ਘਰੋਂ ਕੱਢੋ, ਇਹਦਾ ਮਾਮਾ ਇਹਦਾ ਚਾਚਾ ਹੁੰਦੇ ਨੇ, ਕਹਿੰਦੇ ਨੇ ਇਹ ਇੱਜ਼ਤ ਹੈ ਕਿਸੇ ਦੀ, ਇਹਦਾ ਕੋਈ ਕਸੂਰ ਨਹੀਂ ਤੇ ਇਹਨੂੰ ਅਸੀਂ ਕੁਝ ਨਹੀਂ ਕਹਿਣਾ। ਖਾਨਦਾਨੀ ਲੋਕ ਤੇ ਆਂਦੇ ਨੇ ਜੇ ਖਾਨਦਾਨੀ ਲੋਕ ਤੇ ਆਂਦੇ ਨੇ ਕਿ ਸਾਡੀ ਇੱਜ਼ਤ ਹੈ, ਇਹ ਹੁਣ ਸਾਡੇ ਘਰ ਵਿਆਹੀ ਹੈ, ਮੇਰੀ ਬਹੂ ਹੈ, ਮੇਰੇ ਪੁੱਤਰ ਦੀ ਬੀਵੀ ਹੈ, ਇਹ ਮੇਰੀ ਇੱਜ਼ਤ ਹੈ, ਮੈਂ ਇਹਨੂੰ ਕਿਉਂ ਕਰੂੰ ਧੱਕਾ ਦੇਵਾਂ। ਲੇਕਿਨ ਮਿਰਜ਼ਾ ਕਾਦੀਆਨੀ ਨੇ ਆਖਿਆ ਫਜ਼ਲ ਨੂੰ ਕਿ ਜੇ ਤੂੰ ਆਪਣੀ ਬੀਵੀ ਨੂੰ ਤਲਾਕ ਨਾ ਦਿੱਤੀ ਤੇ ਮੈਂ ਤੈਨੂੰ ਜਾਇਦਾਦ ਚੋਂ ਆਗ ਕਰ ਦਿਆਂਗਾ। ਉਹਦੇ ਕੋਲੋਂ ਤਲਾਕ ਦਵਾਈ ਧੱਕੇ ਨਾਲ, ਇਸ ਤਰ੍ਹਾਂ ਉਹਨੇ ਮਸ਼ਰੂਤ ਤੌਰ ਤੇ ਤਲਾਕ ਲਿਖ ਕੇ ਦੇ ਦਿੱਤੀ। ਕਸ਼ਮੀਰ ਉਹ ਨੌਕਰੀ ਕਰਦਾ ਸੀ ਜੰਮੂ, ਉਹਨੇ ਉੱਥੋਂ ਲਿਖ ਕੇ ਤਲਾਕ ਘੱਲ ਦਿੱਤੀ ਕਿ ਜੇ ਮੁਹੰਮਦੀ ਬੇਗਮ ਦਾ ਸੁਲਤਾਨ ਨਾਲ ਵਿਆਹ ਹੋ ਗਿਆ ਤੇ ਤੇਰੇ ਤੇ ਤਲਾਕ ਹੈ ਮੇਰੀ ਤਰਫ। ਜੇ ਤੂੰ ਆਪਣੀ ਅੰਮਾ ਨੂੰ ਕਹਿ ਕੇ, ਮਾਮੇ ਨੂੰ ਕਹਿ ਕੇ ਰੋਕ ਸਕਣੀ ਹੈ ਤੇ ਰੋਕ ਲੈ, ਵਰਨਾ ਮੇਰੇ ਬਾਪ ਨੇ ਮੈਨੂੰ ਕਹਿ ਦਿੱਤਾ ਹੈ ਤੇ ਮੇਰੀ ਤਰਫੋਂ ਤੈਨੂੰ ਤਲਾਕ ਹੈ। ਜੇ ਉਹਨਾਂ ਮੁਹੰਮਦੀ ਬੇਗਮ ਜਿਸ ਦਿਨ ਰਿਸ਼ਤਾ ਕੀਤਾ, ਜੰਜ ਚੜੀ ਮੁਹੰਮਦੀ ਬੇਗਮ ਦੀ, ਤੇਰੀ ਤਲਾਕ। ਉਹ ਕੁੜੀ ਨੇ ਮਾਂ ਨੂੰ, ਮਾਮੇ ਨੂੰ ਖੱਤ ਬੜੇ ਲਿਖੇ ਨੇ ਕਿ ਮੈਨੂੰ ਬਚਾ ਲਓ, ਮੈਨੂੰ ਇਹ ਤਲਾਕ ਦੇ ਦੇਣਗੇ, ਪਰ ਉਹ ਮਜਬੂਰ ਸਨ। ਆਂਦੇ ਸਨ ਅਸੀਂ ਤੈਨੂੰ ਬਚਾਈਏ ਤੇ ਇਹਨੂੰ ਮੁਹੰਮਦੀ ਬੇਗਮ ਨੂੰ ਅੱਗੇ ਚਾੜੀਏ। ਮੁਹੰਮਦੀ ਬੇਗਮ ਨੂੰ ਅਸਾਂ ਨਹੀਂ ਦੇਣਾ, ਰਿਸ਼ਤਾ ਨਹੀਂ ਦੇਣਾ ਮਿਰਜ਼ਾ ਕਾਦੀਆਨੀ ਨੂੰ, ਕਿਉਂਕਿ ਫਰਾਡੀ ਹੈ, ਨੌਸਰਬਾਜ਼ ਹੈ, ਢੋਂਗੀ, ਅਸੀਂ ਉਹਨੂੰ ਕਿਉਂ ਦਈਏ ਰਿਸ਼ਤਾ? ਇੱਕ ਨੂੰ ਬਚਾਈਏ ਤੇ ਇੱਕ ਨੂੰ ਮਾਰੀਏ, ਇੱਕ ਦੀ ਬਚਾਉਣ ਵਾਸਤੇ ਦੂਜੇ ਦੀ ਜ਼ਿੰਦਗੀ ਨਰਕ ਬਣਾ ਦਈਏ। ਉਹ ਤਲਾਕ ਹੋ ਗਈ ਉਹਦੀ, ਫਜ਼ਲ ਦੀ बीवी ਨੂੰ ਫਜ਼ਲ ਨੇ ਤਲਾਕ ਦੇ ਦਿੱਤੀ, ਮਸ਼ਰੂਤ ਤੌਰ ਤੇ ਘੱਲ ਦਿੱਤੀ। ਉਹ ਫਿਰ ਮੁਹੰਮਦੀ ਬੇਗਮ ਦਾ ਰਿਸ਼ਤਾ ਜਦੋਂ ਹੋਇਆ ਇੱਧਰ ਤੋਂ ਤਲਾਕ ਹੋ ਗਈ, ਉਹ ਚਲੀ ਗਈ ਆਪਣੇ ਘਰ ਰੋਂਦੀ ਧੋਂਦੀ।
ਇਸ ਯਾਨੀ ਮਿਰਜ਼ਾ ਸਾਹਿਬ ਆਪਣਾ ਮਕਸਦ ਪੂਰਾ ਕਰਨ ਅਗਰ ਨਹੀਂ ਹੋਇਆ ਤਾਂ ਕਹਿੰਦੇ ਸੀ ਤੁਹਾਨੂੰ ਤਲਾਕ ਦੇ ਦਿਆਂਗਾ। ਜੀ 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 ਇਹ ਤੇ ਮਤਲਬ ਇੱਕ ਹੱਸਦਾ ਵਸਦਾ ਘਰ ਪਟਾ ਦਿੱਤਾ ਉਹਨਾਂ ਨੇ ਇਹ। हाँ इंज ही किया बिल्कुल। जाओ पूछो किसी मरजाई दी बराड़ ते गल गलत निकले, मेरा मुंह काला किया जाए, मेरे गले में रस्सा डालकर खींचा जाए। ਇਹ ਜਿਹੜੀ ਇਹ ਤੇ ਇਹਦੇ ਇੱਕ ਜਿਹੜੀ ਇੱਕ ਹਦੀਸ ਹੈ ਸਿਲਾ ਰਹਿਮੀ ਵਾਲੀ ਉਹਦੇ ਵੀ ਖਿਲਾਫ ਜਾਂਦੀ ਹੈ ਗੱਲ। अल्लाह ताला दे नबी ने फरमाया है, अल्लाह ताला दे नबी दी हदीस है, जिन्हें कतई रहमी कीती है वो जन्नत दी खुशबू भी नहीं पा सकता। ਹਾਂ ਤੇ ਮਿਰਜ਼ਾ ਸਾਹਿਬ ਨੇ ਇੱਕ ਮਤਲਬ ਕਤਾ ਰਹਿਮੀ ਕੀਤੀ ਹੈ, ਇੱਕ ਚੰਗਾ ਭਲਾ ਹੱਸਦਾ ਖੇਡਦਾ ਘਰ ਨੂੰ ਉਹਦਾ ਰਿਸ਼ਤਾ ਹੀ ਤੜਵਾ ਦਿੱਤਾ ਨੇ। ਜਿਹੜਾ ਰਿਸ਼ਤਾ ਤੋੜਦਾ ਹੈ, ਜਿਹੜਾ ਰਿਸ਼ਤੇ ਤੋੜਨ ਵਾਲਾ ਅੱਲਾ ਦੇ ਨਬੀ ਦੇ ਹੁਕਮ ਦੇ ਮੁਤਾਬਕ ਉਹ ਜੰਨਤ ਦੀ ਖੁਸ਼ਬੂ ਵੀ ਨਹੀਂ ਪਾ ਸਕਦਾ। ਇਹ ਲਾਂਤੀ ਆਂਦੇ ਨੇ ਉਹ ਤੇ ਮਿਰਜ਼ਾ ਕਾਦੀਆਨੀ ਤੇ ਨਬੀ ਪਾਕ ਆ ਰਿਹਾ, ਨਬੀ ਪਾਕ ਵਿੱਚ ਉਹਦੇ ਚ ਫਰਕ ਹੀ ਕੋਈ ਨਹੀਂ। ਉਸ ਦਜਾਲ ਨੂੰ ਇੰਜ ਪੇਸ਼ ਕਰਦੇ। ਇੱਕ ਹੋਰ ਵੀ ਹਦੀਸ ਹੈ ਕਿ ਜਿਹੜਾ ਕਤਾ ਰਹਿਮੀ ਕਰਦਾ ਸਿਲਾ ਰਹਿਮੀ ਨਹੀਂ ਕਰਦਾ, ਦੋ ਜ਼ੁਲਮ ਗੁਨਾਹ ਐਸੇ ਨੇ ਜਿਨ੍ਹਾਂ ਦੀ ਸਜ਼ਾ ਦੁਨੀਆ 'ਚ ਮਿਲਦੀ ਹੈ, ਇੱਕ ਜ਼ੁਲਮ ਔਰ ਇੱਕ ਜਿਹੜਾ ਰਿਸ਼ਤੇ ਤੋੜਦਾ ਹੋਵੇ। ਨਹੀਂ ਤੇ ਉਸਤਾਦ ਜੀ ਇੰਨੀ ਯਤਨ ਕਰਨ ਦੇ ਬਾਅਦ ਫਲਾਣੇ ਦੀ ਤਲਾਕ ਕਰਾ, ਫਲਾਣੇ ਨੂੰ ਛੱਡ ਦੇ, ਫਲਾਣੇ ਦਾ ਕੱਖ ਨਾ ਕੰਡਾ ਛੱਡਣਾ, ਤੇ ਫਿਰ ਵੀ ਉਹ ਜਨਾਨੀ ਹੱਥ ਨਹੀਂ ਆਈ ਹੈ। ਫਿਰ ਵੀ ਨਹੀਂ ਆਈ। ਇਨਸਾਨ ਨੂੰ ਤੇ ਆਪ ਹੀ ਜਿਹੜਾ ਜ਼ਹਿਰ ਖਾ ਲੈਣਾ ਚਾਹੀਦਾ। ਅੱਛਾ ਮਤਲਬ ਪੇਸ਼ਨ ਗੋਈ ਵੀ ਝੂਠੀ ਨਿਕਲੀ ਤੇ ਜਿਹੜੀ ਸਟਰਗਲ ਕੀਤੀ ਉਹ ਵੀ ਜ਼ਾਇਆ ਗਈ। ਨਾਲੇ ਰੰਨ ਗਈ ਨਾਲੇ ਕੰਨ ਪਾਟੇ। ਉਹ ਹਜ਼ਰਤ ਮੁਰਸਲਮ ਕਹਿੰਦੇ ਨੇ ਸਿਆਣੇ, ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਬੁੱਲਿਆ 10 ਖੱਟੇ ਕੇਸ ਇਸ਼ਕ ਪਿੱਛੇ। ਇਹੋ ਇਸ਼ਕ ਸੀ, ਰੰਨ ਵੀ ਗਈ ਤੇ ਕੰਨ। ਮਿਰਜ਼ਾ ਸਾਹਿਬ ਦੀ ਮਤਲਬ ਪੇਸ਼ਨ ਗੋਈ ਵੀ ਝੂਠੀ ਹੋਈ ਤਾਂ ਉਹਨਾਂ ਨੇ ਜਿੰਨੀ ਤੱਕ ਦੋ ਕੀਤੀ, ਧਮਕੀਆਂ ਵੀ ਲਈਆਂ, ਤਲਾਕ ਹੀ ਦਵਾ ਦਿੱਤੀ। ਇਹ ਸਾਰੀਆਂ ਚੀਜ਼ਾਂ ਦੇਖ ਕੇ ਤੇ ਫਿਰ ਮਿਰਜ਼ਾ ਸਾਹਿਬ ਨੂੰ ਕੋਈ ਕਿਸ ਤਰ੍ਹਾਂ ਸੀ ਕੋਈ ਬੰਦਾ ਕਾਬਰ ਬਣਾ ਸਕਦਾ ਆਪਣਾ। ਜਿਹੜੇ ਨਬੀ ਹੁੰਦੇ ਨੇ, ਇਮਾਮ ਮਹਿਦੀ ਹੁੰਦੇ ਨੇ, ਸੱਚੇ ਮੁਸਲਮਾਨ ਹੁੰਦੇ ਨੇ, ਵਲੀ ਹੁੰਦੇ ਨੇ, ਉਹ ਤੇ ਅੱਛੀਆਂ ਗੱਲਾਂ ਕਰਦੇ ਨੇ। ਉਹਨਾਂ ਦੇ ਜਿਹੜਾ ਗੱਲ ਹੁੰਦੀ ਹੈ, ਜਿੱਦੀ ਜਦੋਂ ਜਹਿਦ ਹੁੰਦੀ ਹੈ, ਉਹਦਾ ਪੋਜ਼ੀਟਿਵ ਮੀਨਿੰਗ ਹੁੰਦਾ ਹੈ, ਦੂਸਰੇ ਦਾ ਭਲਾ ਸੋਚਦੇ ਨੇ ਦੁਨਿਆਵੀ ਮਾਮਲਾਤ ਵਿੱਚ ਤੇ ਆਖਰਤ ਵਿੱਚ ਹੀ। ਤੇ ਮਿਰਜ਼ਾ ਜੀ ਨੇ ਮਤਲਬ ਦੇਖੋ ਇਹ ਕਿਸ ਤਰ੍ਹਾਂ ਤਲਾਕ ਦਿਲਾਈ ਹੈ। ਮੇਰ ਪਾਤਾ ਕਿ ਇਹ ਦੂਸਰਾ ਮਿਸਰਾ ਕੀ ਸੀ? ਨਾਲੇ ਰਨ ਗਈ ਨਾਲੇ ਕੰਨ ਪਾਟੇ, 10 ਬੋਲਿਆ 10 ਖੱਟੇ ਕੇ ਇਸ ਇਸ਼ਕ ਪਿੱਛੇ। ਇੱਕ ਮਿੰਟ, ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਬੁੱਲਿਆ 10 ਖੱਟੇ ਕੇ ਇਸ ਇਸ਼ਕ ਪਿੱਛੇ। ਠੀਕ ਹੋ ਗਿਆ। ਇੱਕ ਸ਼ੇਰ ਤੁਹਾਡਾ ਵੀ ਆ ਗਿਆ ਅੱਜ। ਮਤਲਬ ਇਹ ਗੱਲ ਨੂੰ ਅਸੀਂ ਬਿਆਨ ਕੀਤੀ ਹੈ। ਜਿਹੜਾ ਬੰਦਾ ਇੱਥੇ ਟਿਕਟਾਕ ਦੇ ਉੱਤੇ ਅਸਲ ਸਾਹਿਬ ਬਿਆਨ ਕਰੇ, ਆਖੇ ਕਿ ਨਬੀ ਪਾਕ ਦੀ ਜ਼ਿੰਦਗੀ ਨਾਲ ਇਹ ਮਮਾਸਲਤ ਰੱਖਦੀ ਏ, ਉਹਦੇ ਜਿੱਡਾ ਹਰਾਮਜ਼ਾਦਾ ਤਾਂ ਕੋਈ ਦੁਨੀਆ ਤੇ ਪੈਦਾ ਹੀ ਨਹੀਂ ਹੋਣਾ। ਇਹ ਤੇ ਮਿਰਜ਼ਾ ਸਾਹਿਬ ਦੀ ਲਿਸਟ ਦੇ ਅੰਦਰ ਇਬਨ ਬਗਾਦ ਦੀ ਲਿਸਟ ਦੇ ਅੰਦਰ ਵੀ ਉਹਦਾ ਆਲਾ ਦਰਜਾ ਹੈ, ਆਲਾ ਮੁਕਾਮ ਹੈ ਕਿ ਜਿਹੜਾ ਇਹੋ ਜਿਹੀ ਖਬਾਸਤ ਨੂੰ ਉਹੀ ਗੱਲ ਆ ਗਈ ਕਿ ਨਾਲੇ ਦੀ ਏਡਸ ਨੂੰ ਚਬਾਰੇ ਦੇ ਲਾਉਣ ਦੀ ਕੋਸ਼ਿਸ਼ ਵੀ ਕਿਸੇ ਕੋ ਸੋਚੇ ਵੀ ਕਿ ਰੂਹ ਕੰਬਦੀ ਹੈ। ਇਹ ਤੇ ਨਬੀ ਪਾਕ ਦੀ ਗੱਲਾਂ ਦੇ ਖਿਲਾਫ ਜਾ ਰਹੇ ਨੇ। ਨਬੀ ਮਿਰਜ਼ਾ ਸਾਹਿਬ ਆਪੋਜ਼ਿਟ ਚੱਲ ਰਹੇ ਨੇ। ਇਹ ਤੁਹਾਨੂੰ ਹੁਣ ਵੀ ਲੱਗ ਰਿਹਾ ਜਾ ਰਹੇ ਨੇ। ਉਹਨਾਂ ਕਿਹੜਾ ਕੰਮ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੀਰਤ ਤੇ ਕੀਤਾ ਹੈ? ਉਹ ਕੱਲ ਲੋਰੀ ਜਮਾਤ ਦਾ ਆਇਆ, ਮੈਂ ਇਹ ਪੁੱਛਿਆ ਜਨਾਬ ਮੁਹੰਮਦੀ ਬੇਗਮ ਦੀ ਪੇਸ਼ੈਂਟ ਕੋਈ ਜਿਹੜੀ ਹੈ ਤੁਹਾਡੀ ਜਮਾਤ ਕੀ ਮੌਕਫ ਰੱਖਦੀ ਹੈ? ਉਹਨੇ ਕਿ ਭਾਈ ਤੁਸੀਂ ਜਿਹੜਾ ਬਲਗ ਆਜ਼ਮ ਜਿਲਦ ਨੰਬਰ 3 ਦੇ ਅੰਦਰ ਸਫਾ 180 ਕੱਟ ਦੇ ਅੰਦਰ ਪੜ੍ਹ ਲਓ। ਉੱਥੇ ਖੋਲੀ, ਮੈਂ ਕਿਹਾ ਯਾਰ ਇੱਥੇ ਨਹੀਂ ਮਿਲਿਆ, ਕਹਿੰਦਾ ਇੰਡੈਕਸ ਸੇ ਪੜ੍ਹ ਲਓ। ਅੱਛਾ ਮੈਨੂੰ ਉੱਥੇ ਘੱਟ ਤੋਂ ਘੱਟ 15 ਮਿੰਟ ਲੱਗ ਗਏ ਨੇ। ਮੈਂ ਕਿਹਾ ਪੂਰਾ ਇੰਡੈਕਸ ਪੜ੍ਹ ਲਿਆ, ਇਹਦੇ ਅੰਦਰ ਵੀ ਗੱਲ ਨਹੀਂ ਹੈ, ਤੁਸੀਂ ਮੌਕਫ ਬਿਆਨ ਕਰ ਦਿਓ। ਕੰਧਾਂ 'ਚ ਵੱਜਣਾ ਸ਼ੁਰੂ ਹੋ ਗਿਆ। ਇਹ ਨਹੀਂ ਬੋਲ ਸਕੇ ਯਾਰ ਇਜਤਿਹਾਦ ਦੀ ਖਤਾ ਹੋ ਗਈ ਹੈ ਜਾਂ ਮੌਕਫ ਸਾਬਿਤ ਨਹੀਂ ਹੋਇਆ, ਮੌਕਫ ਦਰਸਤ ਨਹੀਂ ਨਿਕਲਿਆ, ਠੀਕ ਹੈ ਨਾ। ਤੇ ਅਸੀਂ ਇਹਨੂੰ ਇਜਤਿਹਾਦੀ ਖਤਾ ਸਮਝਦੇ, ਨਾ ਸੱਜੇ ਨਾ ਖੱਬੇ, ਠੀਕ ਹੈ। ਤੇ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਕਿ ਪੂਰਾ ਘੰਟਾ ਡੇਢ ਇੱਥੇ ਬੈਠਾ ਰਿਹਾ ਉਹ ਬੰਦਾ ਹਾਫਿਜ਼ ਮੀਰ, ਠੀਕ ਹੈ। ਲੇਕਿਨ ਇਹ ਵੀ ਨਹੀਂ ਦੱਸ ਸਕੇ, ਬਲਕਿ ਮੈਂ ਤਾਂ ਕਹਿੰਦਾ ਕਿਆ ਹੀ ਆਲਾ ਮਿਆਰ ਹੈ ਕਿ ਛੱਜ ਬੋਲੇ ਸੋ ਬੋਲੇ, ਛਾਨੀ ਬੋਲੇ ਜਿਹਦੇ ਨਾਲ 100 ਛੇਰ। ਅਹਿਮਦੀ ਤੈ ਹੁੰਦੀ, ਲੋਰੀਆਂ ਦੀ ਤੇ ਕਿਆ ਹੀ ਬਾਤ ਹੈ। ਮੈਂ ਕਿਹਾ ਜਿਹੜੇ ਅਬਦੁਰਰਹਿਮਾਨ ਮਿਸਰੀ ਨੇ ਤੁਹਾਡੇ ਜਮਾਤ ਦੇ ਫਰਦ ਰਹੇ ਨੇ, ਤੁਸੀਂ ਇਹਨਾਂ ਨੂੰ ਸਾਦਿਕ ਕੋਲ ਸਮਝਦੇ ਹੋ, ਝੂਠਾ ਸਮਝਦੇ ਹੋ? ਕੀ ਜਵਾਬ ਦਿੱਤਾ ਉਹਨੇ ਅੱਗੋਂ? ਇਹ ਵੀ ਦੱਸ ਸਕੇ ਹਾਂ ਬਈ ਅਸੀਂ ਆਪਣੀ ਜਮਾਤ ਦੇ ਬੰਦੇ ਨੂੰ ਸੱਚਾ ਸਮਝਦੇ ਹਾਂ ਇਸ ਮੌਕਫ ਦੇ ਅੰਦਰ। ਅੱਛਾ ਆਪ ਛਾਪਿਆ ਉਹਦਾ ਕੋਲ,
ਠੀਕ ਹੈ, ਜਿਹੜਾ ਇਲਜ਼ਾਮ ਲੱਗਿਆ ਮਿਰਜ਼ਾ ਬਸ਼ੀਰੁੱਦੀਨ ਸਾਹਿਬ ਦੇ ਉੱਤੇ, ਉਹਨਾਂ ਨੇ ਕਿਹਾ ਬਈ ਆਪ ਛਾਪ ਕੇ ਤੇ ਇਹ ਵੀ ਨਹੀਂ ਦੱਸ ਸਕਦੇ ਬਈ ਅਸੀਂ ਇਸ ਇਲਜ਼ਾਮ ਨੂੰ ਸੱਚਾ ਮੰਨਦੇ ਜਾਂ ਝੂਠਾ ਮੰਨਦੇ। ਇਹੋ ਜੀ ਮੌਤ ਹੈ ਨਾ ਸੇ। ये हैं वो गल्लें जिन्हें लोग बातें कहते हैं। इसलिए ਅਸੀਂ ਕਹਿੰਦੇ ਆ ਕਿ ਜ਼ਾਲਮੋ ਇੱਥੇ ਆ ਕੇ ਆਂਦੇ ਹੋ ਕਿ ਤੁਹਾਡੇ ਮਿਰਜ਼ਾ ਦੀ ਤੋਹੀਨ ਹੋਣ ਲੱਗੀ ਹੈ ਔਰ ਤੁਸੀਂ ਸਾਡੇ ਉਸ ਹਸਤੀ ਦੀ ਤੋਹੀਨ ਕਰਨ ਲੱਗੇ ਹੋ ਜਿਨ੍ਹਾਂ ਜੈਸਾ ਕੋਈ ਹੈ ਹੀ ਨਹੀਂ, ਜਿਨ੍ਹਾਂ ਵਾਸਤੇ ਅਸੀਂ ਸਵੇਰ ਉੱਠਨੇ ਆ ਤੇ ਸ਼ੁਰੂ ਹੁੰਨੇ ਆ ਤੇ ਕਹਿੰਦੇ ਆ ਯਾ ਨਬੀ ਸਲਾਮ ਅਲੈਕਾ या रसूल सलाम अलैका, या हबीब सलाम अलैका, सलवातुल्लाह अलैका, सलवातुल्लाह अलैका। रंज गम खाए हुए हैं, रंजो गम खाए हुए हैं, दूर से आए हुए हैं, आप पर इतराए हुए रंजो गम खाए हुए हैं, दूर से आए हुए हैं, आप पर इतराए हुए हैं, झोलियां फैलाए हुए हैं। या नबी सलाम अलैका, या रसूल सलाम अलैका, या हबीब सलाम अलैका, सलवातुल्लाह अलैका। सलवात पर मोहम्मद व आल मोहम्मद सल्लल्लाहु अलैहि वसल्लम और लानत पर ਇਹਨੂੰ ਜੋੜ ਦਿਓ ਸਾਡੇ ਨਬੀ ਨਾਲ, ਇਸ ਦਜਾਲ ਨੂੰ ਜੋੜ ਦਿਓ ਤੇ ਆਂਦੇ ਹੋ ਜੋਇਆ ਕੱਲ ਚੀਖ ਚੀਖ ਕੇ ਆਖਣ ਲੱਗੇ ਅਸਾਂ ਇਹ ਹੋਈ ਏ ਬੇਸ਼ਰਮੋ। ਇਸ ਟਿਕਟਾਕ ਨੇ ਇਨਸ਼ਾਅੱਲਾ ਤੁਹਾਨੂੰ ਨੰਗਿਆਂ ਕਰਕੇ ਛੱਡਣਾ ਹੈ। ਤੁਸੀਂ ਅਨ ਕਰੀਬ ਨਬੀ ਪਾਕ ਨੂੰ ਨੰਗੀਆਂ ਗਾਲਾਂ ਕੱਢਣੀਆਂ ਨੇ, ਗਲੋਂ ਲੱਕੋਂ ਲਾ ਕੇ ਇੱਥੇ ਟਿਕਟਾਕ ਦੇ ਉੱਤੇ ਕੈਮਰਿਆਂ ਦੇ ਸਾਹਮਣੇ ਆ ਕੇ ਤੁਸੀਂ ਨੰਗੀਆਂ ਗਾਲਾਂ ਕੱਢਣੀਆਂ ਨੇ ਤੇ ਤੁਸੀਂ ਆਖਣਾ ਮਿਰਜ਼ਾਈਅਤ ਝੂਠ ਦਾ ਪਲੰਦਾ ਹੈ। ਅਸੀਂ ਮੰਨ ਗਏ ਮਿਰਜ਼ਾ ਕਾਦੀਆਨੀ ਕਜ਼ਾਬ ਦਜਾਲ ਹੈ, ਅਸੀਂ ਨਬੀ ਪਾਕ ਦੇ ਵੀ ਮੁਨਕਰ ਹੋ ਗਏ ਮਾਜ਼ ਅੱਲਾ ਤੇ ਇਹਦੇ ਵੀ ਮੁਨਕਰ, ਕਿਉਂਕਿ ਤੁਹਾਨੂੰ ਤਾਂ ਪਤਾ ਹੈ ਕਿ ਇਹ ਹੀ ਇਸਲਾਮ, ਇਹਦਾ ਹੀ ਨਾ ਇਸਲਾਮ ਹੈ, ਹੋਰ ਕੋਈ ਇਸਲਾਮ ਹੈ ਹੀ ਨਹੀਂ। ਤੁਹਾਡੀ ਤਾਂ ਸ਼ੁਰੂ ਤੋਂ ਤਰਬੀਅਤ ਹੀ ਆ ਹੋਈ ਹੈ। ਜੇ ਮਿਰਜ਼ਾ ਕਾਦੀਆਨੀ ਝੂਠਾ ਹੈ ਖੁਦ ਉਹਨੇ ਲਿਖਿਆ, ਜੇ ਮੈਂ ਝੂਠਾ ਤੇ ਫਿਰ ਸਾਰੇ ਨਬੀ ਝੂਠੇ। ਤੇ ਤੁਹਾਡੀ ਤਰਬੀਅਤ ਹੈ ਹੋਈ ਹੈ ਇਹ ਨਾਲੀ ਦੀ ਇੱਟ ਇਹਨੂੰ ਚਬਾਰੇ ਤੇ ਨਾ ਲਾਓ, ਇਹਦੀਆਂ ਬਲੈਕਮੇਲਿੰਗਾਂ ਨੂੰ ਮਾਸੂਮ ਨਬੀ ਦੀ ਤਰਫ ਨਾ ਉਛਾਲੋ। ਉਹ रहमतुल आलमीन ने ਉਹਨਾਂ जैसा इखलाक और किरदार ਉਹਨਾਂ जैसी सीरत तैयबा ਕਿਸੇ ਦੀ ਹੈ ਹੀ ਨਹੀਂ। ਇਹਦੇ ਜਿੱਡੀ ਗੰਦੀ सीरत ਕਿਸੇ ਦੀ ਹੈ ਹੀ ਨਹੀਂ ਜਿੰਨੀ ਗੰਦੀ ਇਹਦੀ ਹੈ। ਗਲੀਜ਼ ਹਰ ਮਾਮਲਾ ਜਿਹੜਾ ਖੋਲ ਕੇ ਵੇਖੋ ਇਸ ਤਰ੍ਹਾਂ ਦਾ ਲੈਣ ਦੇਣ ਬੋਲ ਚਾਲ। ਐ ਮੈਂ ਕੱਲ ਇੱਥੇ ਪੋਸਟਰ ਲਾਇਆ ਸੀ, ਮੈਂ ਦੁਬਾਰਾ ਲਾਣਾ ਕਲੋਜ਼। ਇਹਦਾ ਅਖਲਾਕ ਤੱਕਿਓ ਜ਼ਰਾ। ਖਲੋ ਜੋ ਹਿਕਮਤ ਪੜਨ ਲੱਗਿਆ ਬਾਅਦ ਚ ਅਖਲਾਕ ਲਾ ਦੇਣਾ ਇਹਦਾ। ਇਹਨਾਂ ਦਾ ਅਖਲਾਕ ਤੇ ਇਹੋ ਜਿਹਾ ਕਿ ਮਾਸ਼ਾਅੱਲਾ ਮਾਸ਼ਾਅੱਲਾ। ਇਜਾਜ਼ਤ ਦਿਓ ਹਿਕਮਤ ਪੜ ਲਈਏ। ਪੜੋ ਪੜੋ। 50 ਬੰਦੇ ਬੈਠੇ ਨੇ। नहज बलागा हिकमत नंबर 231 बिस्मिल्लाहिर्रहमानिर्रहीम बिक़ौल तआला इन्नल्लाह यअमुरु बिल अदल वल इहसान। खुदावंद इरशाद फरमाता है
अल्लाह तुम्हें अदल और एहसान का हुक्म देता है और फरमाया अदल इंसाफ है और एहसान लुत्फ़ करम। वाखिर दावाना अल्हम्दुलिल्लाहि रब्बिल आलमीन। अल्लाह ताला आपको भी और हमें भी अदल इंसाफ करने की तौफीक अता फरमाए और ऐसे शर अंगेज़ों से दूर रखे जो ब्लैकमेल करते हैं और लोगों पर दबाव डाल के गैर कानूनी और गैर का इखलाकी काम करने की तरजीह देते हैं। सल्लल्लाहु अलैहि मोहम्मद व आले मोहम्मद, अल्लाहुम्मा सल्लि अला मोहम्मद व आले मोहम्मद। जिस ताजी ट्रू मुस्लिम साहब है, पढ़ो की लिखे है। ये लिखा जी, तेरे जैसा आदमी कुत्ते की तरह भौंकता है और फरियाद करता है। नासिर भट्ट से लिखे। तेरे जैसा आदमी कुत्ते की तरह नहीं, कुत्ते की तरह भौंकता है जी। ये किने क्या है ते किन्नू क्या गया? ये किस बंदे ने क्या है ते किन्नू क्या है जेड़ा भौंकता है? ये जिन्हें पिया रूहानी खजाना वाला भी थे। कुत्ते वाला देखो, मैं जान के माठा जा करके लाया। अच्छा, जिल्द 12 सफ़ा 230। रूहानी खजाना जिल्द 12 सफ़ा 230। आंटियों को आग लगा रहा है। मैंने पूछा कि इस केस में सजा ट्रुथ सर सब थले आए ने दसणगे मेरे साहब ने किनू फरमाया ते क्यों फरमाया कि अज जेड़ा नबी नू पंपन लगे ने मेरे साहब ने उन्होंने दुरुस्त उन्होंने से सर चश्पा किया जा सकता है, उन्होंने मुंसलिक किया जा सकता है इस हवाले दे नाल। अच्छा साहब लो कि जिथे कोई पेश नहीं जाती उत्थे मुंह खोल के बस नबी नू पोंग लो। क्यों? क्योंकि मुसलमान के जज्बात मजरू हो जाए। तोहफा कितना में? अच्छा अगर 231 231 231 ने उस्ताद जी मैंने गल दसो कि तुसी अगर जेडी खबासत करते हैं नबी करीम सल्लल्लाहु अलैहि वसल्लम ते अहले बैत दे उत्ते ते एदे नाल मेरे साहब दी सदाकत साबित हो जांदी है कि मुसलमानां दे दिल दे अंदर और नफरत पैदा होंदी है ना। ਹੋਰ ਨਫ਼ਰਤ ਹੋ ਰਹੀ। ਹੋਰ ਮੈਂ ਤੁਹਾਨੂੰ ਦੱਸਿਆ ਜਿਹੜੇ ਵਾਕਿਆਤ ਹੋਏ ਨੇ ਰੀਸੈਂਟਲੀ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਖਿਲਾਫ ਬੇਕਸੂਰ ਬੰਦੇ, ਇਹਨਾਂ ਦੇ ਕਿਸੇ ਬੇਕਸੂਰ ਵਾਕਿਆ ਵਿੱਚ ਯਾਨੀ ਕੋਈ ਬਗੈਰ ਪ੍ਰੋਵੋਕੇਸ਼ਨ ਤੋਂ ਕਿਸੇ ਨੇ ਗੋਲੀ ਮਾਰ ਦਿੱਤੀ ਹੈ, ਉਹ ਐਸੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀ ਤਬਲੀਗ ਦਾ ਨਤੀਜਾ ਹੈ। ਐਸੇ ਤਬਲੀਗ ਤੇ ਪਾਬੰਦੀ ਲਾਈ ਸੀ ਉਹਨਾਂ ਨੇ 84 'ਚ ਕਿ ਤੁਸੀਂ ਇਹ ਕਿਤਾਬਾਂ ਠੱਪ ਕੇ ਧਾਰ ਛੜੋ, ਇਹ ਬੰਦੇ ਮਰਵਾ ਛੜਨ। ਇਹਨਾਂ ਕਿਤਾਬਾਂ 'ਚ ਗਾਲਾਂ ਲਿਖੀਆਂ ਨੇ, ਇਹਨਾਂ ਕਿਤਾਬਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰੋ ਤੇ ਨਬੀ ਪਾਕ ਦੀ ਤੋਹੀਨ ਲਿਖੀ ਏ, ਤੁਹਾਨੂੰ ਮੁਸਲਮਾਨ ਬੇਕਸੂਰ ਮਾਰਨਗੇ, ਇਹਨਾਂ ਨੂੰ ਬੰਦ ਰਹਿਣ ਦਿਓ। ਇਹ ਆਂਦੇ ਨੇ ਸਾਡੀ ਤਬਲੀਗ ਤੇ ਤੁਸੀਂ ਪਾਬੰਦੀ ਖੋਲ ਕੇ ਦੇਖੋ। सर कह रहे भाई शिकस्त करदा एक मिनट की लिखा ने शिकस्त करदा शख्सियत खराब ना करे यार, ठीक है कि शख्सियत ना खराब। अच्छा मदीना साहब लिखते ने हवाला पढ़ दो ना हुण। रूहानी खजाना जिल्द 12 सफ़ा 231 231। जैसा कि एक पलीद बूटी बदबूदार वाली कड़वी जिसका नाम सनअबक है और हर एक खजूर का दरख्त ज़रूर अपनी लंबाई तक पहुंच जाता है, बस जो शख्स मेरे दरख्त को कता करना चाहेगा, मेरा मतलब इसका मतलब है कि कता तोड़ना चाहेगा, उसके बदन से गोश्त अलादा किया जाएगा और सादकों के तीर आकर निशाना पर लगा करते हैं। बस मैं तेरी वैसी ही औरत दावत करूँगा जैसा कि तूने अपने आरजू से तोहफा दिया, और है शक्की तू हद से ज़्यादा गुजर गया। बस तेरे जैसा आदमी कुत्ते की तरह भौंकता है और फरियाद करता है, और जो बदकार कहने में हद से ज़्यादा गुजर जाए आखिर वो बदकार ठहराया जाता है। अच्छा, ये मिर्जा साहब दी इस तहरीर विच कोई सारी तो नहीं पढ़ी, कोई समझ नहीं आ रही। कह रहे ने मिर्जा साहब के एक पलीद बूटी है जिसका नाम कड़वी है, तो फिर कहते ने खजूर ना जो दरख्त है वो बिल आखिर अपनी लंबाई तक पहुँच ही जाना है। बस जोड़ा शख्स मेरे दरख्त नाल तलक तोड़ेगा ਉਹਦਾ ਜਿਹੜਾ ਬਦਨ ਹੈ ਉਹਦੇ ਨਾਲ ਗੋਸ਼ਤ ਅਲੱਗ ਹੋ ਜਾਏਗਾ, और ਜਿਹੜੇ ਸੱਚੇ ਨੇ ਉਹਨਾਂ ਦਾ ਜਿਹੜਾ ਤੀਰ ਹੋਣਾ ਹੈ ਆਖਰ ਨਿਸ਼ਾਨੇ ਪਰ ਲੱਗ ਜਾਣਾ ਹੈ।
तो फिर कहने ने मैं तेरी वैसी ही दावत करूँगा जैसा कि तूने अपनी आरज़ू से तोहफा दिया। फिर अगे थल्ले लिख देने हैं शक्की, तू हद से ज़्यादा गुजर गया, बस तेरे जैसा आदमी कुत्ते की तरह भौंकता है, फरियाद करता है। मैं शेर व शायरी करन लग्या, अरबी दे शेर लिखण वास्ते वो मिसरा मुकम्मल करने वास्ते जिधर दा मर्जी लफज जिधर ते मर्जी फिट करके लिखी जावे। शायर इसे कि अल्लाह ताला ने सूरा शुअरा विच आख्या ना, मजम्मत कीती उन्हां दी। शायरी मना है इस्लाम विच। जी हाँ, जी हाँ, खास करके ਇਹੋ जी शायरी हुण ਇਹ शायरी है ते गालियां दे रहा है लोकां ਨੂੰ मुखालफां। शायरी ਵਿੱਚ ਜਿਹੜਾ ਇਸ਼ਕ ਮਾਸ਼ੂਕੀ ਦੀਆਂ ਗੱਲਾਂ ਹੋਣੀਆਂ ਨੇ ਉਹਦੇ ਤੇ ਵੀ ਮਤਲਬ ਮਨਾ ਹੈ ਨਾ ਖਾਸ ਕਰ। ਇਹ ਅਗਰ ਕੋਈ ਚਲੋ ਜਿਹੜੀ ਜਾਇਜ਼ ਸ਼ਾਇਰੀ ਹੈ ਇਲਮੀ ਹੈ ਅਦਬੀ ਹੈ ਉਹਦਾ ਤਾਂ ਹੋਰ ਹਿਸਾਬ ਹੈ। नबी पाक की तारीफ करता है, अल्लाह की तौहीद बयान करता है तो ठीक है, अच्छे अंदाज ना कर लो। लेकिन है तो बेहयाई लोगों को गालां कढ़नियां, तेरे जैसा आदमी कुत्ते की तरह भौंकता है और फरियाद करता है। अच्छा एक और भी मिर्जा साहब की तहरीर है, वो पता नहीं केड़ी है, पता नहीं कुत्तों से भी बढ़ गए, उस तरह की भी कोई आए। उस दिन तुसी हवाला लाया। हाँ जी, हाँ जी, हम ऐसे मुर्शिद और उसके मुरीद को कुत्तों से भी बदतर समझते हैं, जो अपने पेट से पेशगोइयां घड़े फिर उनको पूरा करने के लिए कोशिश करें। अच्छा ये मिर्जा साहब दी तहरीरां जो कुत्तों से बढ़ गए, सूरों से बढ़ गए, मतलब इस तरह दी गल्लां क्यों लिखियां गईयां ने? काफ़ी जगह ते इन्हां दे मवाद लिटरेचर च इस तरह के हवाले मिलते हैं। कंजरियों के बच्चे हो गए, सूअर हो गए, बियाबानू के सूअर हो गए, कुत्ते दे 3-4 दफ़ा पढ़िया गया उन्हां दे हवाले ने, कुत्ते वाली गालियां दित्तियां ने। सवाल करो ना ट्रुथ सीकर ਨੂੰ ਥੱਲੇ ਬੈਠਾ ਹੈ ਉਹਨਾਂ ਦਾ ਪੈਰੋਕਾਰ, ਪੁੱਛੋ ਉਹਨੂੰ ਵੀ ਇੱਕ ਸਾਹਿਬ ਉੱਤੇ ਆਓ ਤੇ ਦੱਸੋ ਕਿ ਮਿਰਜ਼ਾ ਸਾਹਿਬ ਨੇ ਆਪਣੇ ਲਿਟਰੇਚਰ ਵਿੱਚ, ਆਪਣੀਆਂ ਤਹਿਰੀਰਾਂ 'ਚ, ਕਿਤਾਬਾਂ ਵਿੱਚ, ਇਸ਼ਤਿਹਾਰਾਤ ਵਿੱਚ, ਅਖਬਾਰਾਂ ਵਿੱਚ ਇਸ ਤਰ੍ਹਾਂ ਦੇ ਅਲਫਾਜ਼ ਕਿਉਂ ਵਰਤੇ ਨੇ? ਇਹ ਤਾਂ ਸ਼ਰੀਫ ਆਦਮੀ ਨਹੀਂ ਦਿੰਦਾ ਆਪਣੀ ਗੁਫ਼ਤਗੂ 'ਚ ਵੀ। ਤੁਹਾਨੂੰ ਸ਼ਾਇਦ ਪਤਾ ਹੋਏਗਾ ਯੂਕੇ ਵਿੱਚ ਅਗਰ ਜਿਹੜੇ ਬੰਦੇ ਰਹਿੰਦੇ ਨਾ, ਇੱਥੇ ਇੱਕ ਪਾਕਿਸਤਾਨ ਦੀ ਔਰਤ ਹੈ, ਉਹਨੂੰ ਹੋਮ ਮਿਨਿਸਟਰ ਬਣਾਇਆ ਗਿਆ, ਠੀਕ ਹੈ, ਸਭ ਤੋਂ ਬੜਾ ਅਹੁਦਾ ਦਿੱਤਾ ਗਿਆ ਉਹਨੂੰ। ਉਹਨੇ ਆਪਣੀ ਤਕਰੀਰ ਵਿੱਚ ਇੱਕ ਅਲਫਾਜ਼ ਬੋਲ ਦਿੱਤਾ ਸੀ, ਤਾਂ ਜਿਹੜੀ ਸਪੀਕਰ ਸੀ, ਡਿਪਟੀ ਸਪੀਕਰ, ਉਹਨੇ ਖੜੇ ਹੋ ਕੇ ਕਿਹਾ ਤੁਹਾਨੂੰ ਮਾफ़ੀ ਮੰਗਣੀ ਪਏਗੀ, ਤੁਸੀਂ ਇੱਥੇ ਅਸੈਂਬਲੀ 'ਚ ਇਸ ਤਰ੍ਹਾਂ ਦੇ ਅਲਫਾਜ਼ ਨਹੀਂ ਇਸਤੇਮਾਲ ਕਰੇ। ਉਹਨੇ ਫੌਰਨ ਮਾफ़ੀ ਮੰਗ ਲਈ। ਤੇ ਮਿਰਜ਼ਾ ਸਾਹਿਬ ਇੰਨੇ ਬੜੇ ਦਾਅਵੇ ਕਰਕੇ ਤੇ ਦੇਖੋ ਆਪਣੀਆਂ ਤਹਿਰੀਰਾਂ ਵਿੱਚ, ਕਿਤਾਬਾਂ 'ਚ ਇਸ ਤਰ੍ਹਾਂ ਦੇ ਅਲਫਾਜ਼ ਕਿਉਂ ਇਸਤੇਮਾਲ ਕਰਦੇ ਨੇ ਟਰੁਥ ਸੀਕਰ ਸਾਹਿਬ? ਕੁੱਤੇ, ਸੂਅਰ, ਖੰਜ਼ੀਰ, ਕੰਜਰੀਆਂ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਗਾਲੀਆਂ ਨੇ। ਮਤਲਬ ਫੁਜ਼ਲਾ ਜਿਹੜਾ ਹੁੰਦਾ ਹੈ ਉਹਦੇ ਨਾਲ ਉਹਦਾ ਨਾਂ ਲੈ ਕੇ ਗਾਲੀ ਦਿੰਦੇ ਰਹੇ ਨੇ। ਉਹਦਾ ਵੀ ਬਹੁਤ ਜ਼ਿਕਰ ਆਉਂਦਾ ਇਹਨਾਂ ਦੀ ਫੁਜ਼ਲੇ ਦਾ ਬਹੁਤ ਜਗ੍ਹਾ। ਪੰਜਾਬੀ 'ਚ ਜਿਹਨੂੰ ਕਹਿੰਦੇ ਨੇ ਅਸੀਂ ਫੁਜ਼ਲੇ ਨੂੰ ਕੀ ਕਹਿੰਦੇ ਆ, ਉਹਦਾ ਨਾਂ ਲੈ ਕੇ ਕਿਤਾਬਾਂ 'ਚ ਲਿਖਿਆ ਗਿਆ ਹੋਵੇ। ਪਖਾਨਾ ਦੇ ਟੱਟੂ, पखाना तो झूठ बोलने गूं खाना एक बराबर है। 1000 पेशगोइयों को नहीं देखता और पेशगोई को लेकर कुत्ते की तरह आऊ आऊ करता है। इन्हें नहीं बात, मौलवी बात नहीं आंदा, कुत्ते की तरह वाऊ 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 करता है। आऊ आऊ ने आऊ आऊ लिखिया भाई। लो जी ਇਹ ਭੱਡੀ ਸਾਡੀ ਮੁਕਾ ਦਿਓ ਜੀ। ਅੱਜ ਟਰੁਥ ਆਪਣਾ ਟਰੂ ਮੁਸਲਮ ਸਾਹਿਬ ਜਾਜ਼ਿਮ ਦੀ ਚ ਮਿਰਜ਼ਾ ਸਾਹਿਬ ਨੇ ਜਿਹੜੇ ਨੇ ਨਾ ਉਹਦੇ ਲਿਖਣ ਲੱਗਿਆ ਸਪੈਲਿੰਗ ਸਹੀ ਨਹੀਂ ਲਿਖੇ। ਐਨ ਵਾਓ ਤੇ ਨੂਨ ਗੁਨਾ ਲਿਖਿਆ ਨਾ, ਛੜਾ ਐਨ ਵਾਓ ਲਿਖਿਆ ਤੇ ਉੱਤੇ ਪੇਸ਼ ਪਾ ਛੜੀ। ਮੈਂ ਕਿਹਾ ਕਿ ਮਿਰਜ਼ਾ ਸਾਹਿਬ ਇਹ ਲਿਖਣਾ ਚਾਹੁੰਦੇ ਸਨ ਕੁੱਤੇ की तरह ਵਾਓ 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 ਕਰਤਾ ਹੈ। ਇਹ ਆਂਦੇ ਨੇ ਜ਼ਿਆ ਭਾਈ ਆਂਦੇ ਨੇ ਵੀ ਨਹੀਂ, ਉਹ ਕੁੱਤੇ की तरह ਉਹਨਾਂ ਨੇ ਲਿਖਿਆ ਆਓ 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 ਕਰਤਾ ਹੈ। ਤੁਸੀਂ ਦੱਸੋ ਵੀ ਸਹੀ ਲਫ਼ਜ਼ ਕੀ ਹੈ? अच्छा की कहते ने वो कि कुत्ते की तरह आऊ आऊ करता है जी हाँ, नहीं इंज नहीं करके बहाना 3 बारी। मिर्जा साहब ने स्पैलिंग ते लिखे ने एन पेश वा ऊ, लेकिन पढ़न वालियां दा रौला है कि मेरा ते ज़िया भाई दा मसला खड़ा हो गया है। मैं आना उन्होंने लिखिया है वाऊ वाऊ वाऊ, ये आंदे ने नहीं उन्होंने लिखिया आओ आओ आओ। तुसीं साडा फैसला कर दिओ की लिखिया मिर्जा साहब ने। नहीं ये हुण मैनूं नजर आए तो मैं फैसला कराना। नहीं ਉਹਨੂੰ ਨਾ ਦੇਖੋ, ਮੈਂ ਤੁਹਾਨੂੰ ਜ਼ਬਾਨੀ ਚ ਦੱਸ ਰਿਹਾ ਐਨ ਪੇਸ਼ਵਾ ਲਿਖਿਆ, ਲੇਕਿਨ ਲਿਖਣਾ ਵਾਓ 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 ਚੰਦ पेशवा ते आऊ आऊ बनदा वे। ਨਹੀਂ ਬਣਦਾ ਤੇ ਆਉ ਹੈ, ਲੇਕਿਨ ਕੁੱਤੇ ਦੀ ਆਵਾਜ਼ ਤੇ ਆਉ ਨਹੀਂ ਨਾ ਹੁੰਦੀ। कुत्ते की आवाज नहीं आऊ आऊ होंदी। आयशा वाशे मिर्जा साहब लिखा कुत्ते की तरह या हाऊ हाऊ करदा ले करे। सारे मेरे नाल रल जाने ने, इन्हां ने पिछे रह जाना। इन्हां बरेलवियां नूं किसे नहीं मनना है। वेला सारे वोटर मेरे हो गए ने। कुत्ते की तरह वाऊ 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 करता है, ऐ लिखा मिर्जा साहब।
ਬਿਸ਼ੱਕ ਇਹ ਟਰੂਥ ਸੀਕਰ ਨੂੰ ਬੁਲਾ ਕੇ ਪੁੱਛ ਲਓ। ਭਾਈ ਮੈਂ ਤੁਹਾਨੂੰ ਕਿਹਾ ਸੀ ਉਹ ਵਲੈਤੀ ਕੁੱਤੀ ਹੋਣੀ ਆ, ਤੁਸੀਂ ਮੰਨਦੇ ਨਹੀਂ ਮੇਰੀ ਗੱਲ। ਇਹ ਸੁਣ ਲਓ ਫਿਰ, ਵਲੈਤੀ ਕੁੱਤੀ ਇੰਜ ਹੀ ਬੋਲਦੀ ਆ, ਆਊ 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 ਆਊ। ਇਹ ਸੁਣ ਲਓ। ਐ ਵੇਖੋ ਜੀ ਹੁਣ ਧੱਕਾ ਕਰਨ ਲੱਗੇ। ਚੱਲ ਬੇ। ਹਾਂਜੀ ਸੁਣਾਓ। ਇਹ ਵਲੈਤੀ ਕੁੱਤੀ ਇੰਜ ਹੀ ਬੋਲਦੀ ਹੈ, ਆਊ ਆਊ ਆਊ। ਨਹੀਂ ਹੁਣ ਫੈਸਲਾ ਅਸੀਂ ਜੱਜ को करवा लिया है। उन्होंने लिखा है कुत्ते की तरह वाव 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 करता है। तो मुस्लिम साहब ने मेरे हक से देता है। ਨਹੀਂ ਮੈਂ ਤੁਹਾਨੂੰ ਸਬੂਤ ਪੇਸ਼ ਕਰ ਰਹੀ, ਤੁਹਾਨੂੰ ਜੱਜ ਜੀ ਤੁਹਾਡੇ ਨਾਲ ਰਲਿਆ ਹੋਇਆ ਤੇ ਉਹਦੀ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਨਾ। ਮੈਂ ਤੁਹਾਨੂੰ ਸਬੂਤ ਪੇਸ਼ ਕਰ ਲਿਆ। ਮੈਂ ਅਲਫਨ ਕਹਿ ਸਕਣਾ, ਕਸਮ ਖਾ ਕੇ ਕਹਿ ਸਕਣਾ ਕਿ ਇਹ ਜਿਹੜੀ ਕੁੱਤੇ ਵਾਲੀ ਤੁਸੀਂ ਹੁਣ ਫੈਸਲਾ ਕਰਾ ਰਹੇ ਸੋ ਨਾ, ਇਹ ਗੱਲ ਮੈਂ ਹੁਣ ਸੁਣੀ ਹੈ। ਇਸ ਤੋਂ ਪਹਿਲੇ ਮੈਨੂੰ ਪਤਾ ਹੀ ਨਹੀਂ ਤੁਹਾਡੇ ਕੋਈ ਇਹ ਗੱਲ ਹੋਈ ਵੀ ਹੈ ਜਾਂ ਤੁਹਾਡਾ ਇਸ ਗੱਲ ਦੇ ਉੱਤੇ ਕੋਈ ਤਨਾਜ਼ਾ ਜਾਂ ਕੋਈ ਮੌਜੂ ਕੀ ਚੱਲ ਰਿਹਾ ਮੈਨੂੰ ਵੀ ਦੱਸੋ। ਮੈਂ ਪਹਿਲੀ ਦਫਾ ਸੁਣੀ ਹੈ ਹੁਣ। ਕੀ ਮੌਜੂ ਚੱਲ ਰਿਹਾ? ਕੁੱਤੇ मेरे हक से फैसला हो गया ना, मेरे हक से